ਤਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਪੰਜਾਬ ਵਿਧਾਨ ਸਭਾ ਦੀ ਮਹਾ ਕਵਰੇਜ ਲਗਾਤਾਰ ਜਾਰੀ ਹੈ। ਕੁਝ ਦੇਰ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਿਸ ਦੇ ਚੱਲਦੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਅਕਾਲੀ ਦਲ ਵੱਲੋਂ ਲਗਾਤਾਰ ਸ਼ੋਰ ਸ਼ਰਾਬਾ ਕੀਤਾ ਗਿਆ। ਜਿਵੇਂ ਹੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਬਜਟ ਸਪੀਚ ਸ਼ੁਰੂ ਕੀਤੀ ਤਾਂ ਅਕਾਲੀ ਦਲ ਦੇ ਮੈਂਬਰ ਵੈਲ ਦੇ ਵਿੱਚ ਆ ਗਏ ਔਰ ਨਵਜੋਤ ਸਿੱਧੂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ। ਉਸ ਦੀਆਂ ਫੋਟੋਆਂ ਨਵਜੋਤ ਸਿੰਘ ਸਿੱਧੂ ਦੀਆਂ ਲਹਿਰਾਉਂਦੇ ਰਹੇ ਔਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਅਕਾਲੀ ਦਲ ਵੱਲੋਂ ਲਗਾਤਾਰ ਕੀਤੀ ਗਈ। ਉਹਨਾਂ ਬਿਆਨਾਂ ਨੂੰ ਲੈ ਕੇ ਜੋ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਸਨ। ਇਸ ਸ਼ੋਰ ਸ਼ਰਾਬੇ ਦੇ ਚੱਲਦੇ ਮਨਪ੍ਰੀਤ ਬਾਦਲ ਨੂੰ ਆਪਣੀ ਬਜਟ ਸਪੀਚ ਆਪਣਾ ਭਾਸ਼ਣ ਵਿੱਚ ਰੋਕਣਾ ਪਿਆ ਔਰ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਫੀ ਤਲਖ ਬਹਿਸ ਵਿਕਰਮ ਮਜੀਠੀਆ ਦੀ ਆਮੋ ਸਾਹਮਣੇ ਹੋਈ। ਹਾਲਾਂਕਿ ਸਪੀਕਰ ਵੱਲੋਂ ਵਾਰ-ਵਾਰ ਅਕਾਲੀ ਵਿਧਾਇਕਾਂ ਨੂੰ ਵਾਰਨ ਕੀਤਾ ਗਿਆ, ਉਹਨਾਂ ਨੂੰ ਵਾਰਨਿੰਗ ਦਿੱਤੀ ਗਈ, ਪਰ ਜਦੋਂ ਅਕਾਲੀ ਵਿਧਾਇਕਾਂ ਦੀ ਨਾਅਰੇਬਾਜ਼ੀ, ਬੀਜੇਪੀ ਵਿਧਾਇਕਾਂ ਦੀ ਨਾਅਰੇਬਾਜ਼ੀ ਲਗਾਤਾਰ ਜਾਰੀ ਰਹੀ ਤਾਂ ਵਾਰਨਿੰਗ ਦੇਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਉਹਨਾਂ ਨੂੰ ਵਿਧਾਨ ਸਭਾ ਤੋਂ ਬਾਹਰ ਜਾਣ ਦੇ ਲਈ ਕਿਹਾ ਗਿਆ, ਸਦਨ ਤੋਂ ਬਾਹਰ ਜਾਣ ਦੇ ਲਈ ਕਿਹਾ ਗਿਆ ਔਰ ਫਿਰ ਮਾਰਸ਼ਲਾਂ ਨੂੰ ਹੁਕਮ ਦਿੱਤੇ ਗਏ ਕਿ ਅਕਾਲੀ ਬੀਜੇਪੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕੱਢਿਆ ਜਾਵੇ ਔਰ ਸ਼ੋਰ ਸ਼ਰਾਬੇ ਦੇ ਚੱਲਦੇ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇੱਕ ਵਾਰੀ ਫਿਰ ਮਨਪ੍ਰੀਤ ਬਾਦਲ ਨੇ ਆਪਣੀ ਬਜਟ ਸਪੀਚ ਸ਼ੁਰੂ ਕੀਤੀ ਹੈ, ਉਹ ਸੁਣਦੇ ਹਾਂ ਕੀ ਕਹਿ ਰਹੇ ਨੇ। ਕਾਂਗਰਸ ਪਾਰਟੀ ਸਪੀਕਰ ਸਾਹਿਬ ਖਾਬਾਂ ਨੂੰ ਹਕੀਕਤ ਦੇ ਵਿੱਚ ਤਬਦੀਲ ਕਰਦੀ ਹੈ। ਤੁਸੀਂ ਇਸ ਵਿਧਾਨ ਸਭਾ ਦੀ ਕੋਈ ਇੱਟ ਪੱਟ ਲਓ ਜੀ, ਤੁਸੀਂ ਭਾਖੜਾ ਡੈਮ ਦੀ ਕੋਈ ਇੱਟ ਪੱਟ ਲਓ, ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਕੋਈ ਇੱਟ ਪੱਟ ਲਓ, ਹਰ ਇੱਟ ਤੇ ਪੀਜੀਆਈ ਦੀ ਇੱਟ ਪੱਟ ਲਓ, ਹਰ ਇੱਟ ਤੇ ਕਾਂਗਰਸ ਪਾਰਟੀ ਦਾ ਹਵਾਲਾ ਦਿੱਤਾ ਹੋਇਆ। ਸਪੀਕਰ ਸਾਹਿਬ, ਅੱਜ ਵੀ ਜੋ ਹਾਲਾਤ ਸਾਨੂੰ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਨੂੰ ਮਿਲੇ, ਅੱਜ ਵੀ ਪਰਮਾਤਮਾ ਕੋਲੇ ਅਰਦਾਸ ਨਹੀਂ ਕਰਦੇ ਕਿ ਰੱਬਾ ਸਾਨੂੰ ਕੋਈ ਮੁਸ਼ਕਿਲ ਘੜੀ ਨਾ, ਕੋਈ ਅਜ਼ਮਾਇਸ਼ ਦੀ ਘੜੀ ਨਾ ਆਵੇ। ਪਰਮਾਤਮਾ ਕੋਲੇ ਕੋਈ ਅਰਦਾਸ ਹੈ ਕਿ ਰੱਬਾ ਜੋ ਵੀ ਮੁਸ਼ਕਿਲ ਘੜੀ ਪੰਜਾਬ ਦੇ ਅੱਗੇ ਆਵੇ, ਸਾਨੂੰ ਹਿੰਮਤ ਦੇਈ, ਅਸੀਂ ਉਸ ਮੁਸ਼ਕਿਲ ਘੜੀ ਦਾ ਮੁਕਾਬਲਾ ਕਰ ਸਕੀਏ। ਸਪੀਕਰ ਸਾਹਿਬ, ਮੈਂ ਕਿਉਂਕਿ ਉਹ ਸਪੀਚ ਅੱਧਾ ਘੰਟਾ ਨਿਕਲ ਚੁੱਕੀ ਹੈ, ਮੈਂ ਮੁਖਤਸਰ ਦੇ ਤੌਰ ਤੇ ਕਹਿੰਦਾ ਕਿ ਕਈ ਮੁੱਦਤਾਂ ਤੋਂ ਬਾਅਦ ਪੰਜਾਬ ਜਿਹੜਾ ਹੈ ਔਰ ਪੰਜਾਬ ਦੇ ਜਿਹੜੇ ਫਾਈਨੈਂਸ਼ੀਅਲ ਇੰਡੀਕੇਟਰਸ ਹੈ, ਜੋ ਸਟੈਟਿਸਟਿਕਸ ਹੈ, ਅੱਜ ਫੇਰ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਗਿਆ ਔਰ ਇਹਦੀ ਜਿਹੜੀ ਤਫਸੀਲਾਤ ਹੈ ਮੈਂਬਰਾਂ ਨੂੰ ਜਿਹੜੀ ਫਾਈਨੈਂਸ ਸੈਕਟਰੀ ਸਾਹਿਬ ਨੇ ਜੋ ਮੈਮੋਰੈਂਡਮ ਦਿੱਤਾ ਹੈ ਉਹਦੇ ਵਿੱਚ तमाम ਤਫਸੀਲਾਤ ਇਹਦੇ 'ਚ ਮਿਲ ਜੂਗੀ। ਸਪੀਕਰ ਸਾਹਿਬ, ਮੈਂ ਤਾਂ ਮੋਟੀਆਂ ਗੱਲਾਂ ਜੋ ਇਸ ਸਾਲ ਦੇ ਬਜਟ ਦੇ ਵਿੱਚ ਜੋ ਤਜਵੀਜ਼ਾਂ ਹੈ ਜਾਂ ਜੋ ਰਕਮਾਂ ਮਖਸੂਸ ਕੀਤੀਆਂ ਗਈਆਂ, ਮੈਂ ਉਹ ਮੋਟੀਆਂ ਰਕਮਾਂ ਜਿਹੜੀਆਂ ਉਹ ਹਾਊਸ ਦੇ ਅੱਗੇ ਪੜ੍ਹ ਦਿੰਦਾ ਔਰ ਜਿਹੜੀ ਸਭ ਤੋਂ ਵੱਡੀ ਰਕਮ ਹੈ ਸਪੀਕਰ ਸਾਹਿਬ, ਉਹ ਖੇਤੀਬਾੜੀ ਵਾਸਤੇ ਰੱਖੀ ਗਈ ਹੈ, ਜਿਹੜੀ ਕਿ 13,643 ਇਹ ਪੈਰਾ 24 ਤੋਂ ਸ਼ੁਰੂ ਕਰ ਰਹੇ ਨੇ, ਪੈਰਾ 24 ਤੋਂ ਸ਼ੁਰੂ ਕਰ ਰਹੇ 13,643 ਕਰੋੜ ਰੱਖੀ ਗਈ ਹੈ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ, ਜਿਹੜਾ ਐਜੂਕੇਸ਼ਨ ਦਾ ਬਜਟ ਹੈ ਉਹਦੇ ਵਿੱਚ 9.75 ਦਾ ਇਜ਼ਾਫਾ ਹੈ ਪਿਛਲੇ ਸਾਲ ਦੇ ਬਨਿਸਬਤ, ਹੈਲਥ ਦੇ ਵਿੱਚ 10.87 ਦਾ ਇਜ਼ਾਫਾ ਹੈ, ਰੂਰਲ ਇਨਫਰਾਸਟ੍ਰਕਚਰ ਦੇ ਵਿੱਚ 36.08 ਦਾ ਇਜ਼ਾਫਾ ਹੈ, ਜਿਹੜਾ ਅਰਬਨ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ 19.94 ਦਾ ਇਜ਼ਾਫਾ ਹੈ ਔਰ ਜਿਹੜੀ ਸਾਡੀ ਕਨੈਕਟੀਵਿਟੀ ਤੇ ਐਕਸੈਸ ਤੇ ਰੋਡਸ ਹੈ ਜੀ, ਇਹਦੇ ਵਿੱਚ 21.32 ਦਾ ਇਜ਼ਾਫਾ ਹੈ। ਸਪੀਕਰ ਸਾਹਿਬ, ਜਿਹੜਾ ਜੇ ਕੋਈ ਪਿਛਲੇ ਬੜੇ ਲੰਬੇ ਅਰਸੇ ਤੋਂ ਜੇ ਕਿਸੇ ਨੇ ਬਾਹ ਫੜੀ ਹੈ ਤਾਂ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਨੇ ਫੜੀ ਹੈ ਔਰ ਤਕਰੀਬਨ 5.83 ਲੱਖ ਕਿਸਾਨ ਨੂੰ 4,736 ਕਰੋੜ ਰੁਪਏ ਇਹ ਕਰਜ਼ ਮਾਫੀ ਦੀ ਸ਼ਕਲ 'ਚ ਉਹਨਾਂ ਦੇ ਅਕਾਊਂਟਾਂ 'ਚ ਪਹੁੰਚ ਚੁੱਕਿਆ ਹੈ। ਸਪੀਕਰ ਸਾਹਿਬ, ਅਗਲਾ ਜਿਹੜਾ ਇਸ ਸਾਲ ਦੇ ਬਜਟ ਅਨੁਮਾਨ ਹੈ ਉਹਦੇ ਵਿੱਚ 3,000 ਕਰੋੜ ਰੱਖਿਆ ਗਿਆ ਹੈ ਔਰ ਇਹਦੇ ਵਿੱਚ ਜਿਹੜੇ ਲੈਂਡਲੈਸ ਲੇਬਰ ਹੈ ਜੀ, ਜਿਹੜੇ ਬੇਜ਼ਮੀਨੇ ਹੈ, ਉਹਨਾਂ ਵਾਸਤੇ ਵੀ ਪੈਸੇ ਜਿਹੜੇ ਹੈ ਇਹ ਮਖਸੂਸ ਕੀਤੇ ਗਏ। ਸਪੀਕਰ ਸਾਹਿਬ, ਪੈਰਾ 26 ਦੇ ਵਿੱਚ ਜਿਹੜੀ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਉਹਦੇ ਤਹਿਤ 8,969 ਕਰੋੜ ਰੁਪਇਆ ਇਹ ਫ੍ਰੀ ਬਿਜਲੀ ਵਾਸਤੇ ਇਸ ਬਜਟ 'ਚ ਰੱਖਿਆ ਗਿਆ। 200 ਕਰੋੜ ਰੁਪਇਆ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਇਹਦੇ ਤਹਿਤ ਰੱਖਿਆ ਗਿਆ।
ਇਸ ਤੋਂ ਇਲਾਵਾ ਸਪੀਕਰ ਸਾਹਿਬ तमाम ਪੰਜਾਬ ਦੇ ਜਿੰਨੇ ਵੀ ਖੇਤ ਹੈ ਉਹਨਾਂ ਦੇ ਸੋਇਲ ਹੈਲਥ ਕਾਰਡ ਬਣੇ ਹੋਏ ਹੈ ਔਰ ਇੱਕ ਤਕਰੀਬਨ 7.2 ਲੱਖ ਕਿਸਾਨ ਹੈ ਔਰ ਇਹਨਾਂ ਦੀ ਜਿਹੜੀ ਲੈਬੋਰਟਰੀ ਜਿੱਥੇ ਇਹ ਸੋਇਲ ਟੈਸਟਿੰਗ ਹੁੰਦੀ ਹੈ ਉਹਦੇ ਲਈ 5.5 ਕਰੋੜ ਰੁਪਇਆ ਇਸ ਸਾਲ ਰੱਖਿਆ ਗਿਆ। ਸਪੀਕਰ ਸਾਹਿਬ ਪੈਰਾ 29 ਦੇ ਵਿੱਚ ਜਿਹੜਾ ਸਾਡੀਆਂ ਮੰਡੀਆਂ ਹੈ ਮਾਰਕੀਟਿੰਗ ਯਾਰਡ ਹੈ ਸਬ ਯਾਰਡਸ ਵਗੈਰਾ ਹੈ ਇਹਦੇ ਲਈ 750 ਕਰੋੜ ਰੁਪਇਆ ਇਹਨਾਂ ਦੀ ਸਟਰੈਂਥਨਿੰਗ ਵਾਸਤੇ ਰੱਖਿਆ ਗਿਆ। ਸਪੀਕਰ ਸਾਹਿਬ ਮੈਂ ਪੈਰਾ 32 ਤੇ ਆਉਣਾ ਹੈ ਕਿਉਂਕਿ ਜਿਹੜੇ ਖੇਤੀਬਾੜੀ ਦੇ ਮਾਹਿਰ ਹੈ ਉਹ ਕਹਿ ਰਹੇ ਹੈ ਕਿ ਘੱਟੋ ਘੱਟ ਤੁਹਾਨੂੰ 25 ਲੱਖ ਹੈਕਟੇਅਰ 25 ਲੱਖ ਏਕੜ ਤੁਹਾਨੂੰ ਝੋਨੇ ਦੀ ਸਾਈਕਲ ਚੋਂ ਤੁਹਾਨੂੰ ਬਾਹਰ ਕੱਢਣਾ ਪੈਣਾ ਜੇ ਪੰਜਾਬ ਦਾ ਜਿਹੜਾ ਪਾਣੀ ਦੀ ਜਿਹੜੀ ਸਸਟੇਨੇਬਿਲਿਟੀ ਹੈ ਹੋ ਸਕੇ। 25 ਲੱਖ ਏਕੜ ਦਾ ਮਤਲਬ ਹੈ ਸਪੀਕਰ ਸਾਹਿਬ 1/4 ਪੰਜਾਬ 1/4 ਹਿੱਸਾ ਜਿਹੜਾ ਪੰਜਾਬ ਕਿਉਂਕਿ ਪੰਜਾਬ 'ਚ ਖੇਤੀ ਦਾ 1 ਕਰੋੜ ਏਕੜ ਹੈ ਜੀ ਤੇ 25 ਲੱਖ ਏਕੜ ਦਾ ਮਤਲਬ ਹੈ 1/4 ਜਿਹੜੇ ਪਰਸੈਂਟ ਜਿਹੜਾ ਹੈ 25% ਇਹਨੂੰ ਡਾਈਵਰਸਿਫਿਕੇਸ਼ਨ ਵਿੱਚ ਲੈ ਕੇ ਆਉਣਾ ਪੈਣਾ ਔਰ ਇਹਦੇ ਲਈ ਇਸ ਸਾਲ 60.49 ਕਰੋੜ ਰੁਪਇਆ ਇਹ ਹਾਰਟੀਕਲਚਰ ਜਾਂ ਬਾਗਬਾਨੀ ਵਾਸਤੇ ਰੱਖਿਆ ਗਿਆ। ਇਸੇ ਤਰ੍ਹਾਂ ਹੀ ਜਿਹੜਾ ਪੈਰਾ ਮੈਂ 35 ਤੇ ਆਉਣਾ ਸਪੀਕਰ ਸਾਹਿਬ ਇਹ ਜਿਹੜੀ ਸਬਜ਼ੀਆਂ ਦੀ ਵਾਸ਼ਿੰਗ ਗ੍ਰੇਡਿੰਗ ਤੇ ਕੁਇਕ ਫਰੀਜ਼ਿੰਗ ਵਾਸਤੇ ਅਬੋਹਰ 'ਚ ਇੱਕ ਨਵਾਂ ਕਾਰਖਾਨਾ ਪੰਜਾਬ ਐਗਰੋ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਲਾ ਰਹੀ ਹੈ ਉਹਦੇ ਲਈ 19.67 ਕਰੋੜ ਸਪੀਕਰ ਸਾਹਿਬ ਰੱਖੇ ਗਏ ਹੈ ਔਰ ਹਰ ਸਾਲ ਜਿਹੜਾ ਜਿਹਨੂੰ ਕੇਨ ਏਰੀਅਰਸ ਕਹਿੰਦੇ ਆ ਗੰਨਾ ਉਤਪਾਦਕਾਂ ਦਾ ਜਿਹੜਾ ਖਸਾਰਾ ਰਹਿ ਜਾਂਦਾ ਹੈ ਜਿਹੜੀ ਕਿ ਸਪੋਰਟ ਪ੍ਰਾਈਸ ਇੱਕ ਕਿਸਮ ਦੀ ਸਮਝ ਲਓ ਉਹਦੇ ਲਈ 355 ਕਰੋੜ ਇਸ ਸਾਲ ਬਜਟ 'ਚ ਰੱਖੇ ਗਏ ਹੈ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜਾ ਇੱਕ ਬੜਾ ਵੱਡਾ ਮਸਲਾ ਔਰ ਮਸਲਾ ਕੀ ਇਹ ਤਾਂ ਇੱਕ ਇਨਵਾਇਰਮੈਂਟਲ ਕੈਟਾਸਟ੍ਰੋਫੀ ਦਾ ਰੂਪ ਅਖਤਿਆਰ ਕਰ ਚੁੱਕੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਦੇ ਹੈ ਤਾਂ ਪਿਛਲੇ ਸਾਲ ਤਕਰੀਬਨ 28,000 ਮਸ਼ੀਨਾਂ ਵੰਡੀਆਂ ਗਈਆਂ ਔਰ ਇਹ ਤਕਰੀਬਨ ਇਹਦੀ 50% ਸਬਸਿਡੀ ਸੀ ਜੇ ਕੋਈ ਇੰਡੀਵਿਜੂਅਲ ਕਿਸਾਨ ਨੇ ਲੈਣੀ ਹੈ ਪਰ ਜੇ ਕੋਈ ਸੈਂਟਰ ਨੇ ਲੈਣੀ ਹੈ ਤਾਂ 80% ਸਬਸਿਡੀ ਸੀ ਔਰ ਇਹਦੇ ਤਕਰੀਬਨ ਔਰ ਸਪੀਕਰ ਸਾਹਿਬ ਇਹ ਪਿਛਲੇ ਸਾਲ 269 ਕਰੋੜ ਸੀ ਤਾਂ ਇਸ ਸਾਲ ਸਰਕਾਰ ਦੀ ਤਜਵੀਜ਼ ਹੈ ਕਿ 375 ਕਰੋੜ ਰੁਪਇਆ ਇਹਦੇ ਲਈ ਝੋਨੇ ਦੀ ਪਰਾਲੀ ਦੀ ਸਾੜਨ ਦੀ ਜਿਹੜੀ ਰੋਕਥਾਮ ਹੈ ਉਹਦੇ ਵਾਸਤੇ ਕੀਤੀ ਜਾਵੇ। ਮੈਨੂੰ ਸਦਨ ਨੂੰ ਇਹ ਦੱਸਦਿਆਂ ਖੁਸ਼ੀ ਵੀ ਹੋ ਰਹੀ ਹੈ ਕਿ ਇਹ ਇਕੱਲਾ ਇਹ ਨਹੀਂ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਕਰਕੇ ਕੰਮ ਹੋਇਆ ਇਹ ਇੰਡੀਵਿਜੂਅਲ ਕਿਸਾਨ ਜਿਹੜੇ ਹੈ ਇਹਨਾਂ 'ਚ ਵੀ ਜਾਗਰੂਕਤਾ ਆਈ ਹੈ ਕਿਉਂਕਿ ਇਨਵਾਇਰਨਮੈਂਟ ਤਾਂ ਬਾਅਦ 'ਚ ਮੁਤਾਸਰ ਹੁੰਦਾ ਸਪੀਕਰ ਸਾਹਿਬ ਪਹਿਲਾਂ ਕਿਸਾਨ ਉਹਦੇ ਬੱਚੇ ਉਹਦੇ ਡੰਗਰ ਸਭ ਤੋਂ ਪਹਿਲਾਂ ਜਿਹੜੇ ਖੇਤ 'ਚ ਅੱਗ ਲੱਗਦੀ ਹੈ। ਸੋ ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਮੈਂ ਪੈਰਾ 42 ਤੇ ਆਉਣਾ ਹੈ ਪੰਜਾਬ ਜਿਹੜਾ ਹੈ ਇਹਦੇ ਵਿੱਚ ਤਕਰੀਬਨ 368 ਲੱਖ ਲੀਟਰ ਪ੍ਰੋਡਕਸ਼ਨ ਹੈ ਮਿਲਕ ਦੀ ਔਰ ਇਸ 368 ਲੱਖ ਚੋਂ 220 ਲੱਖ ਜਿਹੜਾ ਲੀਟਰ ਹੈ ਇਹ ਮਾਰਕੀਟੇਬਲ ਸਰਪਲਸ ਹੈ ਇੰਡੀਆ ਦਾ ਹਾਈਐਸਟ ਹੈ ਔਰ ਇਹਨੂੰ ਇਸ ਸਾਲ ਕੋਸ਼ਿਸ਼ ਹੈ ਕਿ 7% ਇਹਨੂੰ ਹੋਰ ਵਧਾਇਆ ਜਾਵੇ ਔਰ ਨਵੇਂ ਡੇਅਰੀ ਯੂਨਿਟ ਲਾਉਣ ਵਾਸਤੇ ਦਿਹਾਤੀ ਇਲਾਕਿਆਂ ਦੇ ਵਿੱਚ 20 ਕਰੋੜ ਰੁਪਇਆ ਮਖਸੂਸ ਕੀਤਾ ਗਿਆ। ਫਿਸ਼ਰੀਜ਼ ਜਿਹੜਾ ਐਲਾਈਡ ਐਗਰੀਕਲਚਰ ਦਾ ਇਹ ਬੜਾ ਮੁਨਾਫੇਬਖਸ਼ ਧੰਦਾ ਬਣਦਾ ਜਾ ਰਿਹਾ ਹੈ। ਇਸ ਸਾਲ ਦੇ ਬਜਟ ਦੇ ਵਿੱਚ 200 ਹੈਕਟੇਅਰ ਤੱਕ ਜਿਹੜੀ ਝੀਂਗਾ ਮੱਛੀ ਹੁੰਦੀ ਹੈ ਉਹਦੇ ਤਹਿਤ ਲਿਆਉਣ ਦੀ ਤਜਵੀਜ਼ ਹੈ ਔਰ 1500 ਏਕੜ ਜਿਹੜੀ ਨਾਰਮਲ ਮੱਛੀ ਹੈ ਜੀ ਫਰੈਸ਼ ਵਾਟਰ ਇਹ ਲਿਆਉਣ ਦੀ ਇਹ ਸਕੀਮ ਹੈ। ਸਪੀਕਰ ਸਾਹਿਬ ਇੱਕ ਕਿਉਂਕਿ ਅਵਾਰਾ ਪਸ਼ੂਆਂ ਦੀ ਬੜੀ ਵੱਡੀ ਪ੍ਰੋਬਲਮ ਹੈ ਔਰ ਇਹਦੇ ਨਾਲ ਕਿ ਹਰ ਪਸ਼ੂ ਜਿਹੜਾ ਪੈਦਾ ਹੋਵੇ ਉਹ ਮਾਦਾ ਜ਼ਾਤ ਦਾ ਹੋਵੇ ਉਹਦੇ ਲਈ ਇੱਕ ਨਵਾਂ ਪ੍ਰੋਜੈਕਟ ਸਰਕਾਰ ਨਾਭਾ ਜਿਹੜਾ ਆਪਣਾ ਸੀਮਨ ਸੈਂਟਰ ਹੈ ਉਹਦੇ ਵਿੱਚ ਲੈ ਕੇ ਆ ਰਹੀ ਹੈ ਜਿਹੜਾ ਕਿ ਸੈਕਸ ਸੌਰਟਿੰਗ ਸੀਮਨ ਟੈਕਨੋਲੋਜੀ ਪ੍ਰੋਜੈਕਟ ਇਹਦੇ ਲਈ 50 ਕਰੋੜ ਰੁਪਇਆ ਇਸ ਸਾਲ 'ਚ ਰੱਖਿਆ ਔਰ ਮੈਂ ਮੰਤਰੀ ਜੀ ਨੂੰ ਵਧਾਈ ਦਿੰਦਾ ਇਹਨਾਂ ਨੇ ਬੜੀ ਮਿਹਨਤ ਨਾਲ ਇਹ ਪ੍ਰੋਜੈਕਟ ਜਿਹੜਾ ਔਰ ਇਹ ਅਮਰੀਕਨ ਕੰਪਨੀ ਨਾਲ ਤਾਲਮੇਲ ਕਰਕੇ ਔਰ ਅਮਰੀਕਨ ਟੈਕਨੋਲੋਜੀ ਜਿਹੜੀ ਹੈ ਕਿਉਂਕਿ ਹਰ ਜਿਹੜਾ ਗਾਂ ਦਾ ਜਾਂ ਮੱਝ ਦਾ ਕੋਈ ਜਿਹੜਾ ਹੋਏਗਾ ਉਹ ਮਾਦਾ ਜ਼ਾਤ ਦਾ ਹੀ ਪੈਦਾ ਹੋਵੇ। ਇਸੇ ਦੇ ਨਾਲ ਸਪੀਕਰ ਸਾਹਿਬ ਜਿਹੜਾ ਕਿ ਸਾਡੇ ਡੇਅਰੀ ਕੋਆਪਰੇਟਿਵਸ ਹੈ ਬੱਸੀ ਪਠਾਣਾ ਦੇ ਵਿੱਚ ਇੱਕ ਮੈਗਾ ਵੇਰਕਾ ਪਲਾਂਟ ਲੱਗ ਰਿਹਾ ਇਹ 3 ਪੜਾਅ 'ਚ ਖਤਮ ਹੋਣਾ ਸੀਗਾ ਔਰ ਜਿਹੜਾ ਪਹਿਲਾ ਪੜਾਅ ਸੀ ਜਿਹਦੇ ਵਿੱਚ ਕਿ ਜਿਹੜਾ UHT ਮਿਲਕ ਪ੍ਰੋਸੈਸਿੰਗ ਪੈਕੇਜਿੰਗ ਇਹ ਤਾਂ ਸ਼ੁਰੂ ਹੋ ਗਈ ਹੈ ਔਰ ਜਿਹੜਾ ਦੂਜਾ ਪੜਾਅ ਜਿਹੜਾ ਹੈ
ਉਹ ਇਸ ਸਾਲ ਇਹਦੇ ਲਈ 62.13 ਕਰੋੜ ਰੁਪਇਆ ਇਹ ਬਜਟ 'ਚ ਰੱਖਿਆ ਗਿਆ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ ਇਹ ਜਿਹੜੇ ਅਗਲੇ 3-4 ਪੈਰਾ ਹੈ ਇਹ ਨਸ਼ਿਆਂ ਦੀ ਰੋਕਥਾਮ ਹੈ। ਸਰਕਾਰ ਨੇ ਸਪੀਕਰ ਸਾਹਿਬ ਇਹਦੀ ਮਲਟੀ ਪ੍ਰੋਂਗਡ ਅਪਰੋਚ ਲਈ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਪਲਾਈ ਰਿਡਕਸ਼ਨ ਹੋਵੇ, ਫਿਰ ਹਾਰਮ ਰਿਡਕਸ਼ਨ ਹੋਵੇ ਤੇ ਫਿਰ ਡਿਮਾਂਡ ਰਿਡਕਸ਼ਨ ਹੋਵੇ। ਸੋ ਸਪਲਾਈ ਤਾਂ ਪੁਲਿਸ ਰੋਕ ਸਕਦੀ ਹੈ, ਪਰ ਇੱਕ ਜਿਹੜਾ ਦੂਜਾ, ਔਰ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਇਸ ਗੱਲ ਦੀ ਬੜੇ ਤਹਿ ਦਿਲ ਤੋਂ ਵਧਾਈ ਦਿੰਦਾ ਹੈ ਕਿ ਹਾਰਮ ਰਿਡਕਸ਼ਨ ਕਿ ਜਿਹੜੇ ਨਸ਼ੇ ਲੋਕ ਕਰ ਰਹੇ ਹੈ ਉਹਨਾਂ ਨੂੰ ਉਦੋਂ ਘੱਟ ਹਾਰਮਫੁਲ ਨਸ਼ਿਆਂ ਤੇ ਲੈ ਕੇ ਜਾਈਏ। ਔਰ ਇਹਦੇ ਲਈ ਇਹਨਾਂ ਨੇ ਆਊਟ ਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ ਦੇ ਇਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ CHC ਲੈਵਲ ਦੇ 168 ਕਲੀਨਿਕ ਖੋਲ੍ਹੇ ਹੈ, ਜਿਹਦੇ ਵਿੱਚ ਕਿ 62,000 ਤਕਰੀਬਨ 63,000 ਪੇਸ਼ੈਂਟ ਰਜਿਸਟਰ ਹੋ ਚੁੱਕੇ ਹੈ। ਔਰ ਇਹਦੇ ਨਾਲ ਪ੍ਰਾਈਵੇਟ ਹਸਪਤਾਲਾਂ 'ਚ ਜਿਹੜੇ ਇਹੀ ਕੰਮ ਕਰ ਰਹੇ ਆ ਉਹਨਾਂ 'ਚ 65,000 ਹੋ ਚੁੱਕੇ ਆ, ਜਿਹੜੇ ਕਿ ਨਸ਼ਾ ਕਰਦੇ ਆ ਉਹਨਾਂ ਨੂੰ ਘੱਟ ਨਸ਼ਿਆਂ ਵਾਲੀਆਂ ਦਵਾਈਆਂ ਤੇ ਉਹਨਾਂ ਨੂੰ, ਔਰ ਹੌਲੀ ਹੌਲੀ ਇਹਨਾਂ ਨੂੰ ਨਸ਼ੇ ਤੋਂ ਬਿਲਕੁਲ ਹੀ ਵਾਂਝਾ ਕਰਦੀ ਹੈ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਜਿਹੜੀ ਡਿਮਾਂਡ ਰਿਡਕਸ਼ਨ ਤਾਂ ਉਦੋਂ ਹੀ ਹੋਏਗੀ ਜਦੋਂ ਸਕੂਲ ਦੇ ਤੇ ਕਾਲਜਾਂ ਦੇ ਬੱਚੇ ਤੇ ਉਹਨਾਂ 'ਚ ਅਵੇਅਰਨੈਸ ਤੇ ਵਗੈਰਾ। ਉਹਦੇ ਲਈ ਇੱਕ ਪੰਜਾਬ ਦਾ, ਔਰ ਮੈਂ ਇਹ ਉੱਥੇ ਡਾਵੋਸ ਦੀ ਮੀਟਿੰਗ 'ਚ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਪੰਜਾਬ ਦਾ ਵੱਡੀ ਪ੍ਰੋਗਰਾਮ ਹੈ ਇਹ ਬੜਾ ਕਾਮਯਾਬ ਹੋਇਆ। ਇਹਦੇ ਨਾਲ ਤਕਰੀਬਨ 40 ਲੱਖ ਬੱਚੇ ਜਿਹੜੇ ਹੈ ਇਹਦੇ ਵਿੱਚ ਲੈ ਗਏ। ਸਪੀਕਰ ਸਾਹਿਬ ਭਾਵੇਂ ਇੱਕ ਡੰਗ ਦੀ ਰੋਟੀ ਘੱਟ ਖਾ ਲਈਏ, ਭਾਵੇਂ ਕੁਝ ਕੁੱਤੇ ਕਮੀ ਕਰਨੀ ਪਵੇ, ਕਾਂਗਰਸ ਪਾਰਟੀ ਨੇ ਸਪੀਕਰ ਸਾਹਿਬ ਅੱਜ ਤੋਂ 20 ਸਾਲ ਪਹਿਲਾਂ ਸਰਦਾਰ ਬੇਅੰਤ ਸਿੰਘ ਜੀ ਦੀ ਸਰਕਾਰ ਵੇਲੇ ਅੱਤਵਾਦ ਦਾ ਖਾਤਮਾ ਕੀਤਾ ਸੀ। ਔਰ ਮੈਂ ਜੋਤਸ਼ੀ ਤਾਂ ਨਹੀਂ ਹੈ, ਪੇਸ਼ਨਗੋਈ ਤਾਂ ਨਹੀਂ ਕਰ ਸਕਦਾ, ਪਰ 20 ਸਾਲ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਇਹ ਨਸ਼ਿਆਂ ਦਾ ਵੀ ਖਾਤਮਾ ਕਰੂਗੀ। ਔਰ ਇਹਦੇ ਲਈ ਜੋ ਰਕਮ ਹੈਲਥ ਮਿਨਿਸਟਰ ਸਾਹਿਬ ਮੰਗਣਗੇ ਉਹ ਦੇ ਦਿੱਤੀ ਜਾਏਗੀ। ਸਪੀਕਰ ਸਾਹਿਬ ਜਿਹੜਾ ਸਭ ਤੋਂ ਪੰਜਾਬ ਦੇ ਹੋਰ ਸਾਰੀਆਂ ਗੱਲਾਂ ਰੁਕ ਸਕਦੀਆਂ, ਔਰ ਇਹ ਚੰਨੀ ਸਾਹਿਬ ਦੇ ਸਿਰ ਤੇ ਜਾਂਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਬੱਚਿਆਂ ਨੂੰ, ਇਹ ਪੈਰਾ 51 ਤੇ ਹੈ ਸਪੀਕਰ ਸਾਹਿਬ, ਮੈਂ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਅਸੀਂ ਕਿਵੇਂ ਪੈਦਾ ਕਰਕੇ ਦਈਏ। ਔਰ ਸਰਕਾਰ ਨੇ ਪਿਛਲੀ ਫਰਵਰੀ ਇੱਕ ਸਾਲ ਹੋ ਗਿਆ ਇੱਕ ਪੋਰਟਲ ਲਾਈਵ ਕੀਤਾ ਸੀ ਜਿਹਦੇ ਵਿੱਚ ਤਕਰੀਬਨ 300 ਬੱਚੇ ਜਿਹੜੇ ਕਿ ਰੁਜ਼ਗਾਰ ਦੀ ਤਲਾਸ਼ 'ਚ ਹੈ ਤੇ 9,000 ਇੰਪਲੋਇਰਸ ਇੱਕੇ ਪੋਰਟਲ ਤੇ ਇਕੱਠੇ ਕਰ ਦਿੱਤੇ। ਮੈਨੂੰ ਸਪੀਕਰ ਸਾਹਿਬ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪ੍ਰੋਗਰਾਮ ਤਹਿਤ ਜਿਹੜਾ ਪੋਰਟਲ ਅਸੀਂ ਸ਼ੁਰੂ ਕੀਤਾ 1,13,000 ਬੱਚਿਆਂ ਨੂੰ ਨੌਕਰੀ ਦੀ ਪੇਸ਼ਕਸ਼ ਜਿਹੜੀ ਹੈ ਉਹ ਹੋ ਚੁੱਕੀ ਹੈ। ਇੱਕ ਸ਼ਹੀਦ ਭਗਤ ਸਿੰਘ ਰੋਜ਼ਗਾਰ ਸਕੀਮ ਸਰਕਾਰ ਨੇ ਸ਼ੁਰੂ ਕੀਤੀ ਸੀ ਜਿਹਦੇ ਤਹਿਤ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ, ਇਹ ਪ੍ਰੋਗਰਾਮ ਇਹਦੇ ਤਹਿਤ 24,294 ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕੀਤਾ ਤੇ 856 ਰੋਜ਼ਗਾਰ ਮੇਲੇ ਪੰਜਾਬ 'ਚ ਲੱਗੇ। ਸਪੀਕਰ ਸਾਹਿਬ ਇਹ ਮੇਰੇ ਦਿਲ ਦੇ ਬੜਾ ਕਰੀਬ ਹੈ ਕਿ ਪਿਛਲੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਜਿਹੜਾ ਅਕੈਡਮੀ ਖੋਲ੍ਹੀ ਸੀ, ਉਹਨੇ 109 ਬੱਚੇ ਫੌਜ ਦੇ ਵਿੱਚ ਬਤੌਰ ਅਫਸਰ NDA ਤੇ IMA ਦੇ ਵਿੱਚ ਭੇਜਣ 'ਚ ਕਾਮਯਾਬ ਰਹੀ। ਸਪੀਕਰ ਸਾਹਿਬ 2005 ਦੇ ਵਿੱਚ UPA ਦੀ ਸਰਕਾਰ ਨੇ ਇੱਕ ਮਨਰੇਗਾ ਨਾਮ ਦੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਜਨਰੇਸ਼ਨ ਜਿਹੜੀ ਸਕੀਮ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਇਹ ਨਵੀਂ ਸਕੀਮ ਸ਼ੁਰੂ ਕਰ ਰਹੀ ਹੈ ਪੈਰਾ 55 ਦੇ ਵਿੱਚ, ਜਿੱਥੇ ਕਿ ਅਰਬਨ ਏਰੀਆਜ਼ ਦਿਹਾਤੀ ਇਲਾਕਿਆਂ 'ਚ ਤਾਂ ਚਲੋ 100 ਡੇ ਇੰਪਲੋਇਮੈਂਟ ਮਿਲ ਜਾਂਦੀ ਹੈ। ਸਪੀਕਰ ਸਾਹਿਬ ਸ਼ਹਿਰੀ ਇਲਾਕਿਆਂ ਦੇ ਵਿੱਚ ਇਹ ਸਕੀਮ ਜਿਹੜੀ ਉਹ ਗੈਰ ਹਾਜ਼ਰ ਸੀ, ਔਰ ਇਹ ਪੰਜਾਬ ਸਰਕਾਰ ਨਵੀਂ ਸਕੀਮ ਲੈ ਕੇ ਆ ਰਹੀ ਹੈ ਔਰ ਇਹਦਾ ਨਾਮ ਰੱਖਿਆ ਜੀ ਮੇਰਾ ਕੰਮ ਤੇ ਮੇਰਾ ਮਾਣ। ਔਰ ਇਹਦੇ ਵਿੱਚ ਜਿਹੜੇ 18 ਤੋਂ 35 ਸਾਲ ਦੇ ਬੱਚੇ ਹੋਣਗੇ ਉਹਨਾਂ ਨੂੰ ਕੋਈ ਨਾ ਕੋਈ ਹੁਨਰ ਜਾਂ ਕੋਈ ਸਕਿੱਲ ਦੇ ਕੇ ਔਰ ਮਿਨੀਮਮ ਗਾਰੰਟੀ ਜਿਹੜੀ ਹੈ ਉਹ ਵੇਜ ਇੰਪਲੋਇਮੈਂਟ ਦੀ ਉਹਨਾਂ ਨੂੰ ਦਿੱਤੀ ਜਾਏਗੀ। ਔਰ ਇਹ ਪਾਇਲਟ ਪ੍ਰੋਜੈਕਟ ਹੈ ਔਰ 90 ਕਰੋੜ ਰੁਪਇਆ ਪਹਿਲੇ ਸਾਲ 'ਚ ਰੱਖਿਆ ਔਰ ਜਿਵੇਂ ਸਕੀਮ ਵਧੂਗੀ ਸਪੀਕਰ ਸਾਹਿਬ ਉਵੇਂ ਇਹਨੂੰ ਵਧਾਉਂਦੇ ਜਾਵਾਂਗੇ। ਸਪੀਕਰ ਸਾਹਿਬ ਸਪੋਰਟਸ ਮਿਨਿਸਟਰ ਸਾਹਿਬ ਬੈਠੇ ਆ, ਖੁਦ ਵੀ ਇੰਟਰਨੈਸ਼ਨਲ ਪੱਧਰ ਦੇ ਸਪੋਰਟਸਮੈਨ ਰਹੇ ਆ ਔਰ ਇਹਨਾਂ ਨੇ ਜਦੋਂ ਦੇ ਮਿਨਿਸਟਰ ਬਣੇ ਇਹਨਾਂ ਨੇ ਡਿਪਾਰਟਮੈਂਟ ਨੂੰ ਬੜਾ ਚੱਕਿਆ ਹੈ ਔਰ ਨਵੀਂ ਖੇਡ ਨੀਤੀ ਵੀ ਇਹਨਾਂ ਨੇ ਲਾਗੂ ਕੀਤੀ ਹੈ। ਔਰ ਜਿਹੜਾ ਆਪਣਾ ਸਾਲ ਚੱਲ ਰਿਹਾ ਜੀ, ਰਵਾਂ ਸਾਲ ਹੈ, ਇਹਦੇ ਵਿੱਚ 18 ਕਰੋੜ ਰੁਪਏ ਦੇ ਜਿਹੜੇ ਇੰਟਰਨੈਸ਼ਨਲ ਸਪੋਰਟਸਮੈਨ ਜਿਨ੍ਹਾਂ ਨੇ ਮੈਡਲ ਵਗੈਰਾ ਜਿੱਤੇ ਸੀ ਔਰ ਉਹਨਾਂ ਦੇ ਬਕਾਏ ਪਏ ਸੀ, ਇਹਨਾਂ ਨੂੰ ਇਨਾਮ ਦੇ ਤੌਰ ਤੇ ਇਸ ਸਾਲ 18 ਕਰੋੜ ਰੁਪਏ ਦੇ ਦਿੱਤੇ ਗਏ ਹੈ। ਸਪੀਕਰ ਸਾਹਿਬ ਮੈਂ ਇਹ ਵੀ ਪ੍ਰਪੋਜ਼ ਕਰਦਾ ਹਾਂ ਪੈਰਾ 57 ਦੇ ਵਿੱਚ ਕਿ ਬਲਾਕ ਲੈਵਲ ਤੇ ਖੇਡਾਂ
ਜਿਹੜੀ ਸਕੀਮ ਹੈ ਸਪੋਰਟਸ ਡਿਪਾਰਟਮੈਂਟ ਦੀ, ਉਹਦੇ ਲਈ 43 ਕਰੋੜ ਰੁਪਇਆ, ਔਰ ਇਹਦੇ ਵਿੱਚ ਲੁਧਿਆਣਾ, ਰਾਜਪੁਰਾ, ਅਮਰਗੜ੍ਹ, ਧੂਰੀ, ਨਵਾਂ ਸ਼ਹਿਰ, ਖਡੂਰ ਸਾਹਿਬ ਤੇ ਪਠਾਨਕੋਟ ਬਲਾਕ ਦੇ ਵਿੱਚ 43 ਕਰੋੜ ਦੀ ਲਾਗਤ ਨਾਲ ਇਹ ਨਵੇਂ ਸਟੇਡੀਅਮ ਉਸਾਰੇ ਜਾਣਗੇ। ਸਪੀਕਰ ਸਾਹਿਬ, ਕਿਉਂਕਿ ਇੰਡੀਆ ਦਾ ਬੜਾ ਵੱਡਾ ਵਕਾਰ ਸੀਗਾ, ਔਰ ਜਲੰਧਰ ਇੱਕ ਸਪੋਰਟਸ ਦੀ ਵੀ ਔਰ ਖਾਸ ਕਰਕੇ ਹਾਕੀ ਦੀ ਨਰਸਰੀ ਸੀ, ਔਰ ਇੰਡੀਆ ਦੇ ਸਪੋਰਟਸ ਦੇ ਹਾਕੀ ਦੇ ਕੈਪਟਨ ਉਹ ਇਸ ਅਜ਼ੀਮ ਸਦਨ ਦੇ ਮੈਂਬਰ ਵੀ ਹੈ ਪ੍ਰਗਟ ਸਿੰਘ ਜੀ। ਇਸ ਲਈ ਔਰ not only sports ਪਰ ਸਪੋਰਟਸ ਗੁੱਡ ਇੰਡਸਟਰੀ ਦਾ ਵੀ ਜਲੰਧਰ ਮਰਕਜ਼ ਹੈ। ਤਾਂ ਇਸ ਬਜਟ ਦੇ ਵਿੱਚ ਪ੍ਰਪੋਜ਼ ਕੀਤਾ ਹੈ ਕਿ ਇੱਕ PPP ਮਾਡਲ ਤੇ ਜਲੰਧਰ ਦੇ ਵਿੱਚ ਇੱਕ ਬੜਾ ਮਾਡਰਨ ਤੇ ਆਈਕੋਨਿਕ ਸਟੇਡੀਅਮ ਜਿਹੜਾ ਉਹ ਜਲੰਧਰ ਵਾਸਤੇ ਦਿੱਤਾ ਜਾਵੇ। ਸਪੀਕਰ ਸਾਹਿਬ, ਜਿਹੜੀ ਪੈਰਾ 59 ਦੇ ਵਿੱਚ ਸਪੀਕਰ ਸਾਹਿਬ ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਉਹ ਤਾਂ 2017 ਚ ਹੀ ਉਹਨਾਂ ਨਸ਼ਰ ਕਰ ਦਿੱਤੀ ਗਈ ਸੀ, ਔਰ ਕਾਰੋਬਾਰੀਆਂ ਦੇ ਵਿੱਚ ਬੜੀ ਦਿਲਚਸਪੀ ਹੈ ਇਸ ਇੰਡਸਟਰੀਅਲ ਪਾਲਿਸੀ ਦੀ। ਔਰ ਸਪੀਕਰ ਸਾਹਿਬ, ਇਸ ਸਾਲ ਇੱਕ ਵੁੱਡ ਬੇਸਡ ਇੰਡਸਟਰੀਅਲ ਪਾਰਕ ਉਹ ਪੰਜਾਬ 'ਚ ਲੈ ਕੇ ਆ ਰਹੇ ਹੈ, ਕਿਉਂਕਿ ਜਿਹੜੀ ਸੋਸ਼ਲ ਫੋਰੈਸਟਰੀ ਦੀ ਸਾਰੀ ਜਿਹੜੀ ਲੱਕੜ ਸੀ ਉਹ ਜਾਂ ਤਾਂ ਯਮੁਨਾ ਨਗਰ ਜਾਂਦੀ ਸੀ, ਔਰ ਯਮੁਨਾ ਨਗਰ ਦੇ ਵਿੱਚ ਫਿਰ ਕਿਸਾਨ ਦਾ ਬੜਾ ਉੱਥੇ ਲੁੱਟ ਖਸੁੱਟ ਹੁੰਦੀ ਸੀ। ਇਹ ਫੈਸਲਾ ਕੀਤਾ ਕਿ ਇਹ ਜਿਹੜਾ ਵੁੱਡ ਬੇਸਡ ਇੰਡਸਟਰੀਅਲ ਪਾਰਕ ਹੈ ਇਹ ਪੰਜਾਬ 'ਚ ਆਵੇ। ਇਹ ਵੁੱਡ ਇੰਡਸਟਰੀ ਨੂੰ ਲਾਇਸੈਂਸ ਰਾਜ ਨੇ ਬੜਾ ਮੁਤਾਸਰ ਕੀਤਾ ਸੀ। ਇਹ ਲਾਇਸੈਂਸ ਦਾ ਸਿਸਟਮ ਇੰਨਾ ਸਰਲ ਹੋ ਜਾਏ ਕਿ ਸਾਰੇ ਇੰਡੀਆ ਦੀ ਵੁੱਡ ਪ੍ਰੋਸੈਸਿੰਗ ਉਹ ਪੰਜਾਬ 'ਚ ਹੋਵੇ। ਉਹਨੂੰ ਦੇਖਦੇ ਹੋਏ ਇਹ ਪਾਰਕ ਬਣਾਉਣ ਜਾ ਰਹੇ ਹੈ, ਔਰ ਇਹ ਲੱਕੜ ਦੀ ਢੋਆ ਢਵਾਈ ਵੀ ਸਰਲ ਹੋ ਜਾਏ। ਇਹ ਸਾਰਾ ਇਸ ਸਾਲ ਦਾ ਸਾਡਾ ਮਨਸੂਬਾ ਹੈ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ, ਇੰਡਸਟਰੀ ਜਿਹੜੀ ਹੈ ਪੰਜਾਬ ਦੀ ਉਹ ਕੰਪੀਟੀਸ਼ਨ 'ਚੋਂ ਬਾਹਰ ਹੋ ਚੁੱਕੀ ਹੈ, ਔਰ ਇੰਡਸਟਰੀ ਨੂੰ ਕੰਪੀਟੀਸ਼ਨ 'ਚ ਲਿਆਉਣ ਵਾਸਤੇ ਜਿਹੜੀ ਸਬਸਿਡਾਈਜ਼ਡ ਪਾਵਰ ਸੀਗੀ ਕਿ 5 ਰੁਪਏ ਅਸੀਂ ਯੂਨਿਟ ਦੇਣਾ ਹੈ, ਉਹਦੇ ਲਈ ਇਸ ਬਜਟ ਦੇ ਵਿੱਚ 1513 ਕਰੋੜ ਰੁਪਇਆ ਉਹ ਮਖਸੂਸ ਕੀਤਾ ਗਿਆ। ਸਪੀਕਰ ਸਾਹਿਬ, ਜੇ ਕੈਪਟਨ ਅਮਰਿੰਦਰ ਸਿੰਘ ਸਾਹਿਬ ਇਸ ਗੱਲ ਉਹਨਾਂ ਦੀ ਸਰਕਾਰ ਇਸ ਗੱਲ ਤੇ ਸੰਜੀਦਾ ਸੀ ਕਿ ਇੰਡਸਟਰੀ ਨੂੰ ਪੰਜਾਬ ਦੇ ਵਿੱਚ ਰਿਵਾਈਵ ਕਰਨਾ ਹੈ, ਤਾਂ ਇੱਕ ਟੈਸਟ ਕੇਸ, ਜਿਵੇਂ ਕੋਈ ਟੈਸਟ ਕੇਸ ਹੁੰਦਾ ਹੈ, ਉਹ ਮੰਡੀ ਗੋਬਿੰਦਗੜ੍ਹ ਸੀ ਕਿ ਜੇ ਮੰਡੀ ਗੋਬਿੰਦਗੜ੍ਹ ਬਹਾਲ ਹੋ ਜਾਂਦੀ ਹੈ, ਜਿਵੇਂ ਸਟਾਲਿਨਗਰਾਡ ਦੀ ਲੜਾਈ ਸੀ ਕਿ ਜੇ ਮੰਡੀ ਗੋਬਿੰਦਗੜ੍ਹ ਰਿਵਾਈਵ ਹੋ ਜਾਂਦੀ ਹੈ ਤਾਂ ਪੰਜਾਬ ਰਿਵਾਈਵ ਹੋ ਜਾਊਗਾ। ਔਰ ਸਪੀਕਰ ਸਾਹਿਬ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ 2 ਸਾਲਾਂ 'ਚ, ਔਰ ਮੈਂ ਇੰਡਸਟਰੀਜ਼ ਮਿਨਿਸਟਰ ਅਰੋੜਾ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ, ਇਹ ਹਰ ਚੌਥੇ ਦਿਨ ਮੰਡੀ ਗੋਬਿੰਦਗੜ੍ਹ ਬੈਠੇ ਹੁੰਦੇ ਆ, ਔਰ ਮੈਂ MLA ਸਾਹਿਬ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ 10 ਨਵੇਂ ਯੂਨਿਟ ਜਿਹੜੇ 5 ਸਾਲ ਤੋਂ ਬੰਦ ਪਏ ਸੀ ਉਹ ਚਾਲੂ ਹੋ ਗਏ। ਇਸ ਦੇ ਨਾਲ ਸਪੀਕਰ ਸਾਹਿਬ 60 ਨਵੇਂ ਯੂਨਿਟ ਮੰਡੀ ਗੋਬਿੰਦਗੜ੍ਹ ਆ ਗਏ। 36 ਨੇ ਐਕਸਟੈਂਸ਼ਨਾਂ ਮੰਗ ਲੀਆਂ ਤੇ 63 ਨੇ ਨਵੇਂ ਲੋਡ ਦਾ ਅਪਲਾਈ ਕਰਤਾ ਤੇ 71 ਨਵੇਂ ਇਲੈਕਟ੍ਰਿਸਿਟੀ ਕਨੈਕਸ਼ਨ ਜਿਹੜੇ ਹੈ ਉਹ ਜਾਰੀ ਕਰ ਦਿੱਤੇ ਹੈ। ਸਪੀਕਰ ਸਾਹਿਬ, ਪੰਜਾਬ ਦੀ ਕਾਮਯਾਬੀ ਦਾ ਮੈਂ ਸਮਝਦਾ ਕਿ ਮੰਡੀ ਗੋਬਿੰਦਗੜ੍ਹ ਸਭ ਤੋਂ ਵੱਡਾ ਇਸ਼ਤਿਹਾਰ ਹੈ। ਸਪੀਕਰ ਸਾਹਿਬ, ਇੱਕ ਨਵੀਂ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ। ਮੈਂ ਅਗੇਨ ਇੰਡਸਟਰੀਜ਼ ਮਿਨਿਸਟਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਜਿੰਨੀ ਵੀ ਸਰਕਾਰੀ ਖਰੀਦ ਹੋਊਗੀ ਉਹਦੇ ਵਿੱਚ 50% ਰਿਜ਼ਰਵੇਸ਼ਨ ਜਾਂ ਰਾਖਵਾਂਕਰਨ ਜਿਹੜਾ ਹੈ ਉਹ ਪੰਜਾਬ ਦੀ ਇੰਡਸਟਰੀ ਨੂੰ ਮਿਲੂਗਾ। ਪੰਜਾਬ ਦੇ ਵਿੱਚ ਚੀਜ਼ ਬਣ ਰਹੀ ਹੈ ਤਾਂ ਇਹ ਪੰਜਾਬ ਦੀ ਇੰਡਸਟਰੀ ਨੂੰ ਤਰਜੀਹ ਦਿੱਤੀ ਜਾਊਗੀ, ਬਸ਼ਰਤ ਸਿਰਫ ਇੰਨਾ ਹੈ ਕਿ ਜਿਹੜੀ ਚੀਜ਼ ਬਣ ਰਹੀ ਹੈ ਉਹਦਾ ਘੱਟੋ ਘੱਟ 40% ਕੰਪੋਨੈਂਟ ਪੰਜਾਬ 'ਚ ਬਣਿਆ ਹੋਵੇ। ਔਰ ਦੂਜਾ ਇਹ ਹੈ ਕਿ ਜਿਹੜਾ ਟੈਂਡਰ ਹੋਵੇ ਉਹ 15% L1 ਦੇ ਨੇੜੇ ਤੇੜੇ ਹੋਵੇ। ਜੇ 15% 'ਚ ਆ ਜਾਂਦਾ ਦੈਨ ਪ੍ਰੈਫਰੈਂਸ ਵਿਲ ਬੀ ਗਿਵਨ ਟੂ ਪੰਜਾਬੀ ਇੰਡਸਟਰੀ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ, ਪੰਜਾਬ ਦੀ ਇਕਨੋਮੀ ਜਿਹੜੀ ਹੈ ਇਹ ਹੁਣ ਜਿਹਨੂੰ ਕਹਿੰਦੇ ਆ ਕਿ ਟੂਰਿਜ਼ਮ ਇੰਡਸਟਰੀ ਜਿਹੜੀ ਹੈ ਇਹਨੂੰ ਬਹਾਲ ਕਰ ਸਕਦੀ ਹੈ। ਸਿੱਧੂ ਸਾਹਿਬ ਲੱਗੇ ਹੋਏ ਹੈ ਔਰ ਇੱਕ ਇਹਨਾਂ ਦਾ ਆਪਣਾ ਪਰਸੋਨਾ ਵੀ ਹੈ, ਔਰ ਹੀ ਇਜ਼ ਦ ਕਰੈਕਟ ਐਂਬੈਸਡਰ ਟੂ ਬੀ ਦ ਟੂਰਿਸਟ, ਦ ਫੇਸ ਆਫ ਪੰਜਾਬ ਟੂਰਿਜ਼ਮ। ਔਰ ਇਹਦੇ ਲਈ ਸਪੀਕਰ ਸਾਹਿਬ, ਮੈਂ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਜਿਹੜਾ ਕਿ ਨਾ ਕੇਵਲ ਹਿੰਦੁਸਤਾਨ 'ਚ, ਪਹਿਲਾਂ ਤਾਂ ਉਹ ਹਿੰਦੁਸਤਾਨ 'ਚ ਕਹਿੰਦੇ ਹੁੰਦੇ ਸੀ ਕਿ 골ਡਨ ਟ੍ਰਾਇੰਗਲ ਹੈ, ਹੁਣ ਇੱਕ ਕੁਆਡਰੈਂਗਲ 'ਚ ਤਬਦੀਲ ਹੋ ਗਿਆ। ਅੰਮ੍ਰਿਤਸਰ ਸ਼ਹਿਰ ਨੂੰ ਇੱਕ ਆਈਕੋਨਿਕ ਸਿਟੀ ਬਣਾਉਣ ਵਾਸਤੇ ਸਪੀਕਰ ਸਾਹਿਬ, ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਆਰਕੀਟੈਕਟਸ ਹੈ, ਟਾਊਨ ਪਲੈਨਰਸ ਹੈ, ਉਹ ਜਿਹੜੇ ਕੰਸੋਰਟੀਅਮ ਹੈ, ਉਹਨਾਂ ਨੂੰ ਜਦੋਂ ਤਾਈਂ ਅਸੀਂ ਇੱਥੇ ਬੁਲਾ ਕੇ ਔਰ ਉਹਨਾਂ ਦਾ ਸਲਾਹ ਕਰਕੇ ਔਰ ਅੰਮ੍ਰਿਤਸਰ ਦਾ ਨਕਸ਼ਾ ਨਹੀਂ ਬਣਾਉਂਦੇ, ਉਦੋਂ ਤਾਈਂ ਅੰਮ੍ਰਿਤਸਰ ਅੱਗੇ ਨਹੀਂ ਵਧੂਗਾ।
ਔਰ ਮੈਂ ਸਪੀਕਰ ਸਾਹਿਬ ਇਸ ਸਾਲ ਉਹ ਜਿਹੜੇ ਆਰਕੀਟੈਕਟ ਤੇ ਕੰਸਲਟੈਂਟ ਆਉਣਗੇ ਉਹਨਾਂ ਦੀ ਫੀਸ ਵਾਸਤੇ 10 ਕਰੋੜ ਰੁਪਏ ਬਜਟ 'ਚ ਰੱਖਿਆ, ਔਰ ਜੇ ਹੋਰ ਲੋੜ ਪਈ ਤਾਂ ਹੋਰ ਵੀ ਹੋ ਜਾਏਗਾ। ਸਪੀਕਰ ਸਾਹਿਬ, ਜਿਵੇਂ ਕੁਰਬੂਜ਼ੀਅਰ ਨੇ ਆ ਕੇ ਚੰਡੀਗੜ੍ਹ ਸ਼ਹਿਰ ਵਸਾਇਆ ਸੀ, ਉਵੇਂ ਹੀ ਕੋਈ ਬਾਹਰਲਾ ਆਪਾਂ ਨੂੰ ਕੋਈ ਸਿਆਣਾ ਹੈ ਜਿਹੜੇ ਜਿਨ੍ਹਾਂ ਨੂੰ ਟਾਊਨ ਪਲੈਨਿੰਗ ਦਾ, ਸੋ ਅੰਮ੍ਰਿਤਸਰ ਇਜ਼ ਐਕਚੁਅਲੀ ਦ ਫੋਕਸ ਏਰੀਆ ਆਫ ਦਿਸ ਬਜਟ। ਸਪੀਕਰ ਸਾਹਿਬ, ਸਾਡੀ ਇਹ ਬੜੀ ਖੁਸ਼ਕਿਸਮਤੀ ਹੈ ਔਰ ਮੈਂ ਸਮਝਦਾ ਬੜੇ ਵੱਡੇ ਭਾਗ ਹੈ ਕਿ ਅਸੀਂ ਜ਼ਿੰਦਾ ਹੈ ਇੱਕ ਇਸ ਦੌਰ ਦੇ ਵਿੱਚ ਜਦੋਂ ਸਾਡੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਉਤਸਵ ਜਿਹੜਾ ਹੈ ਉਹ ਮਨਾਇਆ ਜਾਏਗਾ। ਔਰ ਇਸ ਪ੍ਰਕਾਸ਼ ਉਤਸਵ ਨੂੰ ਬੜੇ ਜੋਸ਼ੋ ਖਰੋਸ਼ ਨਾਲ ਔਰ ਦੁਨੀਆ ਦੇ ਹਰ ਕੋਨੇ ਦੇ ਵਿੱਚ ਬਾਬਾ ਨਾਨਕ ਦੇ ਜਿਹੜਾ ਵੈਦਾਨੀਅਤ ਹੈ ਉਹਦਾ ਪੈਗਾਮ ਪਹੁੰਚੇ, ਤਾਂ ਇਸ ਸਾਲ ਬੜਾ ਨਿਮਾਣਾ ਜਿਹਾ ਬਜਟ ਦੇ ਵਿੱਚ 300 ਕਰੋੜ ਜਿਹੜਾ ਹੈ ਉਹ ਤਜਵੀਜ਼ ਕੀਤਾ ਗਿਆ। ਔਰ ਇਸ ਦੇ ਨਾਲ ਸਪੀਕਰ ਸਾਹਿਬ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਇਹ ਵੀ ਕਾਇਮ ਕੀਤੀ ਗਈ ਹੈ। ਮਿਨਿਸਟਰ ਸਾਹਿਬ ਔਰ ਸਾਰੇ ਉਹਨਾਂ ਦੀਆਂ ਦੁਆਵਾਂ ਸੀ ਔਰ ਇਹਨਾਂ ਦੀਆਂ ਇੱਛਾਵਾਂ ਸੀ ਜਿਨ੍ਹਾਂ ਨੂੰ ਬੂਰ ਪੈ ਗਿਆ, ਔਰ ਇਹਦੇ ਲਈ 25 ਕਰੋੜ ਰੁਪਇਆ ਇਸ ਡਿਵੈਲਪਮੈਂਟ ਅਥਾਰਟੀ ਵਾਸਤੇ ਰੱਖਿਆ ਗਿਆ। ਇਹਦੇ ਨਾਲ ਸਪੀਕਰ ਸਾਹਿਬ ਮੈਂ ਇਹ ਵੀ ਆਸ ਰੱਖਦਾ ਹੈ, ਪਤਾ ਨਹੀਂ ਇੱਕ ਗੁਨਾਹਗਾਰ ਬੰਦੇ ਦੀ ਪਰਮਾਤਮਾ ਅਰਦਾਸ ਮੰਨ ਲੂਗਾ ਕਿ ਨਹੀਂ, ਕਿ ਇਸ ਸਾਲ ਦੇ ਵਿੱਚ ਕਰਤਾਰਪੁਰ ਲਾਂਘਾ ਜਿਹੜਾ ਹੈ ਉਹ ਬਾਬਾ ਨਾਨਕ ਦੀ 550ਵੀਂ ਪ੍ਰਕਾਸ਼ ਉਤਸਵ ਉਹ ਵੀ ਇਸ ਸਾਲ ਪੂਰਾ ਹੋ ਜੇ। ਸਪੀਕਰ ਸਾਹਿਬ, ਇਸੇ ਦੇ ਨਾਲ ਸਪੀਕਰ ਸਾਹਿਬ ਜਲਿਆਂਵਾਲਾ ਬਾਗ ਉਹਦੀ ਵੀ ਸ਼ਤਾਬਦੀ ਇਸ ਸਾਲ ਆ ਰਹੀ ਅਗਲੇ 2-3 ਮਹੀਨਿਆਂ ਦੇ ਵਿੱਚ, ਔਰ ਇਹ ਜਿਵੇਂ ਕਿ ਮੈਂਬਰਾਂ ਜਾਣਦੇ ਹੈ ਕਿ ਇਹ ਜਿਹੜੀ ਇੰਡੀਆ ਦੀ ਆਜ਼ਾਦੀ ਦੀ ਤਹਿਰੀਕ ਸੀ, ਅੰਮ੍ਰਿਤਸਰ ਇੱਕ ਅਨਆਫੀਸ਼ੀਅਲ ਕੈਪੀਟਲ ਸੀ, ਔਰ ਜਲਿਆਂਵਾਲਾ ਬਾਗ ਦਾ ਜਿੱਦਣ ਸਾਕਾ ਹੋਇਆ ਤਾਂ ਇੱਕ ਗੱਲ ਤਾਂ ਉਸ ਦਿਨ ਤੈਅ ਹੋ ਗਈ ਸੀ 13 ਅਪ੍ਰੈਲ 1919 ਨੂੰ ਕਿ ਅੰਗਰੇਜ਼ ਦੀਆਂ ਜੜ੍ਹਾਂ ਜਿਹੜੀਆਂ ਉਹਦੇ ਸਾਮਰਾਜ ਦੀਆਂ ਜੜ੍ਹਾਂ ਇਹ ਹਿੰਦੁਸਤਾਨ ਚੋਂ ਉਹ ਜੜ੍ਹਾਂ ਹਿੱਲ ਚੁੱਕੀਆਂ, ਔਰ ਇਹ ਆਉਣ ਵਾਲੀਆਂ ਨਸਲਾਂ ਨੂੰ ਹਮੇਸ਼ਾ ਯਾਦ ਕਰਾਉਣਾ ਪੈਣਾ, ਔਰ ਆਉਣ ਵਾਲੀਆਂ ਨਸਲਾਂ ਇਹ ਭੁੱਲਣ ਨਾ ਕਿ ਕਿਹੜੇ ਭਾਅ ਖਰੀਦੀ ਸੀ। ਇਹ ਆਜ਼ਾਦੀ ਕੋਈ ਮੂੰਗਫਲੀਆਂ ਵੇਚ ਕੇ ਜਾਂ ਕੋਈ ਰਿਉੜੀਆਂ ਵੱਟੇ ਤਾਂ ਨਹੀਂ ਖਰੀਦੀ, ਇਹ ਤਾਂ ਕੁਰਬਾਨੀਆਂ ਨਾਲ ਖਰੀਦੀ ਸੀ। ਔਰ ਇਸ ਸਾਰਾ ਸਾਲ ਸਪੀਕਰ ਸਾਹਿਬ ਜਿਹੜੇ ਕਿ ਇਹਦੇ ਵਿੱਚ ਸੈਮੀਨਾਰ ਵੀ ਹੋਣੇ ਹੈ, ਇਹਦੇ ਵਿੱਚ ਆਮ ਜਲਸੇ ਵੀ ਉੱਥੇ ਅੰਮ੍ਰਿਤਸਰ ਕਰਨੇ ਹੈ। ਮੈਨੂੰ ਬੜੀ ਆਸ ਸੀ ਕਿ ਭਾਰਤ ਸਰਕਾਰ ਇੱਕ ਵੱਡੀ ਰਕਮ ਮਖਸੂਸ ਕਰੂਗੀ, ਪਰ ਉਹ ਨਹੀਂ ਹੋ ਪਾਈ। ਸੋ 5 ਕਰੋੜ ਰੁਪਇਆ ਜਿਹੜਾ ਇਹ ਸਟੇਟ ਬਜਟ ਚੋਂ ਅਸੀਂ ਰੱਖਿਆ ਹੋਇਆ। ਸਪੀਕਰ ਸਾਹਿਬ, ਉਸੇ ਤਰ੍ਹਾਂ ਹੀ ਰਾਸ਼ਟਰੀ ਪਿਤਾ ਮੋਹਨਦਾਸ ਕਰਮਚੰਦ ਗਾਂਧੀ ਸਾਹਿਬ ਜਿਨ੍ਹਾਂ ਨੇ ਮੁਲਕ ਨੂੰ ਇੱਕ ਬੜਾ ਮਾਰਗਦਰਸ਼ਨ ਦਿੱਤਾ, ਉਹਨਾਂ ਦੀ ਤਸਵੀਰ ਹਮੇਸ਼ਾ ਮੱਥੇ ਲੱਗਦੀ ਹੈ। 5 ਫੁੱਟ 3 ਇੰਚ ਉਹਨਾਂ ਦਾ ਕੱਦ ਸੀ, ਔਰ ਮੈਥੋਂ ਵੀ ਉੱਚੇ ਦਰਸ਼ਨੀ ਜਵਾਨ ਅੰਗਰੇਜ਼ ਦੀ ਫੌਜ ਸਿਪਾਹੀ ਭਰਤੀ ਹੋਇਆ ਕਰਦੇ ਸੀ, ਔਰ ਅੰਗਰੇਜ਼ ਸਾਮਰਾਜ ਨੂੰ ਗੋਡਿਆਂ ਤੇ ਲੈ ਆਂਦਾ। ਸੋ ਉਹਨਾਂ ਦੀ ਵੀ 150ਵੀਂ ਯੌਮੇ ਪੈਦਾਇਸ਼ ਜਿਹੜੀ ਹੈ ਉਹ ਬੜੀ ਧੂਮਧਾਮ ਨਾਲ ਹਰ ਸਕੂਲ ਹਰ ਯੂਨੀਵਰਸਿਟੀ 'ਚ ਮਨਾਉਣ ਦਾ ਫੈਸਲਾ ਕੀਤਾ। ਔਰ ਸਪੀਕਰ ਸਾਹਿਬ, ਤੁਸੀਂ ਵੀ ਮੁਬਾਰਕ ਦੇ ਮੁਸ਼ਤਕ ਹੋ ਕਿ ਸ਼੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਇਹ ਵੀ ਹਿਮਾਚਲ ਪ੍ਰਦੇਸ਼ ਨਾਲ ਜਿਹੜੀ ਤੁਸੀਂ ਦਸਤਖਤ ਕੀਤੇ ਹੈ ਇੱਕ ਸਪੈਸ਼ਲ ਪਰਪਸ ਵਹੀਕਲ ਬਣਾਈ ਹੈ, ਉਹ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਉਹ ਛੇਤੀ ਜਿਹੜਾ ਹੈ ਉਹ ਰੋਪਵੇ, ਕਿਉਂਕਿ ਉਹ ਦੁਨੀਆ ਦੇ 2 ਅਜ਼ੀਮ ਧਰਮਾਂ ਨੂੰ ਔਰ 2 ਅਜ਼ੀਮ ਲੋਕਾਂ ਨੂੰ ਸਟੇਟਾਂ ਨੂੰ ਵੀ ਜੋੜੇਗਾ। ਸੋ ਮੈਨੂੰ ਉਸ ਗੱਲ ਦੀ ਵੀ ਬੜੀ ਖੁਸ਼ੀ ਹੈ। ਸਪੀਕਰ ਸਾਹਿਬ, ਮੈਂ ਪੈਰਾ 74 ਤੇ ਪੰਜਾਬੀ ਖਾਣੇ ਦੀ ਹੌਸਲਾ ਅਫਜ਼ਾਈ ਇਹਦੇ ਲਈ ਮਿਨਿਸਟਰ ਸਾਹਿਬ ਨੇ ਹੁਕਮ ਕੀਤਾ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਫੂਡ ਸਟਰੀਟ ਜਿਹੜੀ ਹੈ ਉਹ ਕਾਇਮ ਕੀਤੀ ਜਾਵੇ, ਔਰ ਬਿਨਾਂ ਸ਼ੱਕ ਸੋ ਪਟਿਆਲਾ ਤੇ ਬਠਿੰਡਾ ਤੇ ਹੁਸ਼ਿਆਰਪੁਰ ਦੇ ਵਿੱਚ ਫੂਡ ਸਟਰੀਟ, ਔਰ ਕੋਸ਼ਿਸ਼ ਕਰਾਂਗੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬੀ ਜ਼ਾਇਕਾ ਪੰਜਾਬੀ ਖਾਣਾ ਜਿਹੜਾ ਹੈ ਔਰ ਇਹਦੀ ਮਕਬੂਲੀਅਤ ਜਿਹੜੀ ਹੈ, ਔਰ ਜਿਹੜੇ ਮਹਿਮਾਨ ਪੰਜਾਬ 'ਚ ਆਉਂਦੇ ਹੈ ਉਹਨਾਂ ਨੂੰ ਹਮੇਸ਼ਾ ਇਹਦੇ ਨਾਲ ਤਾਰਫ ਕਰਾਈਏ। ਸਪੀਕਰ ਸਾਹਿਬ, ਮੈਂ ਇੱਕ ਸਭ ਤੋਂ ਜਿਹੜਾ ਅਹਿਮ ਚੈਪਟਰ ਹੈ ਇਸ ਬਜਟ ਦਾ ਉਹ 76 ਪੈਰਾ ਹੈ, ਔਰ ਉਹ ਹੈ ਜੀ ਕਿ ਨਾਗਰਿਕ ਭਲਾਈ ਸਿਟੀਜ਼ਨ ਵੈਲਫੇਅਰ, ਔਰ ਖਾਸ ਕਰਕੇ ਕਿਉਂਕਿ ਪੰਜਾਬ ਦਾ ਇੱਕ ਬੇਸ਼ਤਰ ਹਿੱਸਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ SC ਤੇ ST ਕੰਪੋਨੈਂਟ ਹੈ, ਔਰ ਇਹ ਇਸ ਸਾਲ ਜਿਹੜਾ ਇਸ ਪਲਾਨ ਦੇ ਵਿੱਚ 1228 ਕਰੋੜ ਰੁਪਇਆ ਇਸ ਮੱਦ ਦੇ ਵਿੱਚ ਰੱਖਿਆ ਗਿਆ, ਔਰ ਟੋਟਲ ਜਿਹੜਾ SC ਸਬ ਪਲਾਨ ਹੈ ਇਹ
6259 करोड़ स्पीकर साहब रखा गया। पोस्ट मैट्रिक प्री मैट्रिक दी स्कॉलरशिप का क्योंकि बड़े कपले हुए सी स्पीकर साहब, और ये ऑडिट जिहड़ा है ये मुकम्मल हो चुका है, और ऑडिट जिहड़ा है ये तकरीबन 2026 प्राइवेट कॉलेजां दा सी ते 2081 सरकारी कॉलेजां दा सी। सो बावजूद इसके कि ऑडिट चो बड़े वड्डे वड्डे फर्क निकले है, पर कोई भी बेकसूर स्टूडेंट जिहड़ा है ਉਹਨੂੰ इस स्कॉलरशिप तो वांझे नहीं रखा गया, ਉਹਦੇ पैसे रिलीज कर दिते गए। स्पीकर साहब आशीर्वाद जिहड़ी स्कीम है सरकार दी, और ਇਹਨੂੰ ਹੁਣ ਵਧਾ ਕੇ 21,000 ਇਹਦੇ ਲਈ 100 ਕਰੋੜ ਰੁਪਇਆ ਇਸ ਬਜਟ 'ਚ ਰੱਖਿਆ ਗਿਆ। ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਪੀਕਰ ਸਾਹਿਬ ਉਹ ਪਿੰਡ ਜਿਹੜੇ ਕਿ ਜਿਨ੍ਹਾਂ 'ਚ ਅਕਸਰੀਅਤ ਆਬਾਦੀ ਐਸਸੀ ਦੀ ਹੈ, ਇਹ ਉਹਨਾਂ ਪਿੰਡਾਂ ਵਾਸਤੇ 30 ਕਰੋੜ ਰੁਪਇਆ ਅੱਡ ਰੱਖਿਆ ਗਿਆ। स्पीकर साहब बैकफिनको ते पंजाब स्टेट शेड्यूल्ड कास्ट कॉरपोरेशन ने पिछले साल 14,260 लोगों के लोन माफ किए, और BC कॉरपोरेशन ने 1,630 लाभदारियों के या लोनिया के लोन माफ किए। स्पीकर साहब बड़ा पैरा 81 ये बड़ा बड़ा मद है पंजाब सरकार का, सोशल सिक्योरिटी वुमेन एंड चाइल्ड डिवेलपमेंट। ਇਹਦੇ ਵਿੱਚ ਪਿਛਲੇ ਸਾਲ ਨਾਲੋਂ ਵਧਾ ਕੇ ਇਸ ਸਾਲ 2,835.82 ਕਰੋੜ ਰੁਪਇਆ ਰੱਖਿਆ ਗਿਆ, ਜਿਹਦੇ ਵਿੱਚ ਕੀ 올ਡ ਏਜ ਪੈਨਸ਼ਨ ਹੈਂਡੀਕੈਪ ਪੈਨਸ਼ਨ ਵੀ ਆ ਜਾਂਦੀ ਹੈ। ਸਪੀਕਰ ਸਾਹਿਬ ਇਸੇ ਤਰ੍ਹਾਂ ਹੀ 82 ਪੈਰਾ ਦੇ ਵਿੱਚ ਤਕਰੀਬਨ 12 ਲੱਖ ਬੱਚਿਆਂ ਤੇ ਗਰਭਵਤੀ ਇਸਤਰੀਆਂ ਲਈ ਉਹਨਾਂ ਦੇ ਦੁੱਧ ਪਿਲਾਉਣ ਵਾਸਤੇ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਵਾਸਤੇ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਪ੍ਰੋਗਰਾਮ, ਇਹਦੇ तहत 736.99 करोड़ रुपया रखा गया है। एक पोषण अभियान चलता है छोटे बच्चों को खुराक देने वास्ते। स्पीकर साहब ये तहत 106 करोड़ रुपया रखा गया। स्पीकर साहब ये नवी स्कीम पंजाब सरकार लैके आ रही है कि पंजाब के वख-वख जिलों के विच विरध आश्रम कायम किए जाए। मैनू वैसे तो शर्मिंदगी है, शर्मिंदगी का बायस है, पर यह भी हकीकत है कि कई बुजुर्ग जिहड़े है जिन्हां दे बच्चे बेटे बेटियां नलैक या नाकाबिल हुंदे है, सो उन्हां लई इस साल ये क्योंकि पायलट है 31 करोड़ ते 14 लाख रुपया ये बरनाला ते मानसा तो शुरू करन लगे। स्पीकर साहब इसे तरह ही एक 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 काफी है तो तजवीज़ का 22 की तकरीबन 6.5 लाख साडे जिहड़े बच्चे है वो किसी भी कारण वो हैंडीकैप्ड है, माजूर है, कोई बोल नहीं सकता, कोई सुन नहीं सकता, कईयां नूं होर किस्म दी डिफॉर्मिटीज़ है, और इहदे लई सरकारी स्कूल एक लुधियाने दे विच कायम करन लगे हैं, और ये रेजिडेंशियल स्कूल होएगा। इहदे लई 15 करोड़ रुपया स्पीकर साहब ये डेफ एंड डम ते हैंडीकैप्ड बच्चों वास्ते। और स्पीकर साहब क्योंकि इहदे जिहड़े एजुकेटर्स हुंदे है उन्हां कोले भी स्पैशलाइज्ड एजुकेशन चाहिए है, इस करके उन्हां दी सिखलाई वास्ते भी 15 करोड़ रुपया रखे। सो 15 करोड़ स्कूल वास्ते, 15 करोड़ जिहड़े उत्थे उस्ताद या टीचर उत्थे होणगे। स्पीकर साहब डिफेंस रिटायर्ड डिफेंस पर्सनल वास्ते 98.31 करोड़, और अमृतसर वॉर मेमोरियल क्योंकि मुकम्मल नहीं है उहदे वास्ते 8 करोड़, सैनिक स्कूल कपूरथला नूं ग्रांट इन एड 5 करोड़। और मैनू कुछ दिन पहला कमांडेंट साहब की चिट्ठी आई सी स्पीकर साहब की जिहड़ा सैनिक स्कूल का बैंड है वो बैंड पुराना हो गया या नवे इंस्ट्रूमेंट्स चाहिए है तो बड़ी छोटी जी, पर उन्होंने मेरे तो 12 लाख मंगया सी, उन्होंने 15 लाख रुपया सैनिक स्कूल के बैंड में भी इस साल बजट चो देता सा। इस तरह ही स्पीकर साहब जिहड़ा भी बच्चा पंजाब का IMA या NDA ਦੇ ਵਿੱਚ ਭਰਤੀ ਹੋ ਜਾਂਦਾ ਉਹਨੂੰ 1 ਲੱਖ ਰੁਪਏ ਦਾ ਵਜ਼ੀਫਾ ਪੰਜਾਬ ਸਰਕਾਰ ਦਿੰਦੀ ਹੈ, ਉਹਦੇ ਤਹਿਤ 4.30 ਕਰੋੜ ਰੁਪਏ ਬਜਟ ਰੱਖਿਆ ਗਿਆ। ਸਪੀਕਰ ਸਾਹਿਬ ਮੈਂ ਹੁਣ ਆਉਣਾ ਪੈਰਾ 91 ਤੇ, ਪੈਰਾ 91 ਦੇ ਵਿੱਚ ਸਪੀਕਰ ਸਾਹਿਬ ਫੂਡ ਐਂਡ ਸਿਵਲ ਸਪਲਾਈਜ਼ ਹੁਣ ਤਾਈਂ 36,34,000 ਦਾ ਕਵਰ ਜਿਹੜਾ ਹੈ ਇਹ ਜਿਹੜਾ ਫ੍ਰੀ ਰਾਸ਼ਨ ਮਿਲਦਾ ਹੈ ਸਰਕਾਰ ਵੱਲੋਂ, ਔਰ 19-20 ਦੇ ਦੌਰਾਨ ਇਹ ਆਧਾਰ ਕਾਰਡ ਦੇ ਨਾਲ ਲਿੰਕ ਹੋ ਗਿਆ, ਈ-ਪੋਸ ਮਸ਼ੀਨ ਦੇ ਜ਼ਰੀਏ ਤਕਸੀਮ ਕੀਤਾ ਜਾਏਗਾ, ਔਰ ਇਹ ਸਪਲਾਈ ਚੇਨ ਜਿਹੜੀ ਹੈ ਇਹ ਵੀ ਟੋਟਲੀ ਕੰਪਿਊਟਰਾਈਜ਼ਡ ਹੋ ਜਾਏ, ਇਹਦੀ ਮੈਨੇਜਮੈਂਟ ਬੈਟਰ ਹੋ ਜਾਏ। ਸਪੀਕਰ ਸਾਹਿਬ ਇਹਦੇ ਲਈ 5.75 ਕਰੋੜ ਉਹ IT ਜਿਹੜਾ ਇਹਨੂੰ ਬੈਕਬੋਨ ਚਾਹੀਦੀ ਹੈ ਉਹਦੇ ਵਾਸਤੇ ਰੱਖਿਆ ਗਿਆ। ਸਪੀਕਰ ਸਾਹਿਬ ਮੈਂ
ਜਿਹੜਾ ਅਗਲੀ ਮੱਧ ਹੈ ਜੀ, ਸੌਰੀ ਪੈਰਾਗ੍ਰਾਫ ਹੈ 93, ਪੇਂਡੂ ਵਿਕਾਸ ਤੇ ਪੰਚਾਇਤਾਂ। ਸਪੀਕਰ ਸਾਹਿਬ, ਇਸ ਮੱਧ ਦੇ ਵਿੱਚ ਔਰ ਬਾਜਵਾ ਸਾਹਿਬ ਬੜੀ ਮਿਹਨਤ ਕਰ ਰਹੇ ਹੈ। ਇਸ ਡਿਪਾਰਟਮੈਂਟ ਨੂੰ ਇਸ ਸਾਲ 4109.17 ਕਰੋੜ ਰੁਪਇਆ ਇਹ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਤੇ ਰੱਖਿਆ ਗਿਆ ਔਰ ਪਿਛਲੇ ਸਾਲ ਦੇ ਬਨਿਸਬਤ ਇਹ 36.8% ਜ਼ਿਆਦਾ ਹੈ। ਸਪੀਕਰ ਸਾਹਿਬ, ਇਹਨਾਂ ਨੇ ਜਿਵੇਂ ਸਮਾਰਟ ਸਿਟੀ ਕੈਂਪੇਨ ਚਲਾਈ ਹੈ ਗਵਰਨਮੈਂਟ ਆਫ ਇੰਡੀਆ ਨੇ, ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ ਹੈ ਸਮਾਰਟ ਵਿਲੇਜ ਕੈਂਪੇਨ, ਔਰ ਸਮਾਰਟ ਵਿਲੇਜ ਕੈਂਪੇਨ ਦੇ ਤਹਿਤ 2600 ਕਰੋੜ ਰੁਪਇਆ ਇਹ ਸਮਾਰਟ ਵਿਲੇਜ ਵਾਸਤੇ ਰੱਖਿਆ ਗਿਆ। ਔਰ ਸਪੀਕਰ ਸਾਹਿਬ, ਇਸੇ ਤਰ੍ਹਾਂ ਹੀ ਜਿਹੜੇ ਸਮਾਰਟ ਪਿੰਡ ਬਣਨਗੇ ਔਰ ਜਿਹੜੇ ਸਭ ਤੋਂ ਬੈਟਰ ਹੋਣਗੇ ਉਹਨਾਂ ਨੂੰ ਇਨਾਮ ਦੇ ਤੌਰ ਤੇ 5 ਕਰੋੜ ਰੁਪਇਆ ਵੱਖਰਾ ਰੱਖਿਆ ਗਿਆ ਤਾਂ ਕਿ ਪੰਚਾਇਤਾਂ ਜਿਹੜੀਆਂ ਇਹ ਦਿਲਚਸਪੀ ਨਾਲ ਔਰ ਮਿਹਨਤ ਨਾਲ ਆਪਣੇ ਪਿੰਡਾਂ 'ਚ ਕੰਮ ਕਰਨ। ਮਨਰੇਗਾ ਸਕੀਮ ਵਾਸਤੇ ਸਪੀਕਰ ਸਾਹਿਬ 500 ਕਰੋੜ ਰੱਖਿਆ ਗਿਆ ਔਰ ਪਿਛਲੇ ਸਾਲ ਦੇ ਬਨਿਸਬਤ 92% ਜ਼ਿਆਦਾ ਹੈ। ਇਹ ਆਲਮੋਸਟ ਡਬਲ ਕਰਤਾ ਜੀ ਮਨਰੇਗਾ ਦਾ। ਬਾਜਵਾ ਸਾਹਿਬ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ 14,000 ਘਰ ਬਣਨੇ ਸੀ ਸਪੀਕਰ ਸਾਹਿਬ, 8,000 ਮੁਕੰਮਲ ਹੋ ਗਏ ਹੈ, ਬਾਕੀ ਜਿਹੜੇ ਹੈਗੇ ਉਹ ਮੁਕੰਮਲ ਇਸ ਸਾਲ 'ਚ ਹੋ ਜਾਣਗੇ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ ਇੱਕ ਨਵੀਂ ਸਕੀਮ ਪੈਰਾ 100 ਦੇ ਵਿੱਚ ਸੋਲਿਡ ਵੇਸਟ ਮੈਨੇਜਮੈਂਟ, ਜਿਹੜੇ ਪਿੰਡਾਂ ਕੋਲੇ ਆਪ ਦਾ ਸੋਰਸ ਰੈਵਨਿਊ ਦਾ ਹੈ ਤਾਂ ਉਹਨਾਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਔਰ ਉਸੇ ਤਰ੍ਹਾਂ ਹੀ 101 ਦੇ ਵਿੱਚ ਲਿਕੁਇਡ ਵੇਸਟ ਮੈਨੇਜਮੈਂਟ, ਇਹ ਪਿਛਲੇ ਸਾਲ ਐਜ਼ ਪਾਇਲਟ ਸਪੀਕਰ ਸਾਹਿਬ ਭਵਾਨੀਗੜ੍ਹ ਬਲਾਕ ਸ਼ੁਰੂ ਕੀਤਾ ਸੀ। ਇਹ ਕਾਮਯਾਬ ਰਿਹਾ। ਪਿੰਡਾਂ ਦੇ ਟੋਭੇ, ਪਿੰਡਾਂ ਦੇ ਛੱਪੜ ਜਿਹੜੇ ਹੈ ਉਹ ਗੰਦਾ ਪਾਣੀ, ਸਾਫ਼ ਪਾਣੀ ਉਹ ਸਾਰਾ ਸੈਪਰੇਟ ਕਰਕੇ ਔਰ ਇਹਦੇ ਲਈ 50 ਕਰੋੜ ਰੁਪਇਆ ਇਸ ਮੱਧ 'ਚ ਰੱਖਿਆ ਗਿਆ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ ਇਹ ਪੰਜਾਬ ਰੂਰਲ ਆਵਾਸ ਯੋਜਨਾ ਇਹ ਨਵੀਂ ਸਕੀਮ ਸ਼ੁਰੂ ਕੀਤੀ ਹੈ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਤਾਂ ਜਿਹੜੇ ਘਰ ਮਿਲਦੇ ਸੀਗੇ ਜਿਨ੍ਹਾਂ ਬੇਘਰਾਂ ਨੂੰ, ਪਿੰਡਾਂ 'ਚ ਨਹੀਂ ਸੀ। ਇਸ ਸਾਲ ਪਾਇਲਟ ਦੇ ਤੌਰ ਤੇ 20 ਕਰੋੜ ਰੁਪਏ ਇਹਦੇ ਵਾਸਤੇ ਵੀ ਰੱਖਿਆ ਗਿਆ। ਸਪੀਕਰ ਸਾਹਿਬ, 103 ਸਕੂਲ ਐਜੂਕੇਸ਼ਨ ਦੇ ਵਿੱਚ ਤੇ ਮੈਂ ਪੈਰਾ ਤੇ ਆਉਣਾ ਜੀ ਕਿਉਂਕਿ ਸਾਡੇ ਕੋਲੇ ਤਕਰੀਬਨ 12,921 ਪ੍ਰਾਇਮਰੀ ਸਕੂਲ ਹੈ, 2,672 ਮਿਡਲ ਸਕੂਲ ਹੈ, 1,744 ਹਾਈ ਸਕੂਲ ਹੈ ਤੇ 199 ਮਿਡਲ ਸਕੂਲ ਹੈ, ਸੀਨੀਅਰ ਸੈਕੰਡਰੀ ਸਕੂਲ ਹੈ। ਇਹਨਾਂ ਨੂੰ ਤਕਰੀਬਨ 2387 ਨੂੰ ਇੰਗਲਿਸ਼ ਮੀਡੀਅਮ ਕਰ ਦਿੱਤਾ ਗਿਆ। ਸਪੀਕਰ ਸਾਹਿਬ, ਸਾਡੀ ਇਹ ਕੋਸ਼ਿਸ਼ ਤੇ ਕਾਵਿਸ਼ ਹੈ ਕਿ ਇਸ ਸਾਲ ਹੋਰ ਸਕੂਲਾਂ ਨੂੰ ਇੰਗਲਿਸ਼ ਮੀਡੀਅਮ ਤਾਂ ਕਿ ਸਾਡੇ ਬੱਚੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਜੌਬ ਮਾਰਕੀਟ ਦੇ ਵਿੱਚ ਕੰਪੀਟੀਸ਼ਨ 'ਚ ਆ ਜਾਣ। ਸਪੀਕਰ ਸਾਹਿਬ, ਮੈਂ ਪੈਰਾ ਆਨਾ 106 ਦੇ ਵਿੱਚ ਪੰਜਾਬ ਸਰਕਾਰ ਨੇ 261 ਸਮਾਰਟ ਸਕੂਲ ਕਾਇਮ ਕੀਤੇ ਹੈ ਔਰ ਇਸ ਸਾਲ 20 ਕਰੋੜ ਰੁਪਇਆ ਹੋਰ ਸਮਾਰਟ ਸਕੂਲ ਦੀ ਸਥਾਪਨਾ ਵਾਸਤੇ ਰੱਖਿਆ। 21,000 ਸਮਾਰਟ ਕਲਾਸਰੂਮ ਨੇ ਔਰ ਇਹਨਾਂ ਕਲਾਸਰੂਮਾਂ ਦੇ ਵਿੱਚ ਮਾਡਰਨ ICT ਪ੍ਰੋਜੈਕਟਰ ਵਗੈਰਾ ਵਗੈਰਾ ਤੋਂ ਪਹਿਲੀ ਤੋਂ 10ਵੀਂ ਕਲਾਸ ਤੇ ਸਾਰੇ ਜਿੰਨੇ ਵੀ ਪੰਜਾਬ ਦੇ ਸਕੂਲ ਹੈ ਉਹਨਾਂ ਦਾ ਜਿਹੜਾ ਟੀਚਿੰਗ ਦਾ ਕੰਟੈਂਟ ਹੈ ਸਪੀਕਰ ਸਾਹਿਬ, ਉਹ ਸਾਰਾ ਕੰਟੈਂਟ ਸਿਲੇਬਸ ਤਿਆਰ ਹੋ ਚੁੱਕਿਆ। ਸੋ ਸੋਨੀ ਸਾਹਿਬ, ਥੈਂਕ ਯੂ ਵੈਰੀ ਮਚ ਕਿ ਤੁਸੀਂ ਇਹ ਕਰਤਾ ਹੈ ਔਰ ਪ੍ਰੀ ਪ੍ਰਾਇਮਰੀ ਕਲਾਸਿਸ ਦਾ ਕੰਟੈਂਟ ਤਿਆਰ ਕੀਤਾ ਜਾ ਰਿਹਾ ਹੈ। ਸਪੀਕਰ ਸਾਹਿਬ, ਮੈਨੂੰ ਇਹ ਦੱਸ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਇੱਕ ਜਿੰਨੀਆਂ ਵੀ ਟੀਚਿੰਗ ਦੀਆਂ ਜਿੰਨੀਆਂ ਵੀ ਸਕੀਮਾਂ ਸੀਗੀਆਂ, ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ, ਵੋਕੇਸ਼ਨਲ, ਇਹਨਾਂ ਨੂੰ ਅਸੀਂ 2 ਹੁਣ ਸਕੀਮਾਂ 'ਚ ਲੈ ਲਿਆ। ਇਹਦਾ ਨਾਂ ਰੱਖਿਆ ਜੀ ਸਮਗਰ ਸਿੱਖਿਆ ਅਭਿਆਨ ਔਰ ਇਹਦੇ ਵਿੱਚ ਜਿਹੜਾ ਐਲੀਮੈਂਟਰੀ ਹੈ ਉਹਦੇ ਲਈ 750 ਕਰੋੜ ਤੇ ਜਿਹੜਾ ਸੈਕੰਡਰੀ ਹੈ ਉਹਦੇ ਲਈ 323 ਕਰੋੜ ਮਖਸੂਸ ਕੀਤਾ ਗਿਆ। ਸਪੀਕਰ ਸਾਹਿਬ, ਮਲੇਰਕੋਟਲਾ ਦੇ ਵਿੱਚ ਲੜਕੀਆਂ ਦਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਉਹ ਬੜੀ ਖਸਤਾ ਹਾਲਤ ਸੀ। ਮੇਰੀ ਛੋਟੀ ਭੈਣ ਨੇ ਇਹ ਦੱਸਿਆ ਕਿ ਅੰਦਰੂਨ ਸ਼ਹਿਰ ਦੇ ਵਿੱਚ ਹੈ, ਉਹਦੇ ਲਈ 5 ਕਰੋੜ ਰੁਪਏ ਜਿਹੜਾ ਹੈ ਉਹ ਬਿਲਡਿੰਗ ਬਿਲਕੁਲ ਨਵੀਂ ਬਣ ਜੇ ਜੀ, ਉਹਦੇ ਵਾਸਤੇ ਮਖਸੂਸ ਕੀਤਾ ਗਿਆ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ, ਜਿਹੜੀ ਹਾਇਰ ਐਜੂਕੇਸ਼ਨ ਹੈ ਇਹਦਾ ਮਿਆਰ ਕਿਵੇਂ ਚੱਕਿਆ ਜਾਵੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਨਰੋਲਮੈਂਟ ਜਿਹੜੀ ਹੈ ਉਹ ਪੰਜਾਬ 'ਚ ਨੈਸ਼ਨਲ ਐਵਰੇਜ ਨਾਲੋਂ 5% ਅੱਗੇ ਉੱਤੇ ਹੈ, 30% ਤੇ ਹੈ। ਸਾਡਾ 2022 'ਚ 32% ਇਨਰੋਲਮੈਂਟ ਦਾ ਟੀਚਾ ਹੈ ਔਰ ਮੈਨੂੰ ਯਕੀਨ ਹੈ, ਪੂਰਨ ਯਕੀਨ ਹੈ ਕਿ ਇਹ 32 ਦਾ ਟੀਚਾ ਅਸੀਂ ਇਸੇ ਸਾਲ 'ਚ ਹੀ ਪੂਰਾ ਕਰ ਜਾਵਾਂਗੇ।
ਸਪੀਕਰ ਸਾਹਿਬ ਮੈਨੂੰ ਇਸ ਗੱਲ ਦੱਸਦਿਆਂ ਖੁਸ਼ੀ ਹੈ ਕਿ ਮੋਗੇ ਦੇ ਵਿੱਚ ਇੱਕ ਨਵਾਂ ਮਾਡਲ ਡਿਗਰੀ ਕਾਲਜ ਜਿਹੜਾ ਹੈ ਉਹ ਬਾਬਾ ਨਾਨਕ ਦੇ 550 ਪ੍ਰਕਾਸ਼ ਉਤਸਵ ਦੇ ਸਾਲ ਇਹ ਕਾਇਮ ਕੀਤਾ ਜਾ ਰਿਹਾ ਹੈ ਔਰ ਸੁਲਤਾਨਪੁਰ ਲੋਧੀ ਦਾ ਜਿਹੜਾ ਬੇਬੇ ਨਾਨਕੀ ਗਰਲਸ ਕਾਲਜ ਹੈ ਉਹਦੇ ਵਾਸਤੇ 10 ਕਰੋੜ ਰੁਪਇਆ ਜਿਹੜਾ ਇਸ ਬਜਟ 'ਚ ਰੱਖਿਆ ਗਿਆ। ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਕੁਝ ਪੰਜਾਬ ਦੇ ਜਿਹੜੇ ਦਿਹਾਤ ਦੇ ਇਲਾਕੇ ਹੈ ਜਿੱਥੇ ਕੋਈ ਡਿਗਰੀ ਕਾਲਜ ਹੀ ਹੈ ਨਹੀਂ, ਉਹਦੇ ਵਿੱਚ ਨਵੇਂ ਡਿਗਰੀ ਕਾਲਜ ਜਿਹਦੇ ਵਿੱਚ ਕਿ ਪੁੱਚੋ ਬੱਲੂਆਣਾ, ਕਿਉਂਕਿ ਐਮਐਲਏ ਸਾਹਿਬ ਨੇ ਬੜੀ ਜ਼ੋਰ ਨਾਲ ਆਪਣੇ ਇਲਾਕੇ ਦਾ ਇੱਕ ਕੇਸ ਚੱਕਿਆ ਸੀ, ਧਰਮਕੋਟ, ਚੱਬੇਵਾਲ, ਦਸੂਆ, ਸਮਰਾਲਾ, ਨਾਭਾ, ਮੁਹਾਲੀ, ਮਲੋਟ ਤੇ ਖੇਮਕਰਨ, ਇਹਨਾਂ ਵਿੱਚ ਨਵੇਂ ਡਿਗਰੀ ਕਾਲਜ ਖੋਲਣ ਦੀ ਸਰਕਾਰ ਦੀ ਸਪੀਕਰ ਸਾਹਿਬ ਤਜਵੀਜ਼ ਹੈ। ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਆਪਣੇ ਫੈਕਲਟੀ ਇੰਪਰੂਵਮੈਂਟ ਵਾਸਤੇ 7 ਕਰੋੜ ਰੁਪਇਆ ਦੇਣਾ। ਸਪੀਕਰ ਸਾਹਿਬ ਮੇਰੇ ਲਈ ਮੇਰਾ ਇੱਕ ਖੁਸ਼ਨੁਮਾ ਫਰਜ਼ ਹੈ, ਮੇਰੇ ਲਈ ਇਹ ਬੜਾ ਇੱਜ਼ਤ ਦਾ ਬਾਇਸ ਹੈ ਕਿ ਮੈਂ ਇਹ ਅਨਾਉਂਸ ਕਰਾਂ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕਿ ਇਸ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਡਾਕਟਰ BR ਅੰਬੇਦਕਰ ਦੀ ਚੇਅਰ ਉਹ ਸਟੈਬਲਿਸ਼ ਕਰਨੀ ਹੈ, ਸਤਿਗੁਰੂ ਰਾਮ ਸਿੰਘ ਚੇਅਰ ਉਹ ਸਟੈਬਲਿਸ਼ ਕਰਨੀ ਹੈ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲਾ ਚੇਅਰ ਉਹ ਵੀ ਇਸ ਸਾਲ ਸਰਕਾਰ ਜਿਹੜੀ ਹੈ ਸਟੈਬਲਿਸ਼ ਕਰਨ ਜਾ ਰਹੀ ਹੈ। ਸਪੀਕਰ ਸਾਹਿਬ ਪਟਿਆਲਾ ਦੇ ਵਿੱਚ ਇੱਕ ਨਵੀਂ ਓਪਨ ਯੂਨੀਵਰਸਿਟੀ ਖੋਲਣ ਦੀ ਸਰਕਾਰ ਦੀ ਤਜਵੀਜ਼ ਹੈ ਔਰ ਉਹਦੀ ਕੰਸਲਟੇਸ਼ਨ ਵਾਸਤੇ ਕਿ ਓਪਨ ਯੂਨੀਵਰਸਿਟੀ ਕਿਵੇਂ ਚੱਲੇਗੀ, ਸਾਰਾ ਜਿਹੜਾ ਉਹਦਾ ਪਸਮੰਜ਼ਰ ਜਿਹੜਾ ਉਹ ਬਣਾਉਣਾ ਹੈ, ਉਹਦੇ ਲਈ ਇਸ ਸਾਲ 5 ਕਰੋੜ ਰੁਪਇਆ ਰੱਖਿਆ ਗਿਆ। ਸਪੀਕਰ ਸਾਹਿਬ ਪਿਛਲੇ ਬਜਟ 'ਚ ਵੀ ਮੈਂ ਇਹ ਹਾਊਸ ਨੂੰ ਇਹ ਵਾਅਦਾ ਦੇ ਕੇ ਗਿਆ ਸੀ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਚੱਲਦੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਗਡਵਾਸੂ, ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਕਿ ਹਰ ਸਾਲ ਇਹਨਾਂ ਦੀ ਜਿਹੜੀ ਗ੍ਰਾਂਟ ਇਨ ਏਡ ਹੈ ਉਹਦੇ 6% ਦਾ ਇਜ਼ਾਫਾ ਕਰਾਂਗੇ। ਇਸ ਸਾਲ ਵੀ 6% ਦਾ ਇਜ਼ਾਫਾ ਜਿਹੜਾ ਉਹ ਕਰਨ ਜਾ ਰਹੇ ਹਾਂ। ਇਸ ਨਾਲ ਪੰਜਾਬੀ ਯੂਨੀਵਰਸਿਟੀ ਨੂੰ 50 ਕਰੋੜ ਦੀ ਇੱਕ ਗ੍ਰਾਂਟ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ। ਸਪੀਕਰ ਸਾਹਿਬ ਟੈਕਨੀਕਲ ਐਜੂਕੇਸ਼ਨ ਪੈਰਾ 120 ਔਰ ਮੈਂ ਇਸ ਅਜ਼ੀਮ ਸਦਨ ਨੂੰ ਇਹ ਗੱਲ ਸਾਂਝੀ ਕਰਦਿਆਂ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੁੱਖ ਮੰਤਰੀ ਵਜ਼ੀਫਾ ਸਕੀਮ ਇਹ ਗਵਰਨਮੈਂਟ ਪੋਲੀਟੈਕਨਿਕ ਕਾਲਜਸ ਦੇ ਵਿੱਚ ਇਹ ਬੜੀ ਕਾਮਯਾਬੀ ਨਾਲ ਚਾਲੂ ਕੀਤੀ ਗਈ। ਇਹਦੇ ਨਾਲ ਸਾਡੀ ਜਿਹੜੀ ਇਨਰੋਲਮੈਂਟ ਹੈ ਸਪੀਕਰ ਸਾਹਿਬ ਇਹਦੇ 'ਚ 39% ਦਾ ਇਜ਼ਾਫਾ ਹੋ ਗਿਆ। ਜਿਹੜੇ ਬੱਚੇ ਜਿੰਨੇ ਨੰਬਰ ਲੈਂਦੇ ਆ ਉਨੀ ਜ਼ਿਆਦਾ ਵਜ਼ੀਫਾ ਉਹਨਾਂ ਨੂੰ ਮਿਲਦਾ। ਇਸ ਦੇ ਨਾਲ ਸਪੀਕਰ ਸਾਹਿਬ ਮੈਂ ਪੈਰਾ 122 ਮੈਂ ਇਹ ਐਲਾਨ ਕਰਦਾ ਕਿ ਸਰਕਾਰ ਵੱਲੋਂ 15 ਨਵੀਆਂ ITI ਇਹ ਸਥਾਪਿਤ ਕੀਤੀਆਂ ਜਾਣਗੀਆਂ, ਜਿਹਦੇ ਵਿੱਚ ਰਾਮਪੁਰਾ ਫੂਲ, ਰਾਏਕੋਟ, ਫਤਿਹਗੜ੍ਹ ਸਾਹਿਬ, ਬੱਸੀ ਪਠਾਣਾ, ਫਾਜ਼ਿਲਕਾ, ਫਿਰੋਜ਼ਪੁਰ, ਸ਼ਤਰਾਣਾ, ਅਮਰਗੜ੍ਹ ਤੇ ਤਰਨਤਾਰਨ ਸ਼ਾਮਲ ਹੈ। ਇਹਦੇ ਲਈ 15 ਕਰੋੜ ਰੁਪਏ ਜਿਹੜਾ ਹੈ ਉਹ ਸਰਕਾਰ ਪਾਏਗੀ, ਬਾਕੀ ਇਹਨਾਂ ਦਾ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਪਾਏਗਾ। ਇਸੇ ਤਰ੍ਹਾਂ ਹੀ ਸਪੀਕਰ ਸਾਹਿਬ ਰੂਪਨਗਰ ਦੀ ITI ਤੇ ਨੂੰ ਅਪਗ੍ਰੇਡ ਕਰਾਂਗੇ, ਗਵਰਨਮੈਂਟ ਪੋਲੀਟੈਕਨਿਕ ਕਾਲਜਸ ਦੇ ਵਿੱਚ ਉੱਤਮ ਦਰਜੇ ਨੂੰ ਬਣਾਵਾਂਗੇ ਔਰ ਜਿਹੜੀ ਪੋਲੀਟੈਕਨਿਕ ਜਿਹੜੇ ਹੈਗੇ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ 7 ਕਰੋੜ ਰੱਖਿਆ ਗਿਆ। ਸਪੀਕਰ ਸਾਹਿਬ ਨਾਓ ਆਈ ਟਰਨ ਟੂ ਪੈਰਾ 123 19-20 ਦੇ ਵਿੱਚ ਹੈਲਥ ਐਂਡ ਫੈਮਿਲੀ ਵੈਲਫੇਅਰ, ਸਿਹਤ ਤੇ ਪਰਿਵਾਰ ਭਲਾਈ, ਇਹਦੇ ਵਿੱਚ ਸਪੀਕਰ ਸਾਹਿਬ ਇਸ ਸਾਲ ਬਜਟ 'ਚ 3465.06 ਕਰੋੜ ਰੁਪਇਆ ਮਖਸੂਸ ਕੀਤਾ ਗਿਆ, ਜੋ ਪਿਛਲੇ ਸਾਲ ਨਾਲੋਂ ਤਕਰੀਬਨ 11% ਦਾ ਇਜ਼ਾਫਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ 978 ਕਰੋੜ ਰੁਪਏ ਰੱਖੇ ਗਏ ਹੈ। ਸਪੀਕਰ ਸਾਹਿਬ ਇੱਕ ਨਵੀਂ ਸਕੀਮ ਜਿਹੜੀ ਹੈ ਉਹ ਪੰਜਾਬ ਸਰਕਾਰ ਲੈ ਕੇ ਆਈ ਹੈ ਹੈਲਥ ਦੇ ਵਿੱਚ, ਜਿਹਦਾ ਨਾਮ ਹੈ ਸਰਬੱਤ ਸਿਹਤ ਬੀਮਾ ਯੋਜਨਾ ਔਰ ਇਹ ਆਯੁਸ਼ਮਾਨ ਭਾਰਤ ਦੇ, ਕਿਉਂਕਿ ਆਯੁਸ਼ਮਾਨ ਭਾਰਤ ਦੇ ਤਾਂ ਸਾਡੇ ਜਿਹੜੇ ਬੈਨੀਫੀਸ਼ਰੀ ਸੀਗੇ ਉਹ ਸਿਰਫ 14.96 ਲੱਖ ਪਰਿਵਾਰ ਸੀ। ਫੈਸਲਾ ਸੀ ਇਹ ਕੀਤਾ ਹੈ ਕਿ ਇਹਦੇ ਵਿੱਚ ਅਸੀਂ 42 ਲੱਖ ਪਰਿਵਾਰ ਜਿਹੜੇ ਆ ਇਹ ਲੈ ਕੇ ਆਈਏ ਔਰ ਜਿੰਨੀਆਂ ਵੀ ਇਦੋਂ ਪਹਿਲਾਂ ਭਗਤ ਪੂਰਨ ਸਿੰਘ ਵਗੈਰਾ ਸਕੀਮ ਉਹ ਸਾਰੀਆਂ ਸਬਸਿਊਮ ਹੋ ਕੇ ਇਹ ਸਾਰੇ ਇੱਕ ਸਕੀਮ ਹੋ ਜਾਏਗੀ, ਜਿਹੜੀ ਕਿ ਸਰਬੱਤ ਸਿਹਤ ਬੀਮਾ ਯੋਜਨਾ। ਸਾਡੇ 56 ਲੱਖ ਪਰਿਵਾਰ ਹੈ ਸਪੀਕਰ ਸਾਹਿਬ ਪੰਜਾਬ 'ਚ ਔਰ ਤਕਰੀਬਨ 42 ਲੱਖ ਪਰਿਵਾਰ ਜਿਹਨੂੰ 5 ਲੱਖ ਰੁਪਏ ਦਾ ਕਵਰ ਮਿਲ ਜਾਏਗਾ ਇਹ ਸਕੀਮ 'ਚ। ਔਰ ਜਿਹੜਾ ਪ੍ਰੀਮੀਅਮ ਹੈ ਜਿਹੜਾ ਆਯੁਸ਼ਮਾਨ ਭਾਰਤ ਤੇ ਦੂਜਾ 60-40 ਦਾ ਜਾਂ ਜੋ ਵੀ ਹੈ ਉਹ ਪ੍ਰੀਮੀਅਮ ਪੰਜਾਬ ਸਰਕਾਰ ਭਰ ਦੂਗੀ, ਉਹਦੇ ਲਈ 250 ਕਰੋੜ ਰੁਪਇਆ ਇਸ ਬਜਟ 'ਚ ਰੱਖਿਆ। ਸਪੀਕਰ ਸਾਹਿਬ ਮੈਂ ਪੈਰਾ 129 ਤੇ ਆਵਾਂਗਾ।
एक कैंसर इंस्टीट्यूट ਹੁਸ਼ਿਆਰਪੁਰ ਫਾਜ਼ਿਲਕਾ ਤੇ ਅੰਮ੍ਰਿਤਸਰ ਇਹ ਪਿਛਲੇ ਬਜਟ 'ਚ ਵੀ ਅਨਾਉਂਸ ਹੋਏ ਸੀ ਸਪੀਕਰ ਸਾਹਿਬ ਉਹਨਾਂ ਤੇ ਕਈਆਂ ਤੇ ਕੰਮ ਚੱਲ ਰਿਹਾ ਇਸ ਸਾਲ ਇਹਦੇ ਵਾਸਤੇ 60 ਕਰੋੜ ਰੱਖਿਆ ਹੋਇਆ ਆਯੂਸ਼ ਸਕੀਮ ਜਿਹੜੀ ਹੈ ਹੋਮਿਓਪੈਥਿਕ ਤੇ ਆਯੂਸ਼ ਮਿਸ਼ਨ ਇਹਦੇ ਲਈ 14 ਕਰੋੜ ਰੱਖਿਆ ਗਿਆ ਔਰ ਮੁਹਾਲੀ ਤੇ ਮੋਗਾ ਦੇ ਵਿੱਚ 2 ਨਵੇਂ ਇੰਟੀਗ੍ਰੇਟਿਡ ਹਸਪਤਾਲ ਬਣਾਉਣ ਦੀ ਤਜਵੀਜ਼ ਹੈ ਸਪੀਕਰ ਸਾਹਿਬ ਪਿਛਲੇ ਬਜਟ ਦੇ ਵਿੱਚ ਇਹ ਵਾਅਦਾ ਸੀ ਕਿ ਨਵਾਂ ਗਵਰਨਮੈਂਟ ਮੈਡੀਕਲ ਕਾਲਜ ਮੁਹਾਲੀ ਉਹ ਖੋਲਿਆ ਜਾਏਗਾ ਪਿਛਲੇ ਸਾਲ 50 ਕਰੋੜ ਦਿੱਤੇ ਸੀ ਇਸ ਸਾਲ ਦੂਜੇ ਸਟੇਜ ਦੇ ਵਿੱਚ 60 ਕਰੋੜ ਰੁਪਏ ਜਿਹੜਾ ਉਹ ਇਹ ਮੁਹਾਲੀ ਮੈਡੀਕਲ ਕਾਲਜ ਨੂੰ ਦਿੱਤਾ ਜਾਏਗਾ ਔਰ ਇਸ ਦੇ ਨਾਲ ਸਪੀਕਰ ਸਾਹਿਬ ਅਸੀਂ ਇਹ ਵੀ ਵਿਚਾਰ ਅਧੀਨ ਹੈ ਕਿ ਨਵੇਂ 3 ਮੈਡੀਕਲ ਕਾਲਜ ਗੁਰਦਾਸਪੁਰ ਪਠਾਨਕੋਟ ਤੇ ਸੰਗਰੂਰ ਇਹ ਪੀਪੀਪੀ ਮੋਡ ਦੇ ਵਿੱਚ ਇਸ ਸਾਲ ਦੇ ਦੌਰਾਨ ਇਹ ਵੀ ਚਾਲੂ ਕਰਾ ਦਈਏ ਸਪੀਕਰ ਸਾਹਿਬ ਜਿਹੜੇ ਪੁਰਾਣੇ ਪੰਜਾਬ ਦੇ ਮੈਡੀਕਲ ਕਾਲਜ ਹੈ ਪਟਿਆਲਾ ਤੇ ਅੰਮ੍ਰਿਤਸਰ ਉਹਦੇ ਲਈ 199.15 ਲੱਖ ਕਰੋੜ ਉਹਨਾਂ ਦੀ ਅਪਗ੍ਰੇਡੇਸ਼ਨ ਵਾਸਤੇ ਰੱਖਿਆ ਸਪੀਕਰ ਸਾਹਿਬ ਮੈਂ ਹੁਣ ਲੋਕਲ ਗਵਰਨਮੈਂਟ ਵੱਲ ਆਉਣਾ ਹੈ ਪੈਰਾ 133 ਸਵੱਛ ਭਾਰਤ ਮਿਸ਼ਨ ਇਹ 167 ਮਿਊਨਿਸਪਲ ਏਰੀਆਜ਼ ਇਹ ਪੰਜਾਬ ਦੇ ਇਹਦੇ ਵਿੱਚ ਹੈ ਨੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜਾ ਸਰਵੇਖਣ ਹੋਇਆ ਸੀ 2017-18 ਦਾ ਉਹਦੇ ਵਿੱਚ ਪਹਿਲਾਂ ਤਾਂ ਸਪੀਕਰ ਸਾਹਿਬ ਪੰਜਾਬ ਟੋਟਲ ਪੰਜਾਬ ਦੇ ਅਰਬਨ ਏਰੀਆਜ਼ ਹੈ ਉਹ ਓਪਨ ਡੈਫਿਕੇਸ਼ਨ ਫ੍ਰੀ ਹੋ ਚੁੱਕੇ ਔਰ ਪੰਜਾਬ ਨਾਰਥ ਜ਼ੋਨ 'ਚ ਪਹਿਲੇ ਨੰਬਰ ਤੇ ਸੀ ਔਰ ਜਿਹੜਾ ਇਸ ਸਾਲ ਦਾ ਸਰਵੇ ਆਇਆ ਜੀ 18-19 ਦਾ ਉਹਦੇ ਵਿੱਚ 100 ਸ਼ਹਿਰ ਉਹਨਾਂ ਨੇ ਲਏ ਨਾਰਥ ਇੰਡੀਆ ਦੇ 100 ਸ਼ਹਿਰਾਂ ਵਿੱਚੋਂ 42 ਸਪੀਕਰ ਸਾਹਿਬ ਪੰਜਾਬ ਦੇ ਹੈ ਔਰ ਸਵੱਛ ਭਾਰਤ ਮਿਸ਼ਨ 'ਚ 86.33 ਕਰੋੜ ਰੁਪਇਆ ਇਹਦੇ ਵਿੱਚ ਮਖਸੂਸ ਕੀਤਾ ਗਿਆ ਸਪੀਕਰ ਸਾਹਿਬ ਜਿਹੜੀ ਅੰਮ੍ਰਿਤ ਸਕੀਮ ਹੈ ਔਰ ਇਹ 16 ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਔਰ ਇਹਦੇ ਲਈ 700 ਕਰੋੜ ਰੁਪਇਆ ਇਸ ਸਾਲ ਵਾਸਤੇ ਰੱਖਿਆ ਗਿਆ ਸਪੀਕਰ ਸਾਹਿਬ ਜਿਹੜੀ ਸਭ ਤੋਂ ਵੱਡੀ ਸਕੀਮ ਇਸ ਬਜਟ ਦੇ ਵਿੱਚ ਹੈ ਉਹ ਹੈ ਜਿਹੜੇ ਸਾਡੇ 4 ਵੱਡੇ ਸ਼ਹਿਰ ਹੈ ਅੰਮ੍ਰਿਤਸਰ ਲੁਧਿਆਣਾ ਜਲੰਧਰ ਤੇ ਪਟਿਆਲਾ ਪੀਣ ਵਾਲਾ ਪਾਣੀ ਦੂਸ਼ਿਤ ਹੋ ਚੁੱਕਿਆ ਹੈ ਔਰ ਪਾਣੀ ਜਿਹੜਾ ਹੈ ਜਦੋਂ ਤਾਈਂ ਸਰਫੇਸ ਵਾਟਰ ਦਰਿਆਵਾਂ ਦਾ ਪਾਣੀ ਇਹਨਾਂ ਸ਼ਹਿਰਾਂ ਲਈ ਨਹੀਂ ਲੈ ਕੇ ਆਉਂਦੇ ਇਹ ਸ਼ਹਿਰ ਜਿਹੜੇ ਹੈ ਇਹ ਨਾ ਵਧਣਗੇ ਨਾ ਫੁੱਲਣਗੇ ਔਰ ਇਹਦੇ ਲਈ ਅਸੀਂ ਵਰਲਡ ਬੈਂਕ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਨਾਲ ਸਾਡੀ ਗੱਲਬਾਤ ਮੁਕੰਮਲ ਹੋ ਚੁੱਕੀ ਹੈ ਔਰ 4800 ਕਰੋੜ ਦਾ ਪ੍ਰੋਜੈਕਟ ਹੈ ਸੋ ਕੁਝ ਤਾਂ ਫੰਡ ਜਿਹੜੇ ਅੰਮ੍ਰਿਤ ਦੇ ਇਹਨਾਂ ਸ਼ਹਿਰਾਂ ਦੇ ਬਣਦੇ ਆ ਕੁਝ ਉਹ ਡਾਈਵਰਟ ਕਰਕੇ ਔਰ ਕੁਝ 200 ਕਰੋੜ ਰੁਪਇਆ ਸਟੇਟ ਹੋਰ ਸ਼ੇਅਰ ਪਾ ਕੇ ਔਰ ਬਾਕੀ ਲੋਨ ਲੈ ਕੇ ਇਹ 4800 ਕਰੋੜ ਨਾਲ ਇਹ ਸਰਫੇਸ ਵਾਟਰ ਡਰਿੰਕਿੰਗ ਵਾਟਰ ਦੇ ਪ੍ਰੋਜੈਕਟ ਜਿਹੜੇ ਆ ਇਹ ਪੰਜਾਬ 'ਚ ਅਸੀਂ 2022 ਦੇ ਵਿੱਚ ਮੁਕੰਮਲ ਕਰਨ ਦੀ ਸਾਡੀ ਕੋਸ਼ਿਸ਼ ਹੈ ਸਪੀਕਰ ਸਾਹਿਬ ਜਿਹੜੀ ਸਮਾਰਟ ਸਿਟੀਜ਼ ਹੈ ਉਹ ਇਹ ਪੰਜਾਬ ਦੇ 3 ਸਿਟੀਜ਼ ਹੈ ਜੀ ਜਿਨ੍ਹਾਂ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਉਹਦੇ ਲਈ 296 ਕਰੋੜ ਮਖਸੂਸ ਕੀਤੇ ਗਏ ਹੈ ਔਰ ਪੰਜਾਬ ਦੇ ਜਿਹੜੇ ਬਾਕੀ ਮਿਊਨਿਸਪਲ ਏਰੀਆਜ਼ ਹੈ ਜੀ 167 ਸ਼ਹਿਰ ਜਾਂ ਮੰਡੀਆਂ ਕਹਿ ਲਓ ਉਹਨਾਂ ਲਈ 300 ਕਰੋੜ ਰੁਪਇਆ ਕਿਉਂਕਿ ਕਈ ਮੰਡੀਆਂ ਦੇ ਵਿੱਚ ਜੀ ਕਿਸੇ ਨੇ ਪਾਰਕ ਬਣਾਉਣਾ ਹੈ ਕਿਸੇ ਨੇ ਗਲੀ ਬਣਾਉਣੀ ਹੈ ਕਿਸੇ ਨੇ ਕੋਈ ਮੇਨਟੇਨੈਂਸ ਕਰਨੀ ਹੈ ਇਹ ਉਹਦੇ ਵਾਸਤੇ ਕੀਤਾ ਗਿਆ ਸਪੀਕਰ ਸਾਹਿਬ ਇੱਕ ਨਵੀਂ ਸਕੀਮ ਜਿਹੜੀ ਔਰ ਉਹਦੇ ਲਈ ਅੰਮ੍ਰਿਤਸਰ ਫੇਰ ਸਿਲੈਕਟ ਹੋ ਗਿਆ ਇਹ ਪੰਜਾਬ ਸਰਕਾਰ ਨੇ ਨਹੀਂ ਸਿਲੈਕਟ ਕੀਤਾ ਇਹ ਗਵਰਨਮੈਂਟ ਆਫ ਇੰਡੀਆ ਇੱਕ ਕੰਪੀਟੀਸ਼ਨ 'ਚੋਂ ਸਿਲੈਕਟ ਹੋਇਆ ਇਹ ਹੈ ਜੀ ਪ੍ਰੋਜੈਕਟ ਔਨ ਸਸਟੇਨੇਬਿਲਿਟੀ ਮੋਬਿਲਿਟੀ ਅੰਮ੍ਰਿਤਸਰ ਇਹਦੇ ਵਿੱਚ ਈ ਰਿਕਸ਼ਾਜ਼ ਈ ਟੈਕਸੀਜ਼ ਈ ਬੱਸਸ ਔਰ ਇੱਕ 168 ਕਰੋੜ ਦਾ ਇਹ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਸਿਰਫ 40 ਕਰੋੜ ਹੋਣਾ ਹੈ ਇਹ 40 ਕਰੋੜ ਹਿੱਸਾ ਇਸ ਬਜਟ 'ਚ ਅਸੀਂ ਰੱਖਿਆ ਹੋਇਆ ਹੈ ਸਪੀਕਰ ਸਾਹਿਬ ਮਿਊਨਿਸਪਲ ਡਿਵੈਲਪਮੈਂਟ ਫੰਡ ਪੈਰਾ 140 12.7 ਪ੍ਰਧਾਨ ਮੰਤਰੀ ਆਵਾਸ ਯੋਜਨਾ ਅਰਬਨ ਵਾਸਤੇ 234 ਕਰੋੜ ਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਇਹਦੇ ਲਈ ਪੀਪੀਪੀ ਮੋਡ ਤੇ EWS ਨਾਲ ਬਣ ਰਹੇ ਪਟਿਆਲਾ 'ਚ 176 ਔਰ ਲੁਧਿਆਣਾ ਵਾਸਤੇ 26.67 ਕਰੋੜ ਇਹਦੇ ਨਾਲ 394 ਮਕਾਨ ਜਿਹੜੇ ਬਣਨਗੇ ਸਪੀਕਰ ਸਾਹਿਬ ਮੈਂ ਆਉਣਾ ਪੈਰਾ 145 ਔਰ ਇਹਦੇ ਵਿੱਚ ਜਿਹੜਾ ਪਾਵਰ ਦਾ ਸਾਡਾ ਸਪੀਕਰ ਸਾਹਿਬ ਐਗਰੀਕਲਚਰਲ ਕੰਜ਼ਿਊਮਰਸ ਨੂੰ ਤਾਂ ਫ੍ਰੀ ਬਿਜਲੀ ਦਿੱਤੀ ਜਾ ਰਹੀ ਸੀ ਇਸ ਦੇ ਨਾਲ 200 ਯੂਨਿਟ ਜਿਹਦੇ ਵਿੱਚ SC BC ਨੌਨ SC ਬਟ BPL ਤੇ ਡੋਮੈਸਟਿਕ ਕੰਜ਼ਿਊਮਰ ਸੀ ਸਪੀਕਰ ਸਾਹਿਬ 200 ਯੂਨਿਟ ਫ੍ਰੀ ਸੀ ਪਰ ਉਹ ਕੈਪ ਸੀ ਕਿ ਜੇ ਤੁਸੀਂ 3000 ਯੂਨਿਟ ਤੋਂ ਜ਼ਿਆਦਾ ਕਰਦੇ ਹੋ ਤਾਂ ਦੈਨ ਯੂ ਆਰ ਨਾਟ ਐਲੀਜੀਬਲ ਉਹ ਕੈਬਨਿਟ ਨੇ ਉਹ ਕੈਪ ਖਤਮ ਕਰਤਾ ਹੈ ਔਰ ਇਸ ਸਾਲ
ਇਹ ਜਿਹੜੇ ਕੰਜ਼ਿਊਮਰਸ ਹੈ, ਡੋਮੈਸਟਿਕ ਕੰਜ਼ਿਊਮਰਸ ਹੈ, ਇਹਦੇ ਲਈ 1916 ਕਰੋੜ ਰੁਪਇਆ ਇਹ ਵੀ ਬਜਟ ਦਾ ਹਿੱਸਾ ਹੈ। ਸਪੀਕਰ ਸਾਹਿਬ ਮੈਂ ਹੁਣ ਆਨਾ ਜੀ ਮੈਂ ਕਾਂਗਰਸ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ 100 147 ਤੇ ਸਪੀਕਰ ਸਾਹਿਬ ਬਿਜਲੀ ਬੋਰਡ ਨੇ ਜਿਹੜੇ ਬਿੱਲਾਂ ਦੀ ਅਦਾਇਗੀ ਹੈ ਇਹ ਪੇਟੀਐਮ ਤੇ ਭੀਮ ਤੇ ਆਰਟੀਜੀਐਸ ਵਗੈਰਾ ਜਿਹੜੀ ਡਿਜੀਟਲ ਪੇਮੈਂਟ ਸ਼ੁਰੂ ਕਰ ਲਈ ਹੈ ਔਰ ਇਸ ਸਾਲ ਤਕਰੀਬਨ 50% ਬਿੱਲ ਜਿਹੜੇ ਹੈ ਉਹ ਨਾਨ ਕੈਸ਼ ਤੇ ਹੋ ਗਏ। 10,000 ਕਰੋੜ ਦੀ 10,300 ਕਰੋੜ ਦੀ ਪੇਮੈਂਟ ਲੋਕਾਂ ਨੇ ਕ੍ਰੈਡਿਟ ਕਾਰਡ ਜਾਂ ਆਰਟੀਜੀਐਸ ਵਗੈਰਾ ਇਹ ਮਹਿਕਮਾ ਹੈ ਐਂਡ ਪੰਜਾਬ ਇਜ਼ ਪ੍ਰੋਬਬਲੀ ਵਨ ਆਫ ਦ ਬਿਗੇਸਟ ਅਚੀਵਰਸ ਇਨ ਦਿਸ। ਸਪੀਕਰ ਸਾਹਿਬ ਮੈਂ ਹੁਣ ਆਉਣਾ ਪੈਰਾ 149 ਸਪੀਕਰ ਸਾਹਿਬ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਤੇ ਇੰਡੀਅਨ 에ਅਰ ਫੋਰਸ ਨੇ ਇਜਾਜ਼ਤ ਦਿੱਤੀ ਹੈ ਕਿ ਹਲਵਾਰਾ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦਾ ਕਾਰਗੋ ਤੇ ਪੈਸੇਂਜਰ ਟਰਮੀਨਲ ਤੇ 에ਅਰਪੋਰਟ ਜਿਹੜਾ ਬਣਾਉਣ ਦੀ ਇਜਾਜ਼ਤ ਉਹਨਾਂ ਨੇ ਦਿੱਤੀ ਹੈ ਔਰ ਮੈਨੂੰ ਇਸ ਗੱਲ ਦਾ ਔਰ ਅਸੀਂ ਉਹ ਜੁਆਇੰਟ ਵੈਂਚਰ ਤੇ ਅਸੀਂ ਦਸਤਖਤ ਵੀ ਕਰ ਲਿਆ ਪੰਜਾਬ ਸਰਕਾਰ ਨੇ ਔਰ ਸਪੀਕਰ ਸਾਹਿਬ ਇਹਦਾ ਮਾਸਟਰ ਪਲਾਨ 'ਚ ਵੀ ਇਹਨੂੰ ਇਨਕਲੂਡ ਕਰ ਲਿਆ ਕਿ ਗ੍ਰੇਟਰ ਲੁਧਿਆਣਾ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਸੈਂਟਰਲ ਪੰਜਾਬ ਦੀ ਤਰੱਕੀ ਹੈ ਇਸ 에ਅਰਪੋਰਟ ਦੇ ਆਉਣ ਨਾਲ ਤੇ ਉਹ ਨਵੀਂ ਮਾਸਟਰ ਪਲਾਨ ਨਾਲ ਇਹਨੂੰ ਬਹੁਤ बढ़ावा मिलेगा। स्पीकर साहब मैं पैरा 151 ਤੇ ਆਉਣਾ ਔਰ 151 ਜੀ रोड्स एंड ब्रिजेस सड़कों ਤੇ पुल पिछले साल 1095 करोड़ इस शोबे ਨੂੰ ਦਿੱਤਾ ਸੀ। इस साल ਇਹਦੇ ਚ 30% ਦਾ ਇਜ਼ਾਫਾ ਕੀਤਾ ਜੀ ਤੇ 1312 ਕਰੋੜ ਰੁਪਇਆ ਇਸ ਸਾਲ ਮਖਸੂਸ ਕੀਤਾ ਗਿਆ ਔਰ ਇਹਦੇ ਵਿੱਚ ਮੈਂ ਜਿਹੜੇ RUB ਬਣਨੇ ਰੇਲ ਅੰਡਰ ਬ੍ਰਿਜਸ ਉਹਦੇ ਚ ਮੁਰਿੰਡਾ ਤਰਨਤਾਰਨ ਸਿਰਹੰਦ ਤੇ ਮੰਡੀ ਗੋਬਿੰਦਗੜ੍ਹ ਤੇ ਇਹਦੇ ਨਾਲ ਰੇਲ ਅੰਡਰ ਬ੍ਰਿਜ ਜਿਹੜੇ ਹੈ ਦੀਨਾਨਗਰ ਨੀਅਰ ਗੱਡੀ ਨਾਲਾ ਪਠਾਨਕੋਟ ਤੇ ਨਲਵਾ ਨਾਲਾ ਮੋਹਾਲੀ ਤੇ ਰਤਨਗੜ੍ਹ ਤੇ ਜਲੰਧਰ ਦੇ ਵਿੱਚ ROB ਰੇਲ ਓਵਰਬ੍ਰਿਜ ਵੀ ਬਣਾਉਣ ਦੀ ਤਜਵੀਜ਼ ਹੈ ਔਰ ਇਹਨਾਂ ਲਈ 198 ਕਰੋੜ ਰੁਪਇਆ ਰੱਖਿਆ ਗਿਆ। ਨਬਾਰਡ ਦੇ ਵਿੱਚ ਨਬਾਰਡ ਕਿਉਂਕਿ ਰੂਰਲ ਫੰਡਿੰਗ ਕਰਦਾ 48 ਕਰੋੜ ਰੁਪਇਆ ਰੂਰਲ ਰੋਡਸ ਵਾਸਤੇ ਰੱਖਿਆ ਗਿਆ। ਇਸੇ ਤਰ੍ਹਾਂ ਸਪੀਕਰ ਸਾਹਿਬ ਜਿਹੜੀ ਪੁਰਾਣੀਆਂ ਸੜਕਾਂ ਹੈ ਜਿਹੜੀਆਂ ਸਾਡੀਆਂ ਲਿੰਕ ਰੋਡਸ ਹੈ 10 ਸਾਲ ਅਕਾਲੀ ਦਲ ਦੀ ਜਿਹੜੀ ਸਰਕਾਰ ਰਹੀ ਉਹਨਾਂ ਨੇ 42,000 ਕਿਲੋਮੀਟਰ ਲਿੰਕ ਰੋਡ ਦੀ ਮੁਰੰਮਤ ਕੀਤੀ ਔਰ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਨੇ 2 ਸਾਲਾਂ ਚ 62,000 ਕਰੋੜ ਦੀ ਲਿੰਕ ਰੋਡ ਮੁਰੰਮਤ 31,000 ਮੁਕੰਮਲ ਹੋ ਚੁੱਕੀ ਹੈ ਔਰ ਬਾਕੀ 31,000 ਇਸ ਆਉਣ ਵਾਲੇ ਸਾਲ ਚ ਇਹ ਮੁਕੰਮਲ ਹੋ ਜਾਏਗੀ। ਇਹਦੇ ਲਈ 2,000 ਕਰੋੜ ਰੁਪਇਆ ਲਿੰਕ ਰੋਡ ਦੀ ਰਿਪੇਅਰ ਵਾਸਤੇ ਰੱਖਿਆ। ਸਪੀਕਰ ਸਾਹਿਬ ਕਈ ਵਾਰੀ ਕੀ ਹੁੰਦਾ ਸੀ ਕਿ ਇਸ ਹਬੜਾ ਦਬੜੀ ਚ ਵੀ ਨਵੀਆਂ ਚੀਜ਼ਾਂ ਬਣਾਈ ਜਾਈਏ ਔਰ ਜਿਹੜਾ ਸਾਡਾ ਬੁਨਿਆਦੀ ਢਾਂਚਾ ਇਨਫਰਾਸਟ੍ਰਕਚਰ ਪੁਰਾਣਾ ਹੋ ਗਿਆ ਉਹਦੀ ਮੇਨਟੇਨੈਂਸ ਵਾਸਤੇ ਕਈ ਵਾਰੀ ਪੈਸੇ ਨਹੀਂ ਰਹਿੰਦੇ ਸੀ। ਸੋ ਇਸ ਵਾਰੀ ਇਹ ਤਜਵੀਜ਼ ਕੀਤੀ ਹੈ ਕਿ ਜਿੰਨੇ ਵੀ ਸਰਕਾਰ ਦੇ ਸਕੂਲ ਹੈ ਪ੍ਰਾਇਮਰੀ ਹੈ ਮਿਡਲ ਹੈ ਜਾਂ ਸੀਨੀਅਰ ਸੈਕੰਡਰੀ ਸਕੂਲ ਹੈ 75 ਕਰੋੜ ਰੁਪਇਆ ਉਹਨਾਂ ਸਕੂਲਾਂ ਦੀ ਰਿਪੇਅਰ ਵਾਸਤੇ ਅੱਡ ਰੱਖਿਆ ਜੀ। ਨਵੇਂ ਸਕੂਲਾਂ ਵਾਸਤੇ ਨਹੀਂ ਪੁਰਾਣਿਆਂ ਵਾਸਤੇ। ਇਸੇ ਤਰ੍ਹਾਂ ਹੀ ਪੁਲਿਸ ਪੋਸਟ ਵਾਸਤੇ ਰਿਪੇਅਰ ਵਾਸਤੇ 4 ਕਰੋੜ ਔਰ ਜਿਹੜੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਰਿਹਾਇਸ਼ਗਾਹ ਹੈ ਜਿੰਨੀਆਂ ਵੀ ਸਰਕਾਰੀ ਕੁਆਟਰ ਹੈ ਉਹਦੀ ਮੁਰੰਮਤ ਵਾਸਤੇ 44 ਕਰੋੜ ਰੁਪਇਆ ਰੱਖਿਆ ਔਰ ਇਹਦੀ ਅਕਸਰੀਅਤ ਜਿਹੜੀ ਹੈ ਗਰੁੱਪ ਸੀ ਤੇ ਗਰੁੱਪ ਡੀ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਵਾਸਤੇ ਰੱਖਿਆ ਗਿਆ। ਜੁਡੀਸ਼ੀਅਲ ਕੋਰਟ ਕੰਪਲੈਕਸਸ ਵਾਸਤੇ 58 ਕਰੋੜ। ਪੈਰਾ 159 100 ਨਵੀਆਂ ਬੱਸਾਂ ਟਰਾਂਸਪੋਰਟ ਦੇ ਵਿੱਚ ਐਤਕੀ ਪਾਉਣ ਦੀ ਤਜਵੀਜ਼ ਹੈ। ਸਪੀਕਰ ਸਾਹਿਬ 161 ਸਾਡੇ ਪੰਜਾਬ ਦੇ 2 ਇਲਾਕੇ ਜਿਹੜੇ ਹੈ ਉਹ ਪਸਮੰਦਾ ਇਲਾਕੇ ਹੈ ਡਿਫਿਕਲਟ ਏਰੀਆਜ਼ ਹੈ। ਇੱਕ ਬਾਰਡਰ ਦਾ ਇਲਾਕਾ ਇੱਕ ਕੰਢੀ ਦਾ ਇਲਾਕਾ ਔਰ ਤਕਰੀਬਨ 16% ਆਬਾਦੀ ਸਾਡੀ ਬਾਰਡਰ ਤੇ ਰਹਿੰਦੀ ਹੈ ਤੇ ਥਾਮਸ ਪਿਕੇਟੀ ਦਾ ਇੱਕ ਉਹਨਾਂ ਦਾ ਰਿਮਾਰਕ ਹੈ ਜਿਹੜਾ ਕਿ ਦੁਨੀਆ 'ਚ ਬੜਾ ਚੱਲਦਾ ਹੈ। ਉਹ ਕਹਿੰਦਾ ਰਿਫਿਊਜ਼ਿੰਗ ਟੂ ਡੀਲ ਵਿਦ ਨੰਬਰਸ ਰੇਅਰਲੀ ਸਰਵ ਦ ਇੰਟਰਸਟ ਆਫ ਦ ਲੀਸਟ ਵੈਲ ਆਫ। ਯਾਨੀ ਜੇ ਅਸੀਂ ਚਾਹੁੰਦੇ ਹਾਂ ਕਿ ਸੂਬੇ ਦੀ ਗਰੀਬ ਤਰੀਨ ਆਵਾਮ ਦੀ ਅਸੀਂ ਖਿਦਮਤ ਕਰ ਸਕੀਏ ਅਸੀਂ ਨੰਬਰਸ ਤੋਂ ਆਪਣੀ ਅੱਖ ਦੂਰ ਨਹੀਂ ਰੱਖ ਸਕਦੇ। ਔਰ ਸਪੀਕਰ ਸਾਹਿਬ ਮੈਂ ਹਾਊਸ ਨੂੰ ਇਸ ਗੱਲ ਦਾ ਵੀ ਯਕੀਨ ਦਿਵਾਵਾਂਗਾ ਕਿ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਸਰਕਾਰ ਦਾ ਇਹ ਸਾਡੇ ਕੋਲੇ ਪੰਜਾਬ ਦੇ ਲੋਕਾਂ ਦੀ ਜਨਤਾ ਦੀ ਇੱਕ ਇਮਾਨਤ ਹੈ
ਔਰ ਇਸ ਇਮਾਨਤ ਦੇ ਵਿੱਚ ਕਿਤੇ ਖਿਆਨਤ ਨਹੀਂ ਅਸੀਂ ਵਰਤਾਂਗੇ। ਸਾਡੀ ਸਰਕਾਰ ਦਾ ਇੱਕ ਇਹ ਆਇਨ ਤੇ ਅਸੂਲ ਹੈ, ਯਾਨੀ ਮੰਤਰ ਹੈ ਕਿ ਸੂਬੇ 'ਚ ਜੇ ਪਿਛੜੇ ਤੇ ਪਸਮਾਨਦੇ ਇਲਾਕਿਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਨੂੰ ਆਪਣੇ ਫਾਈਨੈਂਸਿਸ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰੀ ਹੈ। ਔਰ ਇਸੇ 'ਚ ਹੀ ਲੋਕਾਂ ਦੀ ਖੁਸ਼ੀ ਹੈ ਔਰ ਇਸੇ ਹੀ ਲੋਕਾਂ ਦੀ ਭਲਾਈ ਹੈ ਔਰ ਇਹ ਸਾਡਾ ਅਵਲ ਤੇ ਆਲਾ ਤਰੀਨ ਫਰਜ਼ ਵੀ ਹੈ। ਸਪੀਕਰ ਸਾਹਿਬ, ਮੇਰਾ ਦਿਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪੰਜਾਬ ਦੇ ਲੋਕ ਸਿਰ ਉੱਚਾ ਚੱਕ ਕੇ ਤਰੱਕੀ ਦੀ ਰਾਹ ਤੇ ਗਾਮਜ਼ਨ ਹੈ ਔਰ ਰਹਿਣਗੇ। ਇਹ ਤੋਂ ਸਾਰਾ ਔਰ ਇਸ ਦਾ ਸਾਰਾ ਦਾਰੋਮਦਾਰ ਤੇ ਜਿਹੜਾ ਸਿਰ ਹੈ ਇਹ ਸਾਡੇ ਜਿਹੜੇ ਮਹਿਬੂਬ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਾਂਦਾ ਹੈ। ਸਪੀਕਰ ਸਾਹਿਬ, ਜਿਵੇਂ ਕਿ ਫਾਈਨੈਂਸ਼ੀਅਲ ਫਿਗਰਸ ਤੇ ਐਸਟੀਮੇਟਸ ਦੱਸਦੇ ਹੈ, ਇਹ ਇੱਕ ਵਾਰੀ ਫੇਰ ਸਾਬਤ ਕਰਤਾ ਹੈ ਕਿ ਜਿਹੜੇ ਪੰਜਾਬੀ ਹੈ ਵੀ ਰਿਫਿਊਜ਼ ਟੂ ਬੀ ਸਵੈਪਟ ਅਵੇ ਬਾਈ ਦ ਕਰੰਟ ਆਫ ਹਿਸਟਰੀ। ਅਸੀਂ ਉਹਨਾਂ ਕੌਮਾਂ ਚੋਂ ਨਹੀਂ ਜਿਹੜੀਆਂ ਕਿ ਹਿਸਟਰੀ ਦੇ ਵਿੱਚ ਗਵਾਚ ਜਾਣਗੀਆਂ। ਬਲਕਿ ਅਸੀਂ ਰੋਜ਼ ਬਰੋਜ਼ ਨਸਲ ਦਰ ਨਸਲ ਅਸੀਂ ਆਪਣਾ ਇਤਿਹਾਸ ਸੁਨਹਿਰੇ ਅੱਖਰਾਂ 'ਚ ਅਸੀਂ ਲਿਖਦੇ ਰਵਾਂਗੇ ਤੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਹੈ ਸਾਡੀਆਂ, ਸਪੀਕਰ ਸਾਹਿਬ, ਉਹਨਾਂ ਨੂੰ ਅਸੀਂ ਇਖਤਿਆਰ ਦੇ ਕੇ ਜਾਵਾਂਗੇ, ਬਾਖਤਿਆਰ ਬਣਾ ਕੇ ਜਾਵਾਂਗੇ। ਲਾਨਤ ਹੈ ਸਾਡੇ ਤੇ ਜੇ ਸਾਡੀਆਂ ਆਉਣ ਵਾਲੀਆਂ ਨਸਲਾਂ ਤੇ ਕਰਜ਼ੇ ਦਾ ਪਰਛਾਵਾਂ ਅਸੀਂ ਛੱਡ ਕੇ ਜਾਈਏ, ਜੇ ਇਸ ਤੰਗੀ ਸਾਡੇ ਤੇ ਛੱਡ ਕੇ ਜਾਈਏ। ਤੇ ਮੈਂ ਇਹ ਜ਼ਿੰਮੇਵਾਰੀਆਂ ਨੂੰ ਮੈਂ ਸਪੀਕਰ ਸਾਹਿਬ ਉਦੋਂ ਤੱਕ ਅੰਜਾਮ ਨਹੀਂ ਦੇ ਸਕਦਾ ਸੀ ਜਦੋਂ ਤੱਕ ਸੀਐਮ ਸਾਹਿਬ ਦਾ ਤੇ ਮੇਰੇ ਤੇ ਸਿਰ ਤੇ ਹੱਥ ਨਾ ਹੁੰਦਾ ਔਰ ਮੈਂ ਪੁਰਜ਼ੋਰ ਤੇ ਅਮਲ ਤਰੀਕੇ ਨਾਲ ਆਪਣਾ ਕੰਮ ਕਰ ਸਕਿਆ। ਇਹ ਸਿਰਫ ਪੰਜਾਬ ਦੇ ਅਜ਼ੀਜ਼ ਲੀਡਰ ਹੀ ਨਹੀਂ ਬਲਕਿ ਮੇਰੇ ਇੱਕ ਬਿਹਤਰੀਨ ਦੋਸਤ ਵੀ ਨੇ। ਤੇ ਇਸ ਵੇਲੇ ਸਪੀਕਰ ਸਾਹਿਬ ਮੈਨੂੰ ਇੱਕ ਪੰਜਾਬ ਦੇ ਇੱਕ ਬੜੇ ਮਹਾਨ ਸਪੂਤ ਹੋਏ ਨੇ, ਜਗਨਨਾਥ ਆਜ਼ਾਦ। ਤੁਸੀਂ ਸ਼ਾਇਦ ਨਾਂ ਸੁਣਿਆ ਹੋਵੇ, ਉਹਨਾਂ ਨੇ ਕੋਈ 300 ਕਿਤਾਬਾਂ ਉਰਦੂ ਸ਼ਾਇਰੀ ਦੀਆਂ ਲਿਖੀਆਂ ਔਰ ਉਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ ਹੈ कि नजर जमती तो क्या जमती, कदम रुकते तो क्या रुकते, कि हमने अपनी मंजिल को भी अपनी राह गुजर समझा। कि मंजिलों ਨੂੰ ਵੀ ਅਸੀਂ ਰਸਤੇ ਹੀ ਸਮਝਿਆ ਜੀ, ਮੰਜ਼ਿਲਾਂ ਵੀ ਟੱਪ ਗਏ, ਕੋਈ ਸੋਚ ਹੀ ਨਹੀਂ ਸਕਦਾ ਸੀ। ਮੈਨੂੰ ਯਾਦ ਹੈ ਇੱਕ ਵਾਰੀ ਜਿੱਦਨ ਕੈਪਟਨ ਸਾਹਿਬ ਨੇ ਸਰਕਾਰ ਸੰਭਾਲੀ ਸੀ ਤਾਂ ਇਹਨਾਂ ਸ਼ਰੀਫਾਂ ਵੱਲੋਂ ਇਹ ਬਿਆਨ ਆਇਆ ਸੀ ਕਿ ਹੁਣ ਦੇਖਾਂਗੇ ਵੀ ਸਰਕਾਰ ਚਲਾਉਂਦੇ ਕਿਵੇਂ ਆ। ਸਪੀਕਰ ਸਾਹਿਬ, ਮੈਂ ਤੁਹਾਡਾ ਤੇ ਹਾਊਸ ਦੇ तमाम ਮੈਂਬਰਾਂ ਦਾ ਮੈਂ ਬੜਾ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਲਿਹਾਜ਼ ਕੀਤਾ। ਮੈਂ ਇੰਨਾ ਕਾਬਲ ਨਹੀਂ ਸੀ ਜਿੰਨਾ ਲਿਹਾਜ਼ ਤੁਸੀਂ ਸਾਰਿਆਂ ਨੇ ਮੇਰਾ ਕੀਤਾ ਔਰ ਮੈਂ ਇਹ ਆਸ ਰੱਖਦਾ ਹਾਂ ਕਿ ਆਇੰਦਾ ਤੋਂ ਵੀ ਤੁਸੀਂ ਉਸੇ ਤਰ੍ਹਾਂ ਹੀ ਹਮ ਕਦਮ ਮੇਰੇ ਨਾਲ ਚੱਲੋਗੇ ਤਾਂ ਕਿ ਸਪੀਕਰ ਸਾਹਿਬ ਆਪਾਂ ਰਲ ਮਿਲ ਕੇ ਧਰਤੀ ਮਾਂ ਨੂੰ ਇੱਜ਼ਤ ਦੇ ਸਕੀਏ, ਧਰਤੀ ਮਾਂ ਨੂੰ ਗੈਰਤ ਦੇ ਸਕੀਏ, ਧਰਤੀ ਮਾਂ ਨੂੰ ਦੁਨੀਆ ਦੀ ਬਰਾਦਰੀ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਉਹਨੂੰ ਉਹ ਮੁਕਾਮ ਦੇ ਸਕੀਏ ਜਿਸ ਦੀ ਇਹ ਹੱਕਦਾਰ ਹੈ। ਔਰ ਸਪੀਕਰ ਸਾਹਿਬ, ਮੇਰਾ ਇੱਕ ਖਤਮ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਬੜਾ ਜ਼ਰੂਰੀ ਤੇ ਪਰ ਉਹ ਬੜਾ ਖੁਸ਼ਨੁਮਾ ਫਰਜ਼ ਹੈ ਕਿ ਮੈਂ ਆਪਣੇ ਮਹਿਕਮੇ ਦੇ ਫਾਈਨੈਂਸ ਤੇ ਪਲੈਨਿੰਗ ਡਿਪਾਰਟਮੈਂਟ ਦੇ ਜਿੰਨੇ ਵੀ ਅਫਸਰ ਹੈ ਔਰ ਜਿੰਨੇ ਵੀ ਅਧਿਕਾਰੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰ ਸਕਾਂ ਕਿਉਂਕਿ ਉਹਨਾਂ ਨੇ ਬੜੀ ਮਿਹਨਤ ਨਾਲ ਰਾਤ ਦੇ 12-12 1-1 ਵਜੇ 2-2 ਵਜੇ ਤੱਕ ਰਾਤ ਨੂੰ ਕੰਮ ਕਰਦੇ ਆ ਔਰ ਫਿਰ ਸਵੇਰੇ 9 ਵਜੇ ਫਿਰ ਹਾਜ਼ਰ ਹੋ ਜਾਂਦੇ ਆ ਔਰ ਉਹਨਾਂ ਦੀ ਮਿਹਨਤ ਸਦਕਾ ਇਹ ਬਜਟ ਜਿਹੜਾ ਹੈ ਇੰਨੀ ਐਕੂਰੇਸੀ ਨਾਲ ਇਹ ਅਸੀਂ ਪੇਸ਼ ਕਰ ਸਕੇ ਔਰ ਸਪੀਕਰ ਸਾਹਿਬ, ਅਖੀਰ ਦੇ ਵਿੱਚ ਮੈਂ ਕਿਸੇ ਵੀ ਸਰਕਾਰ ਨੇ ਕਾਮਯਾਬ ਹੋਣਾ ਹੈ ਤਾਂ ਅਕਾਊਂਟੈਂਟ ਜਨਰਲ ਦੀ ਜਦੋਂ ਤਾਈਂ ਤੁਹਾਨੂੰ ਕੋਈ ਸੇਧ ਨਾ ਮਿਲੇ, ਅਕਾਊਂਟੈਂਟ ਜਨਰਲ ਦੀ ਜੇ ਤੁਹਾਨੂੰ ਹਮਾਇਤ ਨਾ ਮਿਲੇ ਤਾਂ ਸਰਕਾਰ ਜਿਹੜੀ ਹੈ ਖਾਸ ਕਰਕੇ ਡਿਪਾਰਟਮੈਂਟ ਇਹ ਕਾਮਯਾਬ ਨਹੀਂ ਹੋ ਸਕਦਾ। ਸੋ ਇਹ ਹੈ ਤਾਂ ਰਸਮੀ ਪਰ ਮੈਂ ਦਿਲੀ ਤੌਰ ਤੇ ਅੱਜ ਹਾਊਸ ਦੇ ਵਿੱਚ ਅਕਾਊਂਟੈਂਟ ਜਨਰਲ ਸਾਹਿਬ ਦਾ ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਪੀਕਰ ਸਾਹਿਬ, ਮੈਂ ਆਪ ਜੀ ਦਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਤੁਸੀਂ 2019-20 ਦੇ ਬਜਟ ਅਸੈਂਬਲੀ ਵਿੱਚ ਪੇਸ਼ ਕਰਨ ਦਾ ਮੈਨੂੰ ਮੌਕਾ ਫਰਾਹਮ ਕੀਤਾ। ਜੈ ਹਿੰਦ। सदन बुधवार मिति 20 फरवरी 2019 ਨੂੰ 11 ਵਜੇ ਪੂਰਬ ਦੁਪਹਿਰ ਤੱਕ ਸਥਗਿਤ ਹੁੰਦਾ।
ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ। ਅਗਰ ਮੋٹے-ਮੋٹے ਆંકੜਿਆਂ ਤੇ ਨਜ਼ਰ ਮਾਰੀਏ ਤਾਂ 1,58,493 ਕਰੋੜ ਰੁਪਏ ਕੁੱਲ ਆਕਾਰ ਹੈ ਇਸ ਬਜਟ ਦਾ, ਜਿਸ ਦੇ ਵਿੱਚ ਐਕਚੁਅਲ ਬਜਟ 1,26,493 ਕਰੋੜ ਦਾ ਹੈ। ਅਗਰ ਪਿਛਲੇ ਸਾਲ ਦੇ ਮੁਕਾਬਲੇ ਇਸ ਨੂੰ ਕੰਪੇਅਰ ਕਰੀਏ ਤਾਂ 1,29,747 ਕਰੋੜ ਦਾ ਪਿਛਲੇ ਸਾਲ ਕੁੱਲ ਬਜਟ ਸੀ, ਜੋ ਇਸ ਵਾਰ ਵੱਧ ਕੇ 1,58,493 ਕਰੋੜ ਦਾ ਹੋ ਗਿਆ। और एक्चुअल बजट जो पिछले साल 90,000 करोड़ रुपए के करीब सी, वो इस वारी 1,26,493 करोड़ ते पहुंच गया है। कुल प्राप्तियां जड़ियां ने वो 1,54,170 करोड़ रुपए होण गया। और इस दे नाल जड़ियां रेवेन्यू रिसीप्ट्स यानी माली प्राप्तियां जिन्होंने कहा जाता है वो 78,510 करोड़ रुपए, और जिहड़ा मालिया खर्चा है वो 90,197 करोड़ रुपए। सो 12,000 ਕਰੋੜ ਦਾ ਗੈਪ ਜਿਹੜਾ ਹੈ ਉਹ ਇਸ ਦੇ ਵਿੱਚ ਆ ਰਿਹਾ, ਜਿਸ ਨੂੰ ਬਜਟ ਦੀ ਭਾਸ਼ਾ ਦੇ ਵਿੱਚ, ਆંકੜਿਆਂ ਦੀ ਭਾਸ਼ਾ ਦੇ ਵਿੱਚ ਰੈਵਨਿਊ ਡੈਫਿਸਿਟ ਕਿਹਾ ਜਾਂਦਾ ਹੈ। ਵਣਜੀ ਘਾਟਾ ਵੀ ਇਸ ਨੂੰ ਕਹਿ ਦਿੰਦੇ ਨੇ। ਇਹ ਕੁਝ ਫਿਗਰਾਂ ਨੇ ਜਿਹੜੀਆਂ ਮਨਪ੍ਰੀਤ ਬਾਦਲ ਵੱਲੋਂ ਆਪਣੇ ਇਸ ਬਜਟ ਵਿੱਚ ਪੇਸ਼ ਕੀਤੀਆਂ ਗਈਆਂ ਨੇ। ਉਸ ਤੋਂ ਇਲਾਵਾ ਵੱਖ-ਵੱਖ ਜਿਹੜੇ ਸੈਕਟਰ ਨੇ ਉਹਨਾਂ ਦੇ ਲਈ ਪੈਸਾ ਰੱਖਿਆ ਗਿਆ ਹੈ। ਵੱਖ-ਵੱਖ ਖੇਤਰ ਜਿਹੜੇ ਸਿੱਖਿਆ ਦਾ, ਸਿਹਤ ਦਾ, ਹੋਰ ਜਿਹੜੀਆਂ ਸਮਾਜ ਭਲਾਈ ਸਕੀਮਾਂ ਨੇ, ਹੋਰ ਜਿਹੜੇ ਪੈਨਸ਼ਨਰਸ ਨੇ, ਹਰ ਵਰਗ ਦੇ ਲਈ ਕੁਛ ਨਾ ਕੁਛ ਰਾਸ਼ੀ ਜਿਹੜੀ ਹੈ ਉਹ ਰੱਖੀ ਗਈ ਹੈ, ਜੋ ਇਸ ਪੂਰੇ ਸਾਲ ਦੇ ਵਿੱਚ ਉਹਨਾਂ ਨੂੰ ਐਲੋਕੇਟ ਕੀਤੀ ਜਾਣੀ ਹੈ। ਪਰ ਇੱਕ ਖੂਬੀ ਇਹ ਵੀ ਰਹੀ ਹੈ ਇਸ ਵਾਰ ਦੇ ਬਜਟ ਦੀ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਔਰ ਉਮੀਦਾਂ ਜਿਹੜੀਆਂ ਸੀ ਇਸ ਬਜਟ ਤੋਂ ਬਹੁਤ ਜ਼ਿਆਦਾ ਸੀ। ਖਾਸ ਕਰਕੇ ਪੈਨਸ਼ਨ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀ ਉਹ 750 ਰੁਪਇਆ ਹੀ ਰਹੇਗੀ। ਇੱਕ ਹੋਰ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੈਟਰੋਲ ਡੀਜ਼ਲ ਤੇ ਵੈਟ। ਇਸ ਵੇਲੇ ਦੀ ਵੱਡੀ ਖਬਰ, ਪੈਟਰੋਲ ਡੀਜ਼ਲ ਤੇ ਵੈਟ ਘਟਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਐਲਾਨ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ। 5 ਰੁਪਏ ਪੈਟਰੋਲ ਦਾ ਰੇਟ ਅੱਜ ਪੰਜਾਬ ਦੇ ਵਿੱਚ ਘਟ ਜਾਏਗਾ। ਅੱਜ ਰਾਤ ਤੋਂ ਇਹ ਰੇਟ ਜਿਹੜੇ ਨੇ ਉਹ ਲਾਗੂ ਹੋ ਜਾਣਗੇ, ਔਰ 1 ਰੁਪਇਆ ਡੀਜ਼ਲ ਦੇ ਰੇਟ ਦੇ ਵਿੱਚ ਕਮੀ ਕੀਤੀ ਗਈ ਹੈ। ਮਨਪ੍ਰੀਤ ਬਾਦਲ ਵੱਲੋਂ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਗਿਆ ਕਿ ਉਹ ਦੂਸਰੇ ਰਾਜਾਂ ਦੇ ਮੁਕਾਬਲੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲੈ ਕੇ ਆਉਣਗੇ। ਵਾਰ-ਵਾਰ ਇਹ ਮੁੱਦਾ ਉੱਠਦਾ ਸੀ ਕਿ ਪੰਜਾਬ ਦੇ ਵਿੱਚ ਦੂਸਰੇ ਰਾਜਾਂ ਦੇ ਮੁਕਾਬਲੇ ਪੈਟਰੋਲ ਡੀਜ਼ਲ ਦੀ ਕੀਮਤ ਜ਼ਿਆਦਾ ਹੈ, ਜੋ ਮਨਪ੍ਰੀਤ ਬਾਦਲ ਵੱਲੋਂ ਆਪਣੀ ਬਜਟ ਸਪੀਚ ਦੇ ਵਿੱਚ ਬਕਾਇਦਾ ਲਿਖੀ ਵੀ ਗਈ ਹੈ। ਔਰ ਉਹਨਾਂ ਵੱਲੋਂ ਇਹ ਮੰਨਿਆ ਵੀ ਗਿਆ ਇਸ ਸਪੀਚ ਦੇ ਦੌਰਾਨ, ਇਸ ਭਾਸ਼ਣ ਦੇ ਦੌਰਾਨ, ਕਿ ਪੰਜਾਬ ਦੇ ਵਿੱਚ ਇਹ ਕੀਮਤਾਂ ਜ਼ਿਆਦਾ ਨੇ। ਇਸ ਕਰਕੇ ਵੈਟ ਘਟਾਉਣ ਦਾ ਫੈਸਲਾ ਲਿਆ ਗਿਆ ਹੈ। ਔਰ ਇਸ ਵੈਟ ਘਟਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਪੈਟਰੋਲ 5 ਰੁਪਏ ਤੇ ਡੀਜ਼ਲ ਦੇ ਵਿੱਚ 1 ਰੁਪਏ ਦੀ ਕਟੌਤੀ ਹੋਏਗੀ। ਅੱਜ ਰਾਤ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ। ਸੋ ਬਜਟ ਦਾ ਇੱਕ ਵੱਡਾ ਰਿਲੀਫ ਜਿਹੜਾ ਹੈ ਪੰਜਾਬ ਦੇ ਆਵਾਮ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਨਤਾ ਨੂੰ ਇਹ ਸਮਝ ਸਕਦੇ ਹਾਂ। ਵਾਰ-ਵਾਰ ਇਹ ਮੁੱਦਾ ਉੱਠਦਾ ਸੀ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਨੇ ਉਹ ਰੇਟ ਪੰਜਾਬ ਦੇ ਮੁਕਾਬਲੇ, ਚੰਡੀਗੜ੍ਹ ਜਾਂ ਹਰਿਆਣਾ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁਕਾਬਲੇ ਇੱਥੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਬਹੁਤ ਘੱਟ ਨੇ। ਪਰ ਹੁਣ ਵੈਟ ਘਟਾਉਣ ਤੋਂ ਬਾਅਦ ਪੈਟਰੋਲ ਦੇ ਵਿੱਚ 5 ਰੁਪਏ ਦਾ ਪ੍ਰਤੀ ਲੀਟਰ ਔਰ ਡੀਜ਼ਲ ਦੇ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋਏਗੀ। ਅੱਜ ਰਾਤ 12 ਵਜੇ ਤੋਂ ਇਹ ਜਿਹੜੀਆਂ ਕੀਮਤਾਂ ਨੇ ਇਹ ਲਾਗੂ ਹੋ ਜਾਣਗੀਆਂ। ਸੋ ਪੰਜਾਬ ਸਰਕਾਰ ਦਾ ਇੱਕ ਵੱਡਾ ਤੋਹਫਾ ਇਸ ਨੂੰ ਕਹਿ ਸਕਦੇ ਹਾਂ ਪੰਜਾਬ ਦੇ ਉਪਭੋਗਤਾਵਾਂ ਨੂੰ, ਪੰਜਾਬ ਦੇ ਆਵਾਮ ਨੂੰ, ਪੰਜਾਬ ਦੀ ਜਨਤਾ ਨੂੰ, ਕਿ ਪੈਟਰੋਲ ਡੀਜ਼ਲ ਦੇ ਰੇਟ ਦੇ ਵਿੱਚ ਕਟੌਤੀ ਹੋਈ ਹੈ। डॉक्टर प्यारे लाल गर्ग पॉलिटिकल एनालिस्ट ने साडे नाल स्टूडियो च। डॉक्टर साहब छोटा जिहा कमेंट इसे डिसीजन ते इसका जिक्र भी हो रहा सी। ਪੈਟਰੋਲ ਲੈਂਦੇ ਸੀ, ਕਾਫੀ ਸਾਰਾ ਪੈਟਰੋਲ ਜਿਹੜਾ ਹੈ ਜਿਹਦੇ ਉੱਤੇ ਇਹਨਾਂ ਨੂੰ ਬਰਾਬਰ ਲਿਆਉਣ ਵਾਸਤੇ ਕਾਫੀ ਕੋਸ਼ਿਸ਼ ਕਰੀ ਜਾਣੀ ਚਾਹੀਦੀ ਸੀ ਕਿ ਅਸੀਂ ਆਸਮਾਨ ਦੇ ਵਿੱਚ ਦਬਾਅ ਵੀ ਸੀਗਾ ਕਾਫੀ, ਤੇ ਦਬਾਅ ਵੀ ਸੀ ਕਿ ਤੁਸੀਂ ਇਹਨੂੰ ਘਟਾਓ। ਸੋ ਇਹ ਤਾਂ ਇੱਕ ਫੈਸਲਾ ਤਾਂ ਠੀਕ ਹੈ, ਪਰ ਇਹ ਜਿਹੜਾ ਰੈਵਨਿਊ ਇਹਨਾਂ ਦਾ, ਕਿਉਂਕਿ ਇਹਨਾਂ ਦਾ ਪੈਟਰੋਲ ਚੋਂ ਡੀਜ਼ਲ ਚੋਂ ਜ਼ਿਆਦਾ ਰੈਵਨਿਊ, ਉਸ ਤੇ ਵੀ ਫਰਕ ਪਏਗਾ, ਉਹਦੇ ਉੱਤੇ ਫਰਕ ਪਏਗਾ। ਯਾਦਵਿੰਦਰ ਮੇਰੇ ਸਹਿਯੋਗੀ ਜੁੜੇ ਨੇ ਵਿਧਾਨ ਸਭਾ ਤੋਂ। ਯਾਦਵਿੰਦਰ, ਵੱਡਾ ਫੈਸਲਾ, ਵੱਡੀ ਰਿਲੀਫ ਦੇ ਤੌਰ ਤੇ ਸਰਕਾਰ ਇਸ ਨੂੰ ਮਤਲਬ ਕਲੇਮ ਕਰ ਸਕਦੀ ਹੈ, ਔਰ ਨਾਲ ਦੀ ਨਾਲ ਇਹ ਵੀ ਸਵਾਲ ਹੈ ਇਸ ਤੋਂ ਬਾਅਦ ਕਿ ਹੁਣ ਰੈਵਨਿਊ ਤੇ ਵੀ ਇਸ ਦਾ ਫਰਕ ਤਾਂ ਜ਼ਰੂਰ ਪਏਗਾ।
ਦੇਖੋ ਅਸਲ 'ਚ ਜਿਹੜੀ ਗੱਲ ਦੀ ਆਪਾਂ ਉਮੀਦ ਕਰ ਰਹੇ ਸੀ ਉਹ ਇੱਕੋ ਹੀ ਗੱਲ ਆ ਗਈ ਕਿ ਜਿਹੜੀ ਵੋਟਾਂ ਨੂੰ ਲੈ ਕੇ ਜੇ ਤੁਸੀਂ ਦੇਖੋਗੇ ਇਸ ਬਜਟ ਦਾ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਇਹ ਅਨਾਉਂਸਮੈਂਟ ਹੈਗੀ ਜਿਹੜੀ ਵੋਟਾਂ ਦੇ ਜ਼ਰੀਏ ਕਿਉਂਕਿ ਚੋਣਾਂ ਆ ਰਹੀਆਂ ਨੇ ਲੋਕ ਸਭਾ ਦੀਆਂ ਗੱਲ ਕਰ ਰਹੇ ਸੀ ਆਪਾਂ ਇਸ ਬਜਟ ਨੂੰ ਲੈ ਕੇ। ਹਾਂ ਲੋਕ ਸਭਾ ਚੋਣਾਂ ਦਾ ਜਿਹੜਾ ਹੁਣ ਤੱਕ ਇਹ ਦੇਖਿਆ ਰਿਹਾ ਕਿ ਕੋਈ ਵੱਡੀ ਰਾਹਤ ਨਹੀਂ ਤਾਂ ਇੱਕੋ ਹੀ ਇਹ ਵੱਡੀ ਰਾਹਤ ਆ ਜਿਹਦੇ ਜ਼ਰੀਏ ਕਾਂਗਰਸ ਇੱਕ ਵੱਡਾ ਪ੍ਰਚਾਰ ਇਕਨੋਮਿਕ ਫਰੰਟ ਦੇ ਉੱਤੇ ਆਰਥਿਕ ਫਰੰਟ ਦੇ ਉੱਤੇ ਕਾਂਗਰਸ ਇਸ ਗੱਲ ਦਾ ਪ੍ਰਚਾਰ ਕਰੇਗੀ ਕਿ ਦੇਖੋ ਅਸੀਂ ਬਾਕੀ ਚੀਜ਼ਾਂ ਨਹੀਂ ਅਸੀਂ ਕਿੰਨੀ ਵੱਡੀ ਗੱਲ ਕੀਤੀ ਹੈਗੀ। ਤਾਂ ਇਹ ਇੱਕ ਮਾਰਕੇਬਾਜ਼ੀ ਹੈ ਜਿਹੜੀ ਇਸ ਬਜਟ ਦੇ ਅੰਦਰ ਜਾਂ ਇੱਕ ਸਪੀਚਾਂ ਦੇ ਅੰਦਰ ਭਾਸ਼ਣਾਂ ਅੰਦਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੂ ਪੂਰੇ ਪੰਜਾਬ ਦੇ ਅੰਦਰ ਕਿ ਕਾਂਗਰਸ ਨੇ ਕਿੰਨਾ ਵੱਡਾ ਸਟੈਪ ਲਿਆ। ਤਾਂ ਜਿਵੇਂ ਆਪਾਂ ਦੇਖਦੇ ਹੁੰਦੇ ਹਾਂ ਕਿ ਬਜਟ ਸੈਸ਼ਨ ਦੇ ਅੰਦਰ ਇੱਕ ਇਹੀ ਜਿਹੀ ਕੋਈ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹਦੇ ਜ਼ਰੀਏ ਆਪਣੀ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਬਣੇ ਔਰ ਕਿਸ ਤਰ੍ਹਾਂ ਕਾਂਗਰਸ ਦੇ ਪੱਖ 'ਚ ਮਾਹੌਲ ਬਣੇ ਉਸ ਚੀਜ਼ ਨੂੰ ਲੈ ਕੇ ਇਹ ਅਨਾਉਂਸਮੈਂਟ ਉਸੇ ਨੂੰ ਮੁੱਖ ਰੱਖ ਕੇ ਕੀਤੀ ਗਈ। ਪਿਛਲੇ ਦਿਨਾਂ 'ਚ ਤੁਸੀਂ ਹੋਰ ਵੀ ਅਨਾਉਂਸਮੈਂਟਾਂ ਦੇਖੋਗੇ ਸਰਕਾਰ ਦੀਆਂ ਚਾਹੇ ਉਹ ਬਿਜਲੀ ਦੀਆਂ ਜਿਹੜੀਆਂ ਗਰੀਬ ਪਰਿਵਾਰ ਨੇ ਦਲਿਤ ਪਰਿਵਾਰ ਨੇ ਉਹਨਾਂ ਦੀਆਂ ਯੂਨਿਟਾਂ ਦੇ ਅੰਦਰ ਵਾਅਦਾ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਨਹੀਂ ਬਿੱਲ ਆਊਗਾ ਇੰਨੀਆਂ ਯੂਨਿਟਾਂ ਤੱਕ ਜਾਂ ਕੁਝ ਹੋਰ ਵੀ ਅਨਾਉਂਸਮੈਂਟ ਜਾਂ ਸਮਾਰਟਫੋਨ ਦੀ ਗੱਲ ਹੋ ਰਹੀ ਹੈ ਤਾਂ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਜ਼ਰੀਏ ਪਾਪੂਲਰ ਇੱਕ ਤਰ੍ਹਾਂ ਦੀ ਪਾਪੂਲਿਸਟ ਸਟੇਟਮੈਂਟ ਹੈ ਜਿਹਦੇ ਜ਼ਰੀਏ ਵੋਟਾਂ ਦਾ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਯਾਦਵਿੰਦਰ ਕੀ ਮਨਪ੍ਰੀਤ ਬਾਦਲ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਇਸ ਫੈਸਲੇ ਦੇ ਨਾਲ ਉਹਨਾਂ ਦੇ ਬਜਟ ਤੇ ਕੀ ਅਸਰ ਪਏਗਾ? ਦੇਖੋ ਸਪਸ਼ਟ ਉਹ ਕਰਨਗੇ ਬਿਲਕੁਲ ਜਿਵੇਂ ਡਾਕਟਰ ਪਿਆਰਾ ਗਰਗ ਕਹਿ ਰਹੇ ਸੀਗੇ ਕਿ ਰੈਵਨਿਊ ਘਟੇਗਾ ਸਰਕਾਰ ਦਾ ਤਾਂ ਉਹ ਹੁਣ ਹਾਲਾਂਕਿ ਹੋਣਾ ਇਹ ਚਾਹੀਦਾਗਾ ਕਿ ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਸਾਡੀ ਸੁਸਾਇਟੀ ਕ੍ਰਾਈਸਿਸ 'ਚ ਆ ਗਈ ਚਾਹੇ ਉਹ ਦਲਿਤ ਪਰਿਵਾਰ ਨੇ ਚਾਹੇ ਕਿਸਾਨ ਨੇ ਚਾਹੇ ਬਹੁਤ ਗਰੀਬ ਨੇ ਉਹਨਾਂ ਲਈ ਹੋਣਾ ਚਾਹੀਦਾ ਕਿਉਂਕਿ ਪਰ ਸਰਕਾਰ ਦੇਖਦੀ ਹੈ ਕਿ ਮਿਡਲ ਕਲਾਸ ਇਹ ਮਿਡਲ ਕਲਾਸ ਲਈ ਵਧੀਆ ਹੈ ਗਰੀਬਾਂ ਦੇ ਅੰਦਰ ਵੀ ਹੈ ਮਿਡਲ ਕਲਾਸ ਲਈ ਵੀ ਹਰ ਬੰਦੇ ਕੋਲ ਮੋਟਰਸਾਈਕਲ ਵੀ ਹੈ ਸਕੂਟਰ ਵੀ ਹੈ ਸਾਰੀਆਂ ਚੀਜ਼ਾਂ ਬੇਮਾਇਨੇ ਹੈ ਜੇ ਇਫ ਦ ਫਿਸਕਲ ਪੋਜੀਸ਼ਨ ਜਿਹੜੀ ਹੈ ਉਹ ਵੀਕ ਹੈ ਇਫ ਦ ਨੰਬਰਸ ਰੈਵਨਿਊ ਡੈਫਿਸਿਟ ਫਿਸਕਲ ਡੈਫਿਸਿਟ ਐਂਡ ਆਲ ਜੇ ਉਹ ਕਾਬੂ ਤੋਂ ਬਾਹਰ ਹੈ ਜੇ ਤੁਹਾਡੀ ਡੈਟ ਕਾਬੂ ਤੋਂ ਬਾਹਰ ਹੈ ਔਰ ਮੈਂ ਇਸ ਗੱਲ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਹੈ ਔਰ ਮੈਂ ਰਿਕਾਰਡ 'ਚ ਵੀ ਲਿਆਉਣਾ ਚਾਹੁੰਦਾ ਕਿ ਪਿਛਲੇ 2 ਸਾਲਾਂ 'ਚ ਜੋ ਵੀ ਫਾਈਨੈਂਸ ਨੇ ਐਡਵਾਈਸ ਦਿੱਤੀ ਮੁੱਖ ਮੰਤਰੀ ਨੂੰ ਫਾਈਲ ਤੇ ਦਿੱਤੀ ਇੱਕ ਵਾਰੀ ਵੀ ਨਹੀਂ ਹੋਇਆ ਕਿ ਉਹਨਾਂ ਨੇ ਫਾਈਲ ਤੇ ਓਵਰਰਾਈਡ ਕੀਤਾ ਜੋ ਫਾਈਲ ਔਰ ਵੀ ਹੈਡ ਅ free hand in running the department for which I am actually thankful to him and so ਅਸੀਂ ਹੁਣ ਉਸ ਸਥਿਤੀ ਤੇ ਆ ਗਏ ਹੈ ਜਿੱਥੇ ਕਿ ਸਾਡੇ ਜਿੰਨੇ ਵੀ ਫਾਈਨੈਂਸ਼ੀਅਲ ਇੰਡੀਕੇਟਰਸ ਹੈ ਚਾਹੇ ਉਹ ਸ਼ਾਇਦ ਤੁਹਾਨੂੰ ਸਰਕੂਲੇਟ ਕਰ ਵੀ ਦਿੱਤਾ ਹੈ ਉਹ ਹੁਣ ਕੰਟਰੋਲ ਚ ਆਉਂਦੇ ਜਾ ਰਹੇ ਹੈ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜਿਹੜਾ ਖੁਸ਼ੀ ਦੀ ਗੱਲ ਇਹ ਹੈ ਕਿ ਬੜੇ ਸਾਲਾਂ ਬਾਅਦ ਔਰ ਇਹ ਆਡਿਟਡ ਏਜੀ ਦੇ ਆਡਿਟਡ ਰਿਜ਼ਲਟ ਤਾਂ 17-18 ਦੇ ਆ ਚੁੱਕੇ ਹੈ ਪਹਿਲੀ ਵਾਰ ਹੋਇਆ ਕਿ ਪੰਜਾਬ ਜਿਹੜਾ ਹੈ ਉਹ ਪ੍ਰਾਇਮਰੀ ਸਰਪਲਸ ਚਲਾ ਗਿਆ ਐਂਡ ਉਹ ਏਜੀ ਦੇ ਜਿਹੜੇ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਹੈ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਇੰਟਰਸਟ ਟੂ TRR ਹੈ ਉਹ 16-17 ਚ 24 ਸੀ 17-18 ਚ 28 ਰਹਿ ਗਈ 18-19 ਚ 23.17 ਤੇ ਐਤਕੀ ਇਹ 22.5 ਰਹਿ ਗਈ ਜਿਹੜੀ ਕਮਿਟਡ ਐਕਸਪੈਂਸਸ ਹੈ ਜਿਹੜੀ ਕਿ ਕਮਿਟਡ ਐਕਸਪੈਂਸਸ ਐਜ਼ ਅ ਪਰਸੈਂਟੇਜ ਆਫ TRR ਇਹ 87.82 ਸੀਗੇ ਇਹਨਾਂ ਨੂੰ ਅਸੀਂ ਕਿਉਂਕਿ ਪਹਿਲੇ ਸਾਲ 'ਚ ਤਾਂ 3200 ਕਰੋੜ ਦੀ ਜਿਹੜੀ ਕਿਸ਼ਤ ਜਾਂਦੀ ਹੈ ਉਹਦੇ ਕਰਕੇ 91.97 ਰਹਿ ਗਏ ਸੀ ਪਰ 18-19 ਦੇ ਵਿੱਚ 73.78 ਰਹਿ ਗਏ ਓਕੇ so the committed expenses as a percentage of TRR we inherited it at 87.82 they went up to 91.97 on account of that last day 31,000 crore debt ਜਿਹੜੀ convert ਹੋ ਗਈ last year we managed to cap them at 73.78 ਔਰ ਮੈਂ ਆਪਣੀ ਪਿਛਲੀ ਬਜਟ ਸਪੀਚ 'ਚ ਕਿਹਾ ਸੀ ਕਿ ਜੇ ਪਰਮਾਤਮਾ ਨੂੰ ਮਨਜ਼ੂਰ ਹੋਇਆ ਤਾਂ we will bring it to 70 so ਇਸ ਸਾਲ ਦਾ ਜਿਹੜਾ ਜੇ ਤੁਸੀਂ once you read the budget we have projected this committed expense as a percentage of TRR at 70.72 debt as a percentage of GSTP inherited at 42
First year 41.51, last year 40.96, and this year it's gone below 40, it's 39.74. So ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਜੇ ਕੋਈ ਵੱਡਾ ਇਸ਼ਤਿਹਾਰ ਹੈ ਪੰਜਾਬ ਦੇ ਫਾਈਨੈਂਸਿਸ ਦੀ ਰਿਕਵਰੀ ਦਾ ਤਾਂ ਆਈ ਥਿੰਕ that is the press conference which the chairman of the 15th Finance Commission, Mr. N.K. Singh, held, where he actually praised Punjab's effort in trying to consolidate its funds, trying to cut down on expenses, trying to cut down not only expenses but actually augmenting resources. So I think that would be in the appreciation of the 15th Finance Commission. I'm hopeful, और जिस तरह मेरी speech का हिस्सा सीगा कि first year the day we presented our first budget, we were faced with a revenue gap of 10,000 crores. We brought it down to 4,000 crores. And this year we pegged it at 2,323 crores. So this gives me immense satisfaction ki Punjab jehda hai, it is on a corrective path. And apart from that, we have been able to, if you go through the budget at glance, we have enhanced allocations to almost all departments, barring a few. We have also in the last since the last budget ਜਿਵੇਂ ਔਰ ਜਿਹੜਾ ਇਹ 2323 ਦਾ ਗੈਪ ਹੈ but for the 3,000 crore ਬਿਜਲੀ ਸਬਸਿਡੀ ਜਿਹੜੀ ਕਿ ਮੈਂ ਨਹੀਂ ਦੇ ਸਕਿਆ ਉਹ ਕੈਰੀ ਫਾਰਵਰਡ ਕਰਨੀ ਪਈ ਜੇ ਕਿਤੇ ਉਹ ਦਿੱਤੀ ਹੁੰਦੀ ਤਾਂ ਇਟ ਵੁੱਡ ਹੈਵ ਬੀਨ ਐਕਚੁਅਲੀ ਅ ਬੈਲੈਂਸਡ ਬਜਟ ਬਟ there was no way I wanted to hide that. So और 30 to 40 सर ਹਾਂਜੀ ਜਾਂ 3200 ਜਾਂ ਉਹ ਸੈਕਟਰੀ ਸਾਹਿਬ ਕਹਿੰਦੇ ਜੇ ਉਹ 3200 ਦਾ ਇਹ ਤਾਂ ਬਲਾ ਨਾ ਚੁੰਬੜਦੀ ਆਪਾਂ ਨੂੰ ਤਾਂ ਵੀ ਆਪਾਂ ਤਾਂ ਸਰਪਲਸ 'ਚ ਹੋ ਗਏ ਸੀ ਸੋ ਬਾਵਜੂਦ ਇਸ ਦੇ ਆਈ ਥਿੰਕ ਇਸ ਤੋਂ ਇਲਾਵਾ ਆਈ ਐਮ ਹੈਪੀ ਕਿ the cut on petrol at 5 rupees and 1 rupee, I think the trade will shift back to Punjab. And as I said in my speech, we will take it up with Government of India. Chandigarh should not be undercutting Punjab's revenues or finances. I am very proud कि ये ਜਿਹੜੀ 4800 ਕਰੋੜ ਦੀ ਜਿਹੜੀ drinking water, surface drinking water scheme है ਜਿਹੜੀ कि World Bank ਤੇ ADB funded ਜਾ ਰਹੀ ਹੈ and hopefully we should be able to complete it in the next 2 to 2.5 years. And this is also a reminder to the entire press कि 3000 crore ਜਿਹੜਾ ਹੈ ਉਹ debt relief, farmer ਦੀ debt relief is part of the budget. So ਇਹ ਜਿਹੜੇ government ਦੇ ਜਿਹੜੇ manifesto ਦੇ promises ਸੀਗੇ, those are also being dealt with. We have been able to pay our employees 6% DA. We have reduced significantly the number of days Punjab is in overdraft. ਜਿਹੜੀ 4 ਸਾਲ ਦੀ strategic action plan 2019 ਤੋਂ 23 ਦੀ ਹੈ, that all outcomes, budget outcomes will be monitored very closely. I think that will also make sure that a lot of expenditure which is taking place is actually productive. So I think the other big ticket would be the paddy straw management. So it's not just the government which has been successful, but there has been general awareness amongst the population of Punjab. So people are not resorting to putting fire to their fields. But ਉਹਦੇ ਵਾਸਤੇ 375 ਕਰੋੜ ਰੁਪਇਆ ਜਿਹੜਾ ਹੈ ਉਹ ਇਸ ਸਾਲ ਮਸ਼ੀਨਰੀ ਦੀ ਜਿਹੜੀ ਤਕਸੀਮ ਹੈ ਉਹ ਕਰਨ ਦਾ ਹੈ. ਵੇਰਕਾ ਮੈਗਾ ਡੇਅਰੀ ਪ੍ਰੋਜੈਕਟ ਉਹਦੇ ਵਾਸਤੇ ਆਈ ਥਿੰਕ ਸੈਕੰਡ ਫੇਜ਼ ਉਹ ਐਤਕੀ ਸ਼ੁਰੂ ਹੋ ਜਾਏਗਾ. ਆਈ ਐਮ ਵੈਰੀ ਹੈਪੀ ਵਿਦ ਦ ਡਰੱਗ ਮੈਨੇਜਮੈਂਟ ਪ੍ਰੋਗਰਾਮ ਵਿਚ ਗਵਰਨਮੈਂਟ ਆਫ ਪੰਜਾਬ ਹੈਜ਼ ਸਟਾਰਟਡ ਐਂਡ ਜਿਹੜਾ 3-pronged strategy ਹੈ on supply reduction, harm reduction and demand reduction. And ਉਹਦੇ ਚ ਕਾਫੀ
कामयाबी मिली है. I think I will be the happiest man, Jay, within the term of this 5 years, if the menace of drugs can be controlled in a very significant way. That would be a big feather in the cap of the Congress government, because Congress government was also responsible for the control of terrorism in Punjab. Both problems were not made by the Congress, but they were inherited. And if we can rid Punjab of the menace of drugs, and which we are, I think, well on the path of success. A general comment ki Congress governments generally give very responsible finances compared to the Akalis. Matlab, had it not been for the fact ki they picked up a loan of 2,000 crore from Puda to 2,000 crore le liya, इन्हों ने मंडी बोर्ड तो कर लिया, इन्हों ने for the next 5 years all sources of revenue were actually escrowed, they had taken loans and इन्हों ने बैंकों ਨੂੰ गिरवी रखते सीगे. I mean, no responsible government would leave with that kind of a track record, and no responsible government would actually sign on a 31,000 crore long term debt one day before it was to demit office. So most of the highlights actually I'm going to circulate that. And We've done it, sir. Ji, as you told us, the petrol prices has been slashed by 5 rupees later. So how much VAT now it has been slashed? Sir, this is for the Department of Tax to work out how much VAT will be slashed. But starting midnight tonight, Punjab will fuel will be cheaper in terms of petrol by 5 rupees and diesel by 1 rupee. I think with 1 rupee going down 1 rupee, Punjab will be the cheapest in diesel in North India. And as I said, in terms of petrol, we will take it up with Government of India ki Chandigarh should align up with Punjab now. So earlier issue was this, that it should be equal to the neighboring state. I think, देखो गल ये है कि why should any state try to take away the revenues of the other, and why should we be in some kind of a tax war? जो साडा हक है वो सानू मिल जाए, जो उन्हां दा हक है. Also big relief, as I think. I hope so, ji. I'm very happy. Is your VAT, the slash VAT, now reflecting in the VAT receipts for 2019? Ji, if you look at the VAT receipts for the next year, we have not increased it. So this year we are supposed to get 6,300 crores, and we have maintained that at the same level because. Sir, with the cut, don't you think that's got the estimates change? No, ji, but that will be made up by higher sales of diesel and petrol. So that's not figuring in. That means you could have figured if you were announcing it in the budget. Why didn't you figure it in the They have been taken care of, sir. They've been taken. Can you just 1 second? So, एक मिनट. just a minute. So what the finance minister has just said is that last year what we had budgeted for VAT was 6,333 crore rupees. Now, as you guys are aware that I'll mix the languages because I see सारे तरह ਦੇ vernacular ਦੇ ਵੀ ਨੇ. So 10 ਤੋਂ 10.5% ਦੀ normal increase ਹਰ ਵਾਰ ਹੁੰਦੀ ਹੈਗੀ ਹੈ. So ਅਸੀਂ ਉਹ increase consumption ਨੂੰ ਨਹੀਂ taken ਕੀਤਾ ਆਪਣੇ ਉਹਦੇ ਵਿੱਚ, and we have pegged it at 6,353 only. Plus, जिस तरह FM साहब ने किया हैगा कि with the reduction in prices, we do hope कि ਜਿਹੜੀ consumption दूसरी states चली गई सीगी, that will shift back to Punjab, so that shifting of the consumption back plus our normal increase in consumption would be able to take care of this. And hence, especially for this, if you would see the greater detail, ਬਾਕੀਆਂ ਦੇ ਵਿੱਚ ਅਸੀਂ the normal growth of GSTP we have factored in. That is something which is natural. But for this, we have pegged it at the same level. So we have taken into account कि ਜਿਹੜਾ FM साहब ने आज announce ਕੀਤਾ हैगा, that will be taken care of by increased growth of in general of the economy and by increased consumption that will come back. सर मेरा एक सवाल है, FM साहब आपने जब ग्लोबली पेट्रोल डीजल के रेट बढ़ रहे थे, तब आपने ऑब्वियसली कहा था कि मैं पैसे कम नहीं कर सकता क्योंकि मुझे तनख्वाह देनी है. आपने ऑब्वियसली इस चीज को कहा था मुझे तनख्वाह देनी है, मैं इसको कम नहीं कर सकता हूँ.
आज सर मैं ये एक जनरल आदमी ये पूछना चाहता हूँ कि आज आपके पंजाब की इकोनॉमिकल पोजीशन, क्योंकि अगर मैं आपकी रिसिप्ट्स में भी जाऊंगा तो हर वो रिसिप्ट्स आपकी डाउन जा रही है, हर रिसिप्ट्स आपकी डाउन हुई है, आपने उसको संशोधित किया है। तो आज पंजाब के पास कौन सा ऐसा वो हुआ है कि आपने 5 रुपए पेट्रोल को कम किया है? सब ऐसे है कि पिछले 5 साल से पंजाब का जो पेट्रोल का ट्रेड है वो स्टैटिक था। सर 15 ईयर्स 15 साल से स्टैटिक था। तो अगर हमने पंजाब के ट्रेड को बढ़ावा देना है तो ये लाजमी हो गया है, और मैं इस काबिल हो गया हूँ क्योंकि मुझे इन दीज 3-4 मंथ्स मुझे जितने भी बॉर्डर के पंप्स हैं उनकी पंजाब बॉर्डर इज 25% ऑफ द स्टेट, बिकॉज वी आर बॉर्डर्ड विद हिमाचल, हरियाणा, जम्मू कश्मीर, चंडीगढ़, राजस्थान। अगर पंजाब का देखो, बिकॉज इट्स सच अ स्मॉल स्टेट, तो हमारे पेट्रोल सेल्स मुतासिर हो रही थी। अब ये टाइम आ गया है जब हमें थोड़ा सा हमारे रेवेन्यूज में हमें थोड़ी सी ईज मिल गई है, हमें ब्रीदिंग स्पेस मिल गई है, हमारे फाइनेंशियल इंडिकेटर्स बेटर हो गए हैं, हमारी रेवेन्यू रिसीट्स में इजाफा हो रहा है, एंड मैं ये रिस्क ले सकता हूं कि मैं अपने 5 रुपए कम कर दूं। मंत्री जी देखो, शराब तो माइनिंग तो ਤੁਹਾਨੂੰ ਪੈਸਾ ਨਹੀਂ ਆ ਰਿਹਾ, ਪੈਟਰੋਲ ਤੋਂ ਤੁਸੀਂ ਪੈਸਾ ਘਟਾ ਸਕਦੇ। माइनिंग तो आ जाएगा, माइनिंग हाई कोर्ट, न्यू एक्साइज पॉलिसी इज कमिंग सर। सब ऐसे है कि माइन जेड़ा ਇਸ ਵੇਲੇ ਦੀ ਵੱਡੀ ਖਬਰ, ਮਨਪ੍ਰੀਤ ਬਾਦਲ ਜਿਵੇਂ ਪ੍ਰੈਸ ਕਾਨਫਰੰਸ ਦੇ ਵਿੱਚ ਸੰਬੋਧਨ ਕਰ ਰਹੇ ਸਨ ਕਿ ਪੈਟਰੋਲ ਡੀਜ਼ਲ ਤੇ ਵੈਟ ਘਟਾਇਆ ਗਿਆ ਹੈ। ਹਾਲਾਂਕਿ ਕਿੰਨਾ ਵੈਟ ਘਟਾਇਆ ਗਿਆ ਹੈ ਇਸ ਬਾਰੇ ਉਹਨਾਂ ਕੋਈ ਸਪਸ਼ਟਤਾ ਨਹੀਂ ਦਿੱਤੀ, ਪਰ ਰੁਪਏ ਦੇ ਹਿਸਾਬ ਨਾਲ ਕਿ 5 ਰੁਪਏ ਪ੍ਰਤੀ ਲੀਟਰ ਪੈਟਰੋਲ 'ਚ ਕਟੌਤੀ ਅਤੇ 1 ਰੁਪਏ ਪ੍ਰਤੀ ਲੀਟਰ ਡੀਜ਼ਲ ਦੇ ਵਿੱਚ ਕਟੌਤੀ ਕੀਤੀ ਗਈ ਹੈ, ਜਿਹੜੀ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਏਗੀ। ਅੱਜ ਰਾਤ 12 ਵਜੇ ਤੋਂ ਪੰਜਾਬ ਦੇ ਵਿੱਚ ਪੈਟਰੋਲ 5 ਰੁਪਏ ਸਸਤਾ ਤੇ ਡੀਜ਼ਲ 1 ਰੁਪਏ ਸਸਤਾ ਹੋ ਜਾਏਗਾ। ਹਾਲਾਂਕਿ ਇਸ ਬਾਰੇ ਹੋਰ ਜਿਹੜਾ ਜਦੋਂ ਮਨਪ੍ਰੀਤ ਬਾਦਲ ਤੋਂ ਸਵਾਲ ਪੁੱਛਿਆ ਗਿਆ ਕਿ ਇਸ ਨਾਲ ਸਰਕਾਰ ਦੇ ਰੈਵਨਿਊ ਨੂੰ ਕਿੰਨਾ ਫਰਕ ਪਏਗਾ, ਜੋ ਅੱਜ ਤੱਕ ਉਹਨਾਂ ਦੇ ਕੋਲੇ ਪੈਟਰੋਲ ਡੀਜ਼ਲ ਤੋਂ ਵੱਧ ਮਾਲੀਆ ਆ ਰਿਹਾ ਸੀ, ਤਾਂ ਉਸ ਦਾ ਤਰਕ ਮਹਿਕਮੇ ਵੱਲੋਂ ਇਹ ਦਿੱਤਾ ਜਾ ਰਿਹਾ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਰੇਟ ਜ਼ਿਆਦਾ ਸੀ, ਇਸ ਕਰਕੇ ਦੂਸਰੇ ਜਿਹੜੇ ਰਾਜ ਨੇ ਉਹਨਾਂ ਤੋਂ ਪੈਟਰੋਲ ਡੀਜ਼ਲ ਉਪਭੋਗਤਾ ਲੈਂਦੇ ਸਨ, ਔਰ ਉਸ ਨਾਲ ਉਸ ਦੀ ਕੰਜ਼ੰਪਸ਼ਨ ਤੇ ਉਸ ਦੀ ਸੇਲ ਤੇ ਫਰਕ ਆਉਂਦਾ ਸੀ। ਪਰ ਹੁਣ ਕਿਉਂਕਿ ਸੇਲ ਵਧੇਗੀ ਤਾਂ ਜਿਹੜੀ ਪੰਜਾਬ ਸਰਕਾਰ ਨੂੰ ਇਸ ਕਟੌਤੀ ਦੇ ਨਾਲ ਰੈਵਨਿਊ ਦੇ ਵਿੱਚ ਕੁਝ ਘਾਟਾ ਪੈਣਾ ਉਹ ਕਵਰ ਅਪ ਹੋ ਜਾਏਗਾ। ਅੰਮ੍ਰਿਤਸਰ ਚੱਲਦੇ ਹਾਂ, ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਰਹੇ ਨੇ। ਰਾਜੀਵ, ਬਜਟ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ, ਪਰ ਜੋ ਸਭ ਤੋਂ ਵੱਡਾ ਐਲਾਨ ਨਿਕਲ ਕੇ ਸਾਹਮਣੇ ਆਇਆ ਪੈਟਰੋਲ ਡੀਜ਼ਲ ਦਾ, ਉਪਭੋਗਤਾ ਕਿਸ ਤਰੀਕੇ ਨਾਲ ਲੈ ਰਹੇ ਨੇ? ਅਗਰ ਤੁਹਾਡੇ ਨਾਲ ਆਮ ਲੋਕ, ਆਮ ਜਨਤਾ ਮੌਜੂਦ ਹੈ ਤਾਂ ਉਹਨਾਂ ਦੀ ਜ਼ੁਬਾਨੀ ਜਾਨਣਾ ਚਾਹਾਂਗੇ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਜੋ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਹੈ ਆਮ ਜਨਤਾ ਦੇ ਲਈ ਕਿੰਨਾ ਕੁ ਰਾਹਤ ਭਰਿਆ ਹੈ? जी हाँ विजय, इस वेले मैं अमृतसर के एक पेट्रोल पंप ते मौजूद हाँ। इत्थे लोग अक्सर अपनियां गड्डियां दे विच पेट्रोल डीजल पाउण दे लई पहुंचदे ने, और जे जो पंजाब सरकार दे बजट दे विच ये फैसला लिया गया, लोग इस नूं किद्दां देखदे आ? जो लोग इत्थे पेट्रोल पाउण दे लई पहुंचदे उन्हां तों जाणदे, तुसीं दसो 5 रुपए अज रात तो पेट्रोल सस्ता हो रहा और डीजल किन्ना क वड्डा तुसीं इस नूं राहत समझदे हो सरकार दा? सर 5 रुपए नाल अज 5 रुपए सस्ता कर देणगे, इलैक्शनां नेड़े आ रही, बस थोड़ी देर बाद 10 रुपए महंगा भी कर देंगे, ਉਹਦੇ ਨਾਲ ਕਿੰਨਾ ਕੁ ਫਰਕ ਪੈ ਜਾਣਾ? ਕੋਈ ਖਾਸ ਫਰਕ ਨਹੀਂ ਪੈਣਾ। मतलब ਤੁਸੀਂ ਸਮਝਦੇ ਕਿ ਇੱਕ ਪੋਲੀਟੀਕਲ ਸਟੰਟ ਹੈ, ਸਿਰਫ ਵੋਟਾਂ ਲੈ ਕੇ? ਬਿਲਕੁਲ ਜੀ, ਬਿਲਕੁਲ ਠੀਕ ਹੈ। ਹੋਰ ਵੀ ਲੋਕ ਨੇ ਇੱਥੇ, ਉਹਨਾਂ ਤੋਂ ਜਾਣਦੇ ਆ। ਤੁਸੀਂ ਦੱਸੋ ਭਾਈ ਸਾਹਿਬ, ਅੱਜ ਰਾਤ ਤੋਂ 5 ਰੁਪਏ ਪੈਟਰੋਲ ਪੰਜਾਬ ਦੇ ਵਿੱਚ ਸਸਤਾ ਹੋਣ ਜਾ ਰਿਹਾ, ਬਜਟ ਦੇ ਵਿੱਚ ਇਹ ਫੈਸਲਾ ਲਿਆ ਗਿਆ, ਤੁਸੀਂ ਕਿੱਦਾਂ ਦੇਖਦੇ ਹੋ? ਇਹ ਤਾਂ ਬਹੁਤ ਵਧੀਆ ਗੱਲ ਹੈ ਜੀ, ਤੇਲ ਜਿਹੜਾ ਸਸਤਾ ਹੋਣਾ ਬੜੀ ਚੰਗੀ ਗੱਲ ਆ। ਹੋਰ ਵੀ ਚਲੋ ਪੈਟਰੋਲ ਪੰਪਾਂ ਬਾਰੇ ਵੀ ਠੀਕ ਆ, ਥੋੜਾ ਬਹੁਤਾ ਜਿਹੜਾ ਇਹ ਵੀ ਵਿੱਚੋਂ ਝਕਾਨੀ ਮਾਰਦੇ ਉਹ ਵੀ ਨਾ ਮੰਨਣਗੇ ਤੇਲ ਸਸਤਾ ਹੋਣ ਦੇ ਕਾਰਨ। ਪਬਲਿਕ ਨੂੰ ਬਹੁਤ ਚੰਗੀ ਗੱਲ ਆ ਵੀ ਲੋਕੀ ਚੀਜ਼ਾਂ ਡਰ ਕੇ ਚਲਾਉਂਦੇ ਸੀ ਕੁਝ ਪੈਟਰੋਲ ਤੋਂ ਵੀ, ਇਹ ਵੀ ਚਲੋ ਆਪਣੀ ਸੌਖੀ ਚੀਜ਼ ਚਲਾਉਣਗੇ, ਸੌਖਾ ਆਉਣ ਜਾਣਗੇ, ਇਹਨਾਂ ਦੀ ਸੌਖਾ ਆਓ ਜਾਈਦਾ, ਬਹੁਤ ਹੀ ਵਧੀਆ ਕੰਮ ਚੱਲੇਗਾ ਤੇ ਬਹੁਤ ਹੀ ਦੁਨੀਆ ਸਵਸਥ ਰਹੇਗੀ ਤੇ ਬਹੁਤ ਚੰਗੀ ਗੱਲ ਹੈ। तो विजय, हर कोई इस फैसले नूं वधिया जो है फैसला दस रहा, पर नाल दी नाल लोग ये भी कह रहे हैं कि यह एक पोलीटिकल स्टंट भी हो सकता, क्योंकि 2019 ਦੀਆਂ लोक सभा चोणां तो पहलां
ਇਹ ਬਜਟ ਪੇਸ਼ ਕੀਤਾ ਗਿਆ ਔਰ ਪੰਜਾਬ ਸਰਕਾਰ ਵੱਲੋਂ ਇਹ ਜੋ ਐਲਾਨ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਵੀ ਕੋਸ਼ਿਸ਼ ਹੋ ਸਕਦਾ ਕਿ ਹੋਰ ਵੀ ਲੋਕ ਨੇ ਇੱਥੇ, ਉਹਨਾਂ ਤੋਂ ਜਾਣਦੇ ਆ। ਭਾਈ ਸਾਹਿਬ, ਅੱਜ ਰਾਤ 12 ਵਜੇ ਤੋਂ ਬਾਅਦ 5 ਰੁਪਏ ਪੈਟਰੋਲ ਜਿਹੜਾ ਉਹ ਸਸਤਾ ਹੋਣ ਜਾ ਰਿਹਾ। ਅੱਜ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਇਹ ਫੈਸਲਾ ਲਿਆ, ਤੁਸੀਂ ਕਿੱਦਾਂ ਦੇਖਦੇ ਹੋ? ਨਹੀਂ, ਚੰਗੀ ਗੱਲ ਹੈ ਜੀ। ਅਗਰ ਪੈਟਰੋਲ ਸਸਤਾ ਹੋ ਰਿਹਾ, ਇਹ ਗਰੀਬ ਆਦਮੀ ਜਿਹੜਾ ਵਾ, ਜਿਹੜੇ ਮਿਡਲ ਕਲਾਸ ਹੈਗੇ ਨੇ, ਜਿਹੜੇ ਲੋਕ ਨੇ, ਉਹਨਾਂ ਦੇ ਲਈ ਇਹ ਬਹੁਤ ਵਧੀਆ ਚੀਜ਼ ਹੈ। ਪੈਟਰੋਲ ਦੇ ਨਾਲ ਅਗਰ ਡੀਜ਼ਲ ਵੀ ਸਸਤਾ ਹੋਏਗਾ ਤਾਂ ਡੀਜ਼ਲ ਵੀ 1 ਰੁਪਏ ਸਸਤਾ ਹੋ ਰਿਹਾ, ਬਟ ਡੀਜ਼ਲ ਕੋ ਥੋੜਾ ਜ਼ਿਆਦਾ ਹੋਣਾ ਚਾਹੀਦਾ, ਕਿਉਂਕਿ ਹੈਵੀ ਜਿਹੜੀਆਂ ਗੱਡੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਡੀਜ਼ਲ ਦੇ ਉੱਪਰ ਨੇ। ਉਹਦੇ ਨਾਲ ਟਰਾਂਸਪੋਰਟੇਸ਼ਨ ਅਗਰ ਸਸਤੀ ਹੋਏਗੀ ਤਾਂ ਜਿਹੜੀ ਮਹਿੰਗਾਈ ਹੈ ਉਹ ਆਪਣੇ ਆਪ ਥੋੜੀ ਘਟੇਗੀ। ਤੋ ਹੋਰ ਵੀ ਲੋਕ ਨੇ। ਤੁਸੀਂ ਇਹ ਦੱਸੋ, ਅੱਜ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਫੈਸਲਾ ਲਿਆ ਕਿ ਅੱਜ ਰਾਤ ਤੋਂ ਪੈਟਰੋਲ 5 ਰੁਪਏ ਸਸਤਾ ਕੀਤਾ ਜਾ ਰਿਹਾ ਔਰ ਡੀਜ਼ਲ 1 ਰੁਪਏ। ਤੁਸੀਂ ਇਹਨੂੰ ਕਿੱਦਾਂ ਦੇਖਦੇ ਇਸ ਫੈਸਲੇ ਨੂੰ? ਹਾਂਜੀ, ਪੈਟਰੋਲ ਜਿਹੜਾ 5 ਰੁਪਏ ਸਸਤਾ ਕੀਤਾ ਜਾ ਰਿਹਾ, ਸਰਕਾਰ ਦੇ ਫੈਸਲੇ ਨੂੰ ਤੁਸੀਂ ਇੱਕ ਆਮ ਨਾਗਰਿਕ ਵਜੋਂ ਕਿੱਦਾਂ ਦੇਖਦੇ ਹੋ? ਪੈਟਰੋਲ ਸਰ ਇਹਨਾਂ ਦਾ ਕਰ ਦਿੰਦੇ, ਕਦੀ ਸਸਤਾ ਕਰ ਦਿੰਦੇ, ਕਦੀ ਮਹਿੰਗਾ ਕਰ ਦਿੰਦੇ ਆ, ਕੁਝ ਕਹਿ ਨਹੀਂ ਸਕਦੇ ਸਰ। ਹੋਰ ਵੀ ਇੱਥੇ ਬਜ਼ੁਰਗੋ, ਜਿਹੜਾ ਪੈਟਰੋਲ ਹੈ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਅੱਜ ਰਾਤ ਤੋਂ 5 ਰੁਪਏ ਸਸਤਾ ਕੀਤਾ ਜਾ ਰਿਹਾ ਔਰ ਡੀਜ਼ਲ ਦੇ ਵਿੱਚ 1 ਰੁਪਏ ਦੀ ਕਮੀ ਕੀਤੀ ਜਾ ਰਹੀ ਹੈ। ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਫੈਸਲਾ ਆ ਰਿਹਾ। ਸਵੇਰੇ ਉੱਠਿਆ तो जैसा ही उठिया ठीक उठिया, चाहे लेट उठिया या सवेरे उठिया, उठिया तो है ना, जाग तो आई है ना कि नहीं आई, बहुत जाग आई। ਤੁਸੀਂ ਇਸ ਫੈਸਲੇ ਨੂੰ ਵਧੀਆ ਸਮਝਦੇ ਹੋ ਕਿ ਆਮ ਲੋਕਾਂ ਵਾਸਤੇ ਵਧੀਆ ਫੈਸਲਾ? 5 ਰੁਪਏ ਕਿਹੜਾ 5 ਰੁਪਏ ਜਿਹਨੂੰ ਆਉਂਦੇ ਹੋਣ ਪੈਟਰੋਲ ਨੂੰ ਜਾਂ ਜੇਬ ਜਾਂਦੇ ਹੋਣ, ਕੌਣ ਕਹੇਗਾ ਬੁਰਾ ਹੈਗਾ? ਤੇ ਇਹਨਾਂ ਲੇਟ ਖਾ ਪੀ ਕੇ ਜੇ ਢਿੱਡ ਭਰ ਗਿਆ ਉਹਦਾ ਪਹਿਲਾਂ, ਤੇ ਉਸ ਤੋਂ ਬਾਅਦ ਹੁਣ ਜੇ ਜਾਗ ਗਿਆ ਤਾਂ ਕਿਆ ਉਹ ਜਾਗ ਗਿਆ? ਜਵਾਬ ਦਿਓ ਤੁਸੀਂ ਮੈਨੂੰ, ਉਹ ਜਾ ਗਿਆ ਕਿ ਹਾਲੇ ਸੁੱਤਾ ਹੈ? ਤਾਂ ਤੁਸੀਂ ਮਤਲਬ ਇਹਨੂੰ ਵਧੀਆ ਫੈਸਲਾ ਮੰਨਦੇ ਹੋ? ਕਿਸ ਤਰ੍ਹਾਂ ਵਧੀਆ ਮੰਨਾਂਗੇ? ਪਹਿਲਾਂ ਹੋਣਾ ਚਾਹੀਦਾ ਜੀ, ਹੁਣ ਹੋਣਾ ਉਹ ਕਰ ਰਹੇ ਨੇ ਜੋ ਚੁਣਾਵ ਆ ਗਏ। ਪੋਲੀਟੀਕਲ ਸਟੰਟ ਹੈ ਆ ਕੇ ਹੋਰ ਗਿਆ। ਓਕੇ, ਹੋਰ ਵੀ ਲੋਕ ਨੇ, ਉਹਨਾਂ ਤੋਂ ਵੀ ਜਾਣਦੇ। ਤੁਸੀਂ ਦੱਸੋ, ਅੱਜ ਰਾਤ 12 ਵਜੇ ਤੋਂ 5 ਰੁਪਏ ਸਸਤਾ ਕੀਤਾ ਜਾ ਰਿਹਾ ਪੈਟਰੋਲ ਔਰ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਇਹ ਫੈਸਲਾ ਲਿਆ, ਤੁਸੀਂ ਕਿੱਦਾਂ? ਵੇਖਣਾ ਹੋਣਾ ਕੀ ਹੈ, ਇਹ ਲੋਕ ਜਿਹੜੇ ਆ ਇਹ ਸਾਨੂੰ ਅੱਗੇ ਲੁੱਟਣ ਦੇ, ਥੋੜਾ ਘੱਟ ਲੁੱਟ ਲੈਣਗੇ, ਹੋਰ ਕੀ। ਹਾਂਜੀ, ਕਿਉਂਕਿ 2000 ਲੋਕ ਸਭਾ ਜਿਹੜੀਆਂ 19 ਦੀਆਂ ਚੋਣਾਂ ਤੋਂ ਪਹਿਲਾਂ ਇਹ ਬਜਟ ਹੈ ਔਰ ਉਸ ਦੇ ਵਿੱਚ ਇਹ ਫੈਸਲਾ ਲਿਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸਭ ਤੋਂ ਵੱਧ ਜਿਹੜਾ ਅਸੀਂ ਸਟੇਟਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਹਿੰਗਾ। ਜਿਹੜੇ ਲੋਕ ਡੀਜ਼ਲ ਪੈਟਰੋਲ ਭਰਵਾਉਣ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ, ਉਹਨਾਂ ਦੇ ਪ੍ਰਤੀਕਰਮ ਜਾਣਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਬਜਟ ਜਦੋਂ ਪੇਸ਼ ਕੀਤਾ ਜਾਂਦਾ ਹੈ ਉਸ ਦੇ ਜਿਹੜੇ ਆંકੜੇ ਹੁੰਦੇ ਨੇ ਉਹ ਆਮ ਜਨਤਾ ਦੇ ਨਾਲ ਸਿੱਧੇ ਤੌਰ ਤੇ ਕੋਈ ਬਹੁਤਾ ਸਰੋਕਾਰ ਨਹੀਂ ਰੱਖਦੇ। ਉਹ ਇਸ ਤਰੀਕੇ ਨਾਲ ਜਨਤਾ ਆਮ ਤੌਰ ਤੇ ਬਜਟ ਨੂੰ ਦੇਖਦੀ ਹੈ ਕਿ ਉਹਨਾਂ ਨੂੰ ਕੀ ਵੱਡੀ ਰਿਲੀਫ ਮਿਲੀ ਹੈ। ਤਾਂ ਬਜਟ ਦੇ ਅਖੀਰ ਵਿੱਚ ਮਨਪ੍ਰੀਤ ਬਾਦਲ ਵੱਲੋਂ ਜੋ ਅਨਾਉਂਸਮੈਂਟ ਕੀਤੀ ਗਈ ਹੈ ਕਿ ਪੈਟਰੋਲ 5 ਰੁਪਏ ਔਰ ਡੀਜ਼ਲ ਦੇ ਵਿੱਚ 1 ਰੁਪਏ ਦੀ ਕਟੌਤੀ ਅੱਜ ਰਾਤ ਤੋਂ ਲਾਗੂ ਹੋ ਜਾਏਗੀ, ਉਸ ਨੂੰ ਲੈ ਕੇ ਲੋਕਾਂ ਦੇ ਬੜੇ ਮਿਲੇ ਜੁਲੇ ਪ੍ਰਤੀਕਰਮ ਨੇ। ਕਈ ਇਸ ਨੂੰ ਲੋਕ ਸਭਾ ਚੋਣਾਂ ਦੇ ਨੇੜੇ ਆ ਕੇ ਲਿਆ ਗਿਆ ਫੈਸਲਾ ਜਾਂ ਇਸ ਨੂੰ ਇੱਕ ਲੋਕ ਲੁਭਾਊ ਵੋਟ ਲੁਭਾਊ ਫੈਸਲਾ ਦੱਸ ਰਹੇ ਨੇ ਔਰ ਕਈ ਇਹ ਮੰਨ ਰਹੇ ਨੇ ਕਿ ਹਾਂ ਵਾਕਿਆ ਹੀ ਇਸ ਦੇ ਨਾਲ ਜਿਹੜੀ ਉਪਭੋਗਤਾਵਾਂ ਨੂੰ ਕੁਝ ਨਾ ਕੁਝ ਰਾਹਤ ਜ਼ਰੂਰ ਮਿਲੇਗੀ। ਜਿਹੜੇ ਲੋਕ ਆਪਣੇ ਰੋਜ਼ਮਰਾ ਦੇ ਕੰਮਾਂ ਦੇ ਲਈ ਆਉਂਦੇ ਜਾਂਦੇ ਨੇ ਔਰ ਜਿਨ੍ਹਾਂ ਦਾ ਜ਼ਿਆਦਾ ਖਰਚਾ ਪੈਟਰੋਲ ਡੀਜ਼ਲ ਤੇ ਹੁੰਦਾ ਹੈ, ਉਸ ਦੇ ਵਿੱਚ ਕੁਝ ਨਾ ਕੁਝ ਕਮੀ ਜ਼ਰੂਰ ਆਏਗੀ। ਇੱਕ ਛੋਟੇ ਜਿਹੇ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆ ਕੇ ਨਜ਼ਰ ਪਾਵਾਂਗੇ ਕੁਝ ਹੋਰ ਬਜਟ ਦੀਆਂ ਸੁਰਖੀਆਂ।